ਮੈਂ ਨਾ ਇੱਦਾਂ ਸੋਚ ਰਿਹਾ ਸੀ ਸ਼ਿਵਾਨੀ ਵੀ ਜਿਸ ਤਰ੍ਹਾਂ ਹੁਣ ਆਪਾਂ ਸ਼ੁਰੂ ਤਾਂ ਕਰਨ ਲੱਗੇ ਹਾਂ ਹੈ ਨਾ ਵੀ ਆਪਾਂ ਥੋੜ੍ਹਾ ਇਨਫੋਰਮੇਟਿਵ ਵੀ ਰੱਖੀਏ ਆਡੀਅנס ਲਈ ਜੋ ਵੀ ਸਾਨੂੰ ਦੇਖੂਗੀ ਹੈ ਨਾ। ਜਿਸ ਤਰ੍ਹਾਂ ਹੁਣ ਤੁਸੀਂ ਦੋਨੋਂ ਆਪਾਂ ਸਿਡਨੀ ਤਾਂ ਪਹਿਲੀ ਗੱਲ ਲੋਕਾਂ ਨੂੰ ਪਤਾ ਹੀ ਨਹੀਂ, ਬਹੁਤ ਘੱਟ ਲੋਕਾਂ ਨੂੰ ਪਤਾ ਕੈਨੇਡਾ 'ਚ ਵੀ ਸਿਡਨੀ ਹੈਗਾ ਹੈ ਨਾ। ਹਾਂਜੀ। ਅਤੇ ਜਿਸ ਤਰ੍ਹਾਂ ਹੁਣ ਅਸੀਂ ਆਉਂਦੇ ਹਾਂ ਵਾਲਮਾਰਟ ਜੋਬ ਲੱਭਦੇ ਹਾਂ ਜਾਂ ਹੋਰ ਜਿਸ ਤਰ੍ਹਾਂ ਨੋ ਫਰਿਲਸ ਹੋ ਗਿਆ, ਤੁਸੀਂ ਬੈਸਟ ਬਾਏ ਲੱਭੀ ਹੈ ਨਾ, ਤਾਂ ਉਹ ਹੁੰਦੀ ਹੈ ਜੋਬ ਆਪਾਂ ਸਾਡੇ ਮਾਇੰਡ 'ਚ ਇੱਦਾਂ ਹੁੰਦਾ ਵੀ ਪਾਰਟ ਟਾਈਮ ਵੀ ਫੀਸਾਂ ਕੱਢ ਲਾਂਗੇ ਹੈ ਨਾ, ਹੋਰ ਖਰਚੇ ਐਕਸਪੈਂਸ ਸਾਡੇ ਮੈਨੇਜ ਹੋ ਜਾਣਗੇ। ਪਰ ਅਸੀਂ ਇਹ ਨਹੀਂ ਸੋਚਦੇ ਵੀ ਇਹਦੇ ਵਿੱਚ ਐਜ਼ ਐਨ ਆਪਾਂ ਇਹ ਜੋਬਸ ਨੂੰ ਐਜ਼ ਐਨ ਕਰੀਅਰ ਲੈ ਕੇ ਚੱਲੀਏ ਹੈ ਨਾ। ਬਿਲਕੁਲ। ਅਤੇ ਹੁਣ ਤੁਸੀਂ ਸਕਰੈਚ ਤੋਂ ਸਟਾਰਟ ਕੀਤਾ, ਮੈਂ ਵੀ ਐਸੋਸੀਏਟ ਸੀ ਵਾਲਮਾਰਟ ਹੈ ਨਾ। ਹਾਂਜੀ। ਤਾਂ ਤੁਸੀਂ ਹੁਣ ਆਪਣਾ ਐਕਸਪੀਰੀਅੰਸ ਦੱਸੋ ਵੀ ਤੁਹਾਡਾ ਕਿੱਦਾਂ ਰਿਹਾ, ਵੀ ਸਟਾਰਟਿੰਗ ਉੱਦਾਂ ਹੀ ਕੀਤੀ ਸੀ ਜਿੱਦਾਂ ਸਾਰੇ ਕਰਦੇ ਆ ਵੀ ਬਸ ਖਰਚੇ ਨਿਕਲ ਜਾਣਗੇ ਇੱਦਾਂ? ਹਾਂਜੀ ਉੱਦਾਂ ਹੀ ਸੀਗਾ, ਉਸ ਟਾਈਮ ਤਾਂ ਹੀ ਸੀਗਾ ਵੀ ਕੋਈ ਵੀ ਜੋਬ ਮਿਲ ਜੇ ਜਿਹਦੇ ਨਾਲ ਇੱਕ ਇਨਕਮ ਆਉਣ ਲੱਗ ਜੇ ਅਤੇ ਜਿਹੜੀ GIC ਹੈ ਉਹ ਸੇਵ ਹੋ ਜੇ। ਅਤੇ ਉਸ ਕਰਕੇ ਬਸ ਜਿੱਦਾਂ ਹੀ ਕਾਲ ਆਈ ਅਤੇ ਮੇਫਲਰ ਮੋਲ ਘਰ ਦੇ ਨੇੜੇ, ਅਤੇ ਇੱਕ ਬੱਸ ਲੈਣੀ ਪਏਗੀ, CBU ਕੋਲ ਹੈ, ਜੇ ਵਿੱਚ ਕਲਾਸਾਂ ਵੀ ਹੋਈਆਂ ਵੀ ਜਾ ਸਕਦੇ ਹਾਂ। ਫਿਰ ਡਿਸਾਈਡ ਕੀਤਾ ਕਿ ਨਹੀਂ ਬੈਸਟ ਪਲੇਸ ਹੈ, ਅਤੇ ਦੇਖਿਆ ਇੰਨਾ ਵੱਡਾ ਸਟੋਰ ਸਿਡਨੀ ਤੋਂ, ਸਿਡਨੀ 'ਚ ਸਭ ਤੋਂ ਵੱਡਾ ਸਟੋਰ ਲੱਗਿਆ, ਲਾਈਕ ਟੈਕਨੀਕਲ ਸਟੋਰ ਲੱਗਿਆ। ਪੁਰਾਣੇ ਵਾਲਾ ਬਹੁਤ ਵੱਡਾ ਸੀ। ਹਾਂਜੀ ਉਹ ਬਹੁਤ ਵੱਡਾ ਸੀਗਾ। ਅਤੇ ਬਸ ਫਿਰ ਦੇਖਿਆ ਬਲੂ शर्ट है, वॉकी टॉकीज लगाए हैं, ऐसे लग रहा था कि पता नहीं क्या आ रहा है। ਥੋੜ੍ਹਾ ਉਹ ਲੱਗਦਾ ਪ੍ਰੋਫੈਸ਼ਨਲ ਟਾਈਪ ਦੀ ਜੋਬ ਲੱਗਦੀ ਹੈ ਨਾ, ਕਿਉਂਕਿ ਜਦੋਂ ਅਸੀਂ ਸਟਾਰਟਿੰਗ 'ਚ ਆਉਂਦੇ ਹਾਂ ਦੀਪ, ਜਿੱਦਾਂ ਮੈਂ ਵਾਲਮਾਰਟ ਕੰਮ ਕਰਦਾ ਸੀਗਾ। ਹਾਂਜੀ। ਪਰ ਗੋਰਿਆਂ ਦੀ ਇੱਕ ਗੱਲ ਬਹੁਤ ਵੱਡੀ ਹੈ, ਪਹਿਲਾਂ ਜਦੋਂ ਅਸੀਂ ਇੰਡੀਆ ਤੋਂ ਆਉਂਦੇ ਹਾਂ ਨਾ ਅਸੀਂ ਇੱਦਾਂ ਸੋਚਦੇ ਨਹੀਂ ਵੀ ਹਾਂ ਇਹ ਸਾਡੇ ਮਾਇੰਡ 'ਚ ਆਉਂਦੀ ਨਹੀਂ ਗੱਲ ਵੀ ਉੱਥੇ ਜਾ ਕੇ ਜਿਸ ਤਰ੍ਹਾਂ ਤੁਸੀਂ ਮੈਕਡੀ ਕੰਮ ਕਰਦੇ ਹੋ ਹੈ ਨਾ, ਮੈਨੇਜਰ ਵੀ ਆ ਕੇ ਟੋਇਲਟ ਸਾਫ਼ ਕਰਦਾ, ਵਾਸ਼ਰੂਮ ਸਾਫ਼ ਕਰਦਾ। ਹਾਂਜੀ। ਇੱਕ ਹੁੰਦਾ ਕਹਿਣਾ ਵੀ ਹਾਂ ਸਾਰੇ ਕਰਦੇ ਆ ਕਰ ਲਾਂਗੇ, ਪਰ ਜਦ ਐਕਚੁਅਲ 'ਚ ਆ ਕੇ ਕਰਨਾ ਪੈਂਦਾ ਉਹ ਪਹਿਲੀ ਵਾਰ ਤਾਂ ਮੈਨੂੰ ਨਹੀਂ ਪਤਾ ਹੋ ਰਿਹਾ ਤਾਂ ਵੀ ਮੇਰਾ ਇਹ ਐਕਸਪੀਰੀਅੰਸ ਸੀ। ਜਿਸ ਤਰ੍ਹਾਂ ਮੈਂ ਵਾਲਮਾਰਟ ਹੈ ਨਾ ਗਿਆ, ਪਹਿਲਾ ਦਿਨ ਸੀ ਮੇਰਾ, ਅਤੇ ਉੱਥੇ ਨਾਲ ਦੇ ਮੁੰਡੇ ਪੰਜਾਬੀ ਹੈ ਨਾ ਜਿਹੜੇ ਨਾਲ ਕੰਮ ਕਰਦੇ ਸੀ ਉਹ ਝਾੜੂ ਲਾ ਰਹੇ ਸੀ ਪਿੱਛੇ, ਵੱਡਾ ਜਿਹਾ ਰੂਮ ਹੁੰਦਾ ਸੀਗਾ, ਉਹ ਇੱਦਾਂ ਪਿੱਛੇ ਬੈਕ ਰੂਮ 'ਚ ਇੱਦਾਂ ਘੁਮਾਉਂਦੇ ਸੀ। ਮੈਨੂੰ ਦੇਖ ਕੇ ਕੁਛ ਨਹੀਂ ਫੀਲ ਹੋਇਆ ਇੱਦਾਂ ਹੈ ਨਾ। ਹਾਂਜੀ। ਪਰ ਜਦੋਂ ਮੈਂ ਲਾਇਆ ਪਹਿਲੇ ਦਿਨ ਹੈ ਨਾ ਇੱਦਾਂ, ਉਹ ਮੈਨੂੰ ਮੈਨੂੰ ਨਹੀਂ ਯਾਦ ਮੈਨੂੰ ਕਿਹਨੇ ਆ ਕੇ ਕਿਹਾ ਸੀ ਵੀ ਇੱਥੇ ਐਟ ਦ ਐਂਡ ਆਫ ਦ ਸ਼ਿਫਟ ਵੀ ਇੱਧਰ ਹੈ ਨਾ ਕਲੀਨ ਜਿਹਾ ਕਰ ਦਿਓ, ਝਾੜੂ ਫੇਰ ਦਿਓ। ਅਤੇ ਮੇਰੀ ਪਹਿਲੀ ਸ਼ਿਫਟ ਸੀ ਅਤੇ ਮੈਂ ਚੱਕਿਆ ਅਤੇ ਮੈਂ ਲਾਉਣ ਲੱਗਿਆ ਹੈ ਨਾ, ਅਤੇ ਮੈਨੇਜਰ ਆ ਗਿਆ, ਅਸਿਸਟੈਂਟ ਮੈਨੇਜਰ ਡੈਰਲ, ਕਹਿੰਦਾ PJ ਤੇਰਾ ਪਹਿਲਾ ਦਿਨ ਹੈ ਨਾ, ਮੈਨੂੰ PJ ਕਹਿੰਦੇ ਸੀ, ਉਹ ਨਾਮ ਤਾਂ ਲਿਆ ਨਹੀਂ ਜਾਂਦਾ ਸਾਡਾ ਪੰਜਾਬੀਆਂ ਦਾ। ਮੈਂ ਕਿਹਾ ਹਾਂਜੀ। ਉਹਨੇ ਆਪ ਲਾ ਕੇ ਦਿਖਾਇਆ ਮੇਰੇ ਤੋਂ ਲੈ ਕੇ ਵੀ ਇੱਦਾਂ ਲੱਗਦਾ। ਫਿਰ ਜਦ ਉਹਨੇ ਲਾਇਆ, ਮਤਲਬ ਜਦੋਂ ਅਸਿਸਟੈਂਟ ਮੈਨੇਜਰ ਆਪ ਲਾ ਰਿਹਾ, ਉਹ ਫਿਰ ਉਹ ਚੀਜ਼ ਨੇ ਬੜਾ ਕੰਫਰਟੇਬਲ ਕਰਤਿਆ। ਉਹ ਇੱਕ ਮੋਟੀਵੇਸ਼ਨ ਹੈ ਅਲੱਗ ਤਰ੍ਹਾਂ ਦੀ ਹੈ ਨਾ, ਕਿ ਆਪਾਂ ਇੰਡੀਆ 'ਚ ਦੇਖਦੇ ਹਾਂ ਕਿ ਸਾਡਾ ਪਹਿਲੀ ਗੱਲ ਆਪਣੇ ਜਿਹੜੇ ਵੱਡੇ ਅਹੁਦੇ 'ਤੇ ਉੱਥੇ ਬੰਦੇ ਹੁੰਦੇ ਆ, ਕੋਈ ਵੀ ਅਥੋਰਿਟੀ ਹੈ ਨਾ, ਪਹਿਲੀ ਗੱਲ ਉਹ ਆਪਦੇ ਆਫਿਸ ਤੋਂ ਬਾਹਰ ਨਹੀਂ ਆਉਂਦੇ, ਅਤੇ ਦੂਜੀ ਗੱਲ ਆ ਝਾੜੂ ਲਾਉਣਾ ਇਹ ਸਭ ਤਾਂ ਬਹੁਤ ਦੂਰ ਦੀ ਗੱਲ ਹੈ। ਸਹੀ ਗੱਲ ਹੈ। ਅਤੇ ਜਦੋਂ ਆਪਾਂ ਕਿਸੇ ਨੂੰ ਦੇਖਦੇ ਹਾਂ ਆਪਣੇ ਨਾਲ ਕੋਈ ਬੰਦਾ ਖੜ ਕੇ ਕੰਮ ਕਰ ਰਿਹਾ, ਅਤੇ ਲੀਡਰ ਤੁਹਾਡਾ ਮੈਨੇਜਰ ਪੂਰੀ ਸ਼ਿਫਟ ਤੁਹਾਡੇ ਨਾਲ 8-9 ਘੰਟੇ ਦੀ ਸ਼ਿਫਟ ਤੁਹਾਡੇ ਨਾਲ ਖੜ ਕੇ ਉਹ ਕਰ ਰਿਹਾ, ਉਹ ਇੱਕ ਬਹੁਤ ਅਲੱਗ ਚੀਜ਼ ਹੈ ਆਪਣੇ ਵਾਸਤੇ। ਆਪਾਂ ਇੰਡੀਆ 'ਚ ਕਲਚਰ ਦੇਖਿਆ ਨਹੀਂ ਗਾ। ਸਹੀ ਗੱਲ ਹੈ ਨਾ। ਅਤੇ ਉੱਥੇ ਜਿਹੜੀ ਅਥੋਰਿਟੀਜ਼ ਨੇ ਆਪਾਂ ਨੂੰ ਲਾਈਕ ਆਪਾਂ ਡਰਦੇ ਹਾਂ ਉਹਨਾਂ ਤੋਂ, ਪਰ ਉਰੇ ਜਿਹੜੀ ਅਥੋਰਿਟੀਜ਼ ਨੇ ਤੁਹਾਡੇ ਨਾਲ ਕੰਮ ਕਰ ਰਹੀਆਂ। ਸ਼ਾਇਦ ਇੱਕ ਇਹੀ ਵਜ੍ਹਾ ਹੈ ਕਿ ਜੇ ਆਪਾਂ ਇੰਡੀਆ ਇੰਨੇ ਸ਼ਾਰਟ ਟਰਮ ਪੀਰੀਅਡ ਦੇ ਵਿੱਚ ਜੋ ਅੱਜ ਆਪਾਂ ਉਰੇ ਅਚੀਵ ਕੀਤਾ ਹੈ, ਇਹ ਇੰਡੀਆ ਨਾ ਵੀ ਕਰ ਪਾਉਂਦੇ ਸ਼ਾਇਦ ਹੈ ਨਾ, ਜੋ ਕਿ ਮੈਨੂੰ ਪਰਸਨਲੀ ਐਵੇਂ ਲੱਗਦਾ, ਕਿਉਂਕਿ ਇੱਕ ਇਨਫਲੂਐਂਸ ਬਹੁਤ ਅਲੱਗ ਹੈ ਉਰੇ ਹੈ ਨਾ, ਉਹ ਮੋਟੀਵੇਸ਼ਨ ਇੱਕ ਅਲੱਗ ਚੀਜ਼ ਹੈ ਉਰੇ। ਨਹੀਂ ਸਹੀ ਗੱਲ ਹੈ। ਜਦੋਂ ਅਸੀਂ ਇੰਡੀਆ ਸੀਗੇ ਲੋਕਾਂ ਨੇ ਦੱਸਿਆ ਤਾਂ ਸੀਗਾ ਵੀ ਹਾਂ ਵੀ ਭਾਈ ਉੱਥੇ ਇੱਦਾਂ ਵੀ ਆਹ ਵੀ ਕਰਨਾ ਪੈਂਦਾ, ਉਹ ਵੀ ਕਰ ਲਓਗੇ, ਆਪਾਂ ਕਹਿ ਦਿੰਦੇ ਹਾਂ ਵੀ ਕਰ ਲਾਂਗੇ। ਇੱਕ ਹੁੰਦਾ ਵੀ ਮੂੰਹ ਤੋਂ ਕਹਿਣਾ, ਪਰ ਇੱਕ ਹੁੰਦਾ ਵੀ ਆ ਕੇ ਜਦੋਂ ਚੀਜ਼ ਤੁਹਾਨੂੰ ਰਿਅਲਾਈਜ਼ ਹੁੰਦੀ ਹੈ ਨਾ ਵੀ ਭਾਈ ਹਾਂ ਇੱਕ ਵਾਰੀ ਪਹਿਲੀ ਵਾਰ ਤਾਂ ਲੱਗਿਆ, ਪਰ ਜਦ ਹੀ ਉਹਨੇ ਉਹ ਜਿਹੜੀ ਟਰਾਂਜੀਸ਼ਨ ਸੀ ਨਾ ਵੀ ਜਦੋਂ ਤੁਹਾਡੇ ਤੋਂ ਕੋਈ ਉੱਪਰ ਵਾਲਾ ਬੰਦਾ ਆ ਕੇ ਹੈ ਨਾ ਸੀਨੀਅਰਿਟੀ ਲੈਵਲ 'ਤੇ ਆ ਕੇ ਉਹ ਚੀਜ਼ ਆਪ ਕਰਕੇ ਦਿਖਾਏਗਾ, ਫਿਰ ਉਹ ਮਤਲਬ ਥੱਲੇ ਹੋ ਗਈ, ਨੋਰਮਲੀ ਹੋ ਗਈ ਚੀਜ਼। ਉਹ ਜਿਹੜਾ ਇਹ ਵਰਕ ਕਲਚਰ ਹੈ ਨਾ ਇਹਨਾਂ ਦਾ ਗੋਰਿਆਂ ਦਾ, ਇਹ ਬਹੁਤ ਘੈਂਟ ਲੱਗਿਆ ਮੈਨੂੰ। ਅਤੇ ਸ਼ਾਇਦ ਇੱਕ ਉਹੀ ਚੀਜ਼ ਹੈ ਜੋ ਤੁਹਾਨੂੰ ਸਿਖਾਉਂਦੀ ਹੈ, ਲਾਈਕ ਕੈਨੇਡਾ ਦੇ ਵਿੱਚ ਨਹੀਂ, ਆਪਣੇ ਹੋਰ ਵੀ ਪੰਜਾਬੀ ਆਪਣੇ ਹੋਰ ਵੀ ਬਹੁਤ ਜਗ੍ਹਾ ਨੇ ਹੈ ਨਾ, ਸ਼ਾਇਦ ਕੁਛ ਇਹੀ ਚੀਜ਼ਾਂ ਜੋ ਬਾਹਰਲੇ ਦੇਸ਼ਾਂ ਨੂੰ ਆਪਾਂ ਨੂੰ ਸਿਖਾਉਂਦੇ ਹਾਂ ਕਿ ਕੋਈ ਕੰਮ ਵੱਡਾ ਛੋਟਾ ਨਹੀਂ ਗਾ, ਆਪਾਂ ਕੁਛ ਵੀ ਕਰ ਸਕਦੇ ਹਾਂ। ਬਿਲਕੁਲ ਬਿਲਕੁਲ ਬਿਲਕੁਲ। ਅਤੇ ਐਟ ਦੀ ਐਂਡ ਮੈਟਰ ਕਰਦਾ ਕਿ ਉਹ ਚੀਜ਼ ਤੋਂ ਤੁਹਾਨੂੰ ਸੈਟਿਸਫੈਕਸ਼ਨ ਹੈਗੀ ਆ, ਤੁਸੀਂ ਹੈਪੀ ਹੈਗੇ ਹੋ। ਜੇ ਤੁਸੀਂ ਖੁਦ ਅੰਦਰੋਂ ਖੁਸ਼ ਨਹੀਂ ਗਏ, ਭਾਵੇਂ ਤੁਸੀਂ $1,00,000 ਦੀ ਵੀ ਜੋਬ ਕਰ ਰਹੇ ਹੋ, ਅਤੇ ਉਹਦਾ ਕੋਈ ਫਾਇਦਾ ਨਹੀਂ ਗਾ। ਉਹ ਤਾਂ ਹੈ ਹੀ ਹੈ। ਬਿਲਕੁਲ ਬਿਲਕੁਲ। ਮੇਰਾ ਥੋੜ੍ਹਾ ਡਿਫਰੈਂਟ ਸੀਗਾ। ਜਦ ਮੈਂ ਸਟਾਰਟ ਕੀਤਾ, ਮੈਂ ਇੱਕ ਟੀਚਿੰਗ ਪ੍ਰੋਫੈਸ਼ਨ 'ਚੋਂ ਆਈ ਸੀਗੀ, ਮੇਰਾ ਆਪਣਾ ਬਿਜ਼ਨਸ ਸੀਗਾ, ਮੈਂ ਉਹ ਵਾਈਂਡ ਅਪ ਕਰਕੇ ਆਈ, ਅਤੇ ਮੇਰੀਆਂ ਬਿਗ ਹੋਪ ਸੀਗੀਆਂ ਕਿ ਮੇਰੇ ਕੋਲ ਇੰਨੀ ਡਿਗਰੀਜ਼ ਨੇ ਅਤੇ ਮੇ ਬੀ ਮੈਂ ਇਹ ਛੋਟੇ ਲੈਵਲ ਦੀ ਜੋਬ ਤੋਂ ਨਹੀਂ ਸ਼ੁਰੂ ਕਰੂੰਗੀ। ਬਟ ਜਦ ਸਿਡਨੀ ਵਰਗੇ ਸ਼ਹਿਰ 'ਚ ਆ ਕੇ ਐਜੂਕੇਸ਼ਨ ਬਾਰੇ ਵੀ ਦੱਸੋ ਸ਼ਿਵਾਨੀ, ਐਜੂਕੇਸ਼ਨ ਕੀ ਸੀ ਬੈਕ ਇੰਡੀਆ 'ਚ? ਮੈਂ ਜਿੱਦਾਂ
ਮਾਸਟਰਸ ਇਨ ਕਾਮਰਸ ਕੀਤੀ ਹੈ ਹਾਈਐਸਟ ਲੈਵਲ 'ਤੇ, ਡਬਲ ਗ੍ਰੈਜੂਏਸ਼ਨ ਕੀਤੀ ਹੈ, ਬੈਚਲਰਸ 'ਤੇ ਇਨ ਕਾਮਰਸ B.Ed ਕੀਤੀ ਹੈ। ਅਤੇ ਇਹ ਸਾਰੀ ਡਿਗਰੀਜ਼ ਦੇਖ ਕੇ ਮੈਨੂੰ ਐਂ ਲੱਗਿਆ ਵੀ ਕਿ ਮੈਂ ਸਿਡਨੀ ਵਰਗੇ ਛੋਟੇ ਸ਼ਹਿਰ 'ਚ ਹੈ। ਉਸ ਟਾਈਮ ਮੈਨੂੰ ਪਹਿਲਾਂ ਸੀਗਾ ਕਿ ਲਾਈਕ ਮੈਂ ਜਾਂਦੇ ਹੀ ਬਸ ਕੋਈ ਅਫਸਰ ਲੱਗ ਜਾਣਾ ਹੈ ਅਤੇ ਬਸ ਮੇਰੀ ਲਾਈਫ ਸੈੱਟ ਆ। ਬਟ ਜਦ ਇੱਥੇ ਆ ਕੇ ਗਰਾਊਂਡ ਰਿਐਲਿਟੀਜ਼ ਫੇਸ ਕੀਤੀਆਂ, ਦੇਖਿਆ ਵੀ ਨਹੀਂ ਵੀ ਇੱਥੇ ਤਾਂ ਜੋਬ ਹੀ ਨਹੀਂ ਮਿਲ ਰਹੀ। ਉਸ ਟਾਈਮ ਤਾਂ ਇਹ ਸੀਗਾ ਵੀ ਕੋਈ ਝਾੜੂ ਮਾਰਨ ਦੀ ਵੀ ਜੋਬ ਦੇ ਦੇਗਾ ਜਿਹਦੇ ਨਾਲ ਆਪਣਾ ਖਰਚਾ ਚੱਲ ਜਾਏਗਾ, ਕਿ ਕਰ ਲਾਂਗੇ ਕੋਈ ਨਹੀਂ, ਘਰੇ ਨਹੀਂ ਦੱਸਾਂਗੇ ਕਿ ਆਪਾਂ ਕੀ ਕਰ ਰਹੇ ਹਾਂ, ਹੈ ਨਾ। ਬਟ ਸਟਿਲ ਬੈਕ ਆਫ ਦਾ ਮਾਈਂਡ ਸੀਗਾ ਵੀ ਨਹੀਂ, ਇਹਨਾਂ ਵੀ ਛੋਟਾ ਕੰਮ ਤੋਂ ਨਹੀਂ ਸ਼ੁਰੂ ਕਰ ਸਕਦੇ, ਵੀ ਕੁਛ ਤਾਂ ਕਰਨਾ ਹੀ ਪਊਗਾ ਜੇ ਆਪਾਂ, ਹੈ ਨਾ, ਪਿੱਛੋਂ ਕੁਛ ਕਰਕੇ ਆਏ ਹਾਂ। ਅਤੇ ਜਦ ਮੈਂ ਬੈਸਟ ਬਾਏ ਜੁਆਇਨ ਕੀਤਾ ਅਤੇ ਐਜ਼ ਅ ਕੈਸ਼ੀਅਰ, ਹੈ ਨਾ, ਓਮਨੀ ਚੈਨਲ ਦੀ ਪੋਜੀਸ਼ਨ ਸੀਗੀ ਮੇਰੀ। ਅਤੇ ਬੇਸਿਕਲੀ ਤੁਸੀਂ ਕੈਸ਼ ਕਾਊਂਟ ਕਰਨਾ ਹੈ, ਰਿਟਰਨਸ, ਪਰਚੇਸਿਸ, ਐਕਸਚੇਂਜਿਸ, ਇਹ ਸਾਰੀ 'ਚ ਡੀਲ ਕਰਨਾ ਹੁੰਦਾ ਸੀ। ਅਤੇ ਮੈਂ ਫਸਟ ਡੇ ਗਈ, ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਨਾ ਹੁਣ ਆਪਣੀ ਟਿਲ ਕਾਊਂਟ ਕਰਨੀ ਹੈ। ਕੀ ਕਾਊਂਟ ਕਰਨੀ ਹੈ? ਟਿਲ ਕਾਊਂਟ ਕਰਨੀ ਹੈ। ਅਤੇ ਮੈਂ ਵੀ ਇਹੀ ਸੋਚਿਆ, ਮੈਂ ਕਿਹਾ ਵੀ ਟਿਲ ਕਾਊਂਟ ਕਰਨੀ ਹੈ। ਮੈਨੂੰ ਕਦੀ ਵਰਕ ਐਕਸਪੀਰੀਅੰਸ ਨਹੀਂ ਸੀ, ਲੇਕਿਨ ਆਪਣਾ ਹੀ ਬਿਜ਼ਨਸ ਸੀ, ਅਤੇ ਮੈਂ ਕਦੀ ਕਿਸੇ ਕੰਪਨੀ 'ਚ ਰਿਟੇਲ ਸਟੋਰ 'ਚ ਜਾ ਕੇ ਕੰਮ ਨਹੀਂ ਕੀਤਾ। ਅਤੇ ਮੈਂ 5 ਮਿੰਟਸ ਇਹਨੂੰ ਗੱਲ ਨੂੰ ਸੋਚਿਆ, ਮੈਂ ਕਿਹਾ ਵੀ ਟਿਲ ਕੀ ਹੁੰਦੀ ਹੈ, ਮੈਂ ਪੁੱਛਾਂ ਕਿ ਨਾ ਪੁੱਛਾਂ। ਡਰ ਵੀ ਆ ਰਹੀ ਸੀ ਕਿ ਸੋਚਣਗੇ ਕਿ ਇਹਨੂੰ ਟਿਲ ਨਹੀਂ ਪਤਾ। ਅਤੇ ਫਿਰ ਮੈਂ ਇੰਝ ਪੁੱਛ ਲਿਆ ਕਿ ਆਈ ਡੋਂਟ ਨੋ ਕਿ ਟਿਲ ਕੀ ਹੈ, ਵੀ ਐਕਸਪਲੇਨ ਕਰ ਦਿਓ ਵੀ ਕਿੱਦਾਂ ਕਾਊਂਟ ਕਰਨਾ ਹੈ। ਅਤੇ ਜੀ ਇੱਕ ਡਰਾਅਰ ਜਿਹਾ, ਕੈਸ਼ ਡਰਾਅਰ ਜਿਹਾ ਫੜਾਤਾ, ਉਹਦੇ $150 ਸੀਗੇ ਕਿ ਯੂ ਨੀਡ ਟੂ ਮੇਕ ਸ਼ੋਰ ਕਿ ਇਹਦੇ 'ਚ $150 ਨੇ, ਹੈ ਨਾ। ਅਤੇ ਉਹਨੇ ਮੈਨੂੰ ਕਾਊਂਟ ਕਰਨ ਲਾਤਾ। ਜੇ ਮੇਰੇ ਨਾਲ ਦੀ ਗੋਰੀ ਸੀਗੀ, ਉਹਨੇ ਲਾਈਕ 5 ਸੈਕਿੰਡ 'ਚ ਉਹ ਟਿਲ 150 ਕਾਊਂਟ ਕਰ ਲਈ। ਅਤੇ ਮੈਂ ਸਟਿਲ ਫਿਗਰ ਆਊਟ ਕਰ ਰਹੀ ਹਾਂ ਵੀ ਓਕੇ 5 ਸੈਂਟ ਆ, ਇਹ 10 ਸੈਂਟ ਆ, ਇਹ 25 ਸੈਂਟ ਆ। ਲਾਈਕ ਇਟ ਟੁਕ ਮੀ 15 ਮਿੰਟਸ। ਮੈਂ ਸੋਚਿਆ ਵੀ ਇਹ ਤਾਂ ਬਹੁਤ ਮਤਲਬ ਬੇਸ ਤੋਂ ਸ਼ੁਰੂ ਕਰਨਾ ਪੈ ਰਿਹਾ, ਵੀ ਮਤਲਬ ਬਹੁਤ ਟਾਈਮ ਲੱਗ ਰਿਹਾ। ਅਤੇ ਚਲੋ ਜੀ ਫਸਟ ਡੇ ਜਿੱਦਾਂ ਵੀ ਕੱਢਿਆ, ਹੈ ਨਾ, ਇੰਟਰੋਡਕਸ਼ਨ ਹੋਈ, ਟਿਲ ਤੋਂ ਫੈਮੀਲੀਅਰ ਹੋਇਆ। ਅਤੇ ਫਿਰ ਸੋਚਿਆ ਵੀ ਠੀਕ ਹੈ, ਦੇयर ਇਜ਼ ਲੋਟਸ ਟੂ ਲਰਨ, ਵੀ ਹਰ ਡੇ ਜਦ ਆਉਣਾ ਹੈ ਅਤੇ ਕੁਛ ਨਈ ਚੀਜ਼ ਮਤਲਬ ਕੰਮ 'ਤੇ ਸਿੱਖ ਕੇ ਜਾਣੀ ਹੈ, ਜਿਹਦੇ ਨਾਲ ਮੈਂ ਉਸ ਲੈਵਲ 'ਤੇ ਪਹੁੰਚਣਾ ਹੈ ਜਿੱਥੇ ਮੈਂ ਸੋਚ ਕੇ ਆਈ ਸੀ ਕਿ, ਹੈ ਨਾ, ਪਹੁੰਚਣਾ ਹੈ। ਅਤੇ ਮਤਲਬ ਇੱਦਾਂ ਹੀ ਹੌਲੀ ਹੌਲੀ ਇੱਦਾਂ ਸ਼ੁਰੂ ਕੀਤਾ, ਲਰਨਿੰਗ ਪ੍ਰੋਸੈਸ, ਹੈ ਨਾ। ਅਤੇ ਇੱਦਾਂ ਚੱਲਦਾ ਗਿਆ। ਮੈਂ ਉਹੀ ਗੱਲ ਕਰਦਾ ਸੀਗਾ ਵੀ ਹੁਣ ਮੈਂ ਇਹ ਸੋਚ ਰਿਹਾ ਸੀ ਵੀ ਜਦੋਂ ਇਹ ਪੋਡਕਾਸਟ ਆਪਾਂ ਸ਼ੁਰੂ ਕਰੀਏ ਨਾ, ਹੁਣ ਟੌਪਿਕ ਕੀ ਹੈ ਵੀ ਜਦੋਂ ਮੈਂ ਗੱਲ ਸਟਾਰਟ ਕੀਤੀ ਸੀ, ਜਦੋਂ ਅਸੀਂ ਆਉਂਦੇ ਹਾਂ ਜਿਹੜੇ ਇਹੋ ਜਿਹੀਆਂ ਕੰਪਨੀਜ਼ ਹੈ ਨਾ, ਵਾਲਮਾਰਟ ਹੋ ਗਿਆ, ਹੈ ਨਾ, ਬੈਸਟ ਬਾਏ ਹੋ ਗਿਆ, ਹੋਰ ਕਿੰਨੇ ਇਹੋ ਜਿਹੀ ਕੰਪਨੀਜ਼ ਹੁੰਦੀਆਂ ਮੈਨੂੰ ਫੇਮਸ ਆਪਣੇ ਸਿਡਨੀ ਤਾਂ ਦੋਨੇ ਜਿਹੜੀ ਵੱਡੀ ਕੰਪਨੀਜ਼ ਕਹਿ ਦੀ ਹੈ ਨਾ, ਉਹ ਆਹੀ ਹੈ ਦੋਨੇ। ਤਾਂ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਜੇ ਕਿਸੇ ਨੇ ਚੂਜ਼ ਕਰਨਾ ਹੋਵੇ ਬੈਸਟ ਬਾਏ ਐਜ਼ ਐਨ ਕਰੀਅਰ, ਤਾਂ ਕਿੰਨਾ ਸਕੋਪ ਹੈ ਅੱਗੇ, ਮਤਲਬ ਸਕਰੈਚ ਤੋਂ ਹੀ ਸ਼ੁਰੂ ਕਰਨਾ ਹੋਵੇ, ਐਸੋਸੀਏਟ ਜਿਸ ਤਰ੍ਹਾਂ ਹੁਣ ਬੱਚਾ ਆਉਂਦਾ ਸਟੱਡੀ ਬੇਸ 'ਤੇ ਨਾਲ ਪਾਰਟ ਟਾਈਮ ਕੰਮ ਕਰਨ ਲੱਗ ਜਾਂਦਾ, ਉਹਨੂੰ ਇਹੋ ਜਿਹਾ ਕੀ ਕਰਨਾ ਚਾਹੀਦਾ ਜੇ ਕੋਈ ਇੰਟਰਸਟਿਡ ਹੋਵੇ, ਹੈ ਨਾ। ਪਹਿਲੀ ਗੱਲ ਤਾਂ ਸਕੋਪ ਕੀ ਹੈ ਨਾ, ਅਤੇ ਜੇ ਸਕੋਪ ਹੈਗਾ ਅਤੇ ਉਸ ਤੋਂ ਬਾਅਦ ਉਹਨੂੰ ਕੀ ਕਰਨਾ ਚਾਹੀਦਾ ਵੀ ਉਹ ਮੇਕ ਸ਼ੋਰ ਕਰੇ ਵੀ ਜਦ ਨੂੰ ਉਹਦੀ ਸਟੱਡੀ ਖਤਮ ਹੋਵੇ, ਉਸ ਤੋਂ ਬਾਅਦ ਇੱਕ ਤਾਂ PR ਦਾ ਮਸਲਾ ਹੁੰਦਾ ਆਪਣਾ, ਹੈ ਨਾ, ਵੀ ਉਹ ਇਸ ਲੈਵਲ 'ਤੇ ਪਹੁੰਚ ਜੇ, ਵੀ ਇਸ ਜੋਬ 'ਤੇ ਪਹੁੰਚ ਜੇ, ਵੀ ਹਾਂ ਵੀ ਉਹਦਾ PR ਦਾ ਵੀ ਨਾਲ ਹੀ ਨਾਲ ਨਿਕਲ ਜੇ, ਅਤੇ ਨਾਲੇ ਉਹਦਾ ਟਾਈਮ ਵੇਸਟ ਨਾ ਹੋਵੇ। ਕਿਉਂਕਿ ਪਹਿਲਾਂ ਹੀ ਕਈ ਬੰਦੇ ਲੇਟ ਹੁੰਦੇ ਆ ਇੰਡੀਆ ਤੋਂ, ਹੈ ਨਾ। ਹੁਣ ਮੈਂ 25 ਸਾਲਾਂ ਦਾ ਸੀਗਾ ਜਦੋਂ ਆਇਆ, ਹੈ ਨਾ, ਹੁਣ 36 ਸਾਲ ਦੇ ਵੀ ਆ ਰਹੇ ਆ। ਜੇ ਕੋਈ ਯੰਗ ਬੱਚਾ ਹੈ ਨਾ, 21-22 ਸਾਲ ਦਾ, ਉਹ ਨਵਾਂ ਆਇਆ, ਉਹ 30-35 ਤੱਕ ਕਿਹੜੇ ਲੈਵਲ 'ਤੇ ਪਹੁੰਚ ਸਕਦਾ ਬੈਸਟ ਬਾਏ 'ਚ? ਦੇਖੋ, ਸਭ ਤੋਂ ਪਹਿਲੇ ਤਾਂ ਇਹ ਗੱਲ ਹੈ, ਮੈਨੂੰ ਲੱਗਦਾ ਕਿ PR ਦਾ ਸੋਚ ਕੇ ਜੋਬ ਸ਼ੁਰੂ ਹੀ ਨਹੀਂ ਕਰਨੀ ਚਾਹੀਦੀ। ਕਿਉਂਕਿ ਜੇ ਤੁਸੀਂ ਆਪਣਾ 100% ਕਿਤੇ ਵੀ ਦਿੰਦੇ ਹੋ, ਜੇ ਤੁਹਾਡੇ ਅੰਦਰ ਪੋਟੈਂਸ਼ੀਅਲ ਹੈ, ਲਾਈਕ ਜਦ ਮੈਂ ਬੈਸਟ ਬਾਏ ਜੁਆਇਨ ਕੀਤਾ ਸੀ, ਮੈਨੂੰ ਨਹੀਂ ਪਤਾ ਸੀ ਕਿ ਮੈਂ ਇਸ ਲੈਵਲ ਤੱਕ ਪਹੁੰਚੂੰਗੀ ਜਾਂ ਇਹ ਜੋਬ ਮੈਨੂੰ PR 'ਚ ਹੈਲਪ ਕਰੂਗੀ। ਕਿਉਂਕਿ ਜਦ ਅਸੀਂ ਸਿਡਨੀ ਆਏ, ਅਸੀਂ ਸੋਚਿਆ ਐਟਲਾਂਟਿਕ ਪ੍ਰੋਗਰਾਮ ਹੈ, AIPP, ਲਾਈਕ ਉਹੀ ਪ੍ਰੋਗਰਾਮ ਹੈ, ਅਤੇ ਕੁਛ ਵੀ ਕਰ ਲਓ 2 years ਸਟੱਡੀਜ਼ ਦੇ ਨਾਲ, ਇਨ ਦੀ ਐਂਡ ਤੁਸੀਂ ਐਟਲਾਂਟਿਕ ਪ੍ਰੋਗਰਾਮ ਦੇ ਥਰੂ ਹੀ PR ਹੋ ਸਕਦੇ ਹੋ, ਲਾਈਕ ਕੁਇਕੈਸਟ ਵੇ, ਹੈ ਨਾ। ਬਟ ਜਦ ਮੈਂ ਬੈਸਟ ਬਾਏ ਜੁਆਇਨ ਕੀਤਾ ਐਜ਼ ਅ ਪਾਰਟ ਟਾਈਮਰ, ਲਾਈਕ ਨੋਰਮਲ ਇੰਪਲੋਈ ਦੇ ਰੰਗ, ਲਾਈਕ ਰਿਟਰਨਸ, ਐਕਸਚੇਂਜਿਸ ਕਰਨੀਆਂ ਸ਼ੁਰੂ ਕੀਤੀਆਂ, ਮੈਂ ਹੌਲੀ ਹੌਲੀ ਸੋਚਿਆ ਕਿ ਵੀ ਰਿਟਰਨ ਆਪਾਂ ਪ੍ਰੋਡਕਟ ਕਰ ਰਹੇ ਹਾਂ। ਉਸ ਤੋਂ ਬਾਅਦ ਇਹ ਪ੍ਰੋਸੈਸ ਬਸ ਉੱਥੇ ਖਤਮ ਨਹੀਂ ਹੋ ਗਿਆ, ਇਹ ਪ੍ਰੋਸੈਸ ਬੈਕ ਐਂਡ 'ਤੇ ਜਾ ਰਿਹਾ, ਇਹ ਪ੍ਰੋਡਕਟਸ ਕਿਤੇ ਜਾ ਰਹੇ ਆ ਜਿਹਨੂੰ ਹੈੱਡਕੁਆਟਰਸ ਬੋਲ ਰਹੇ ਆ, ਡੀਪੋ ਜਾ ਰਹੇ ਆ, ਉੱਥੇ ਇਹ ਪ੍ਰੋਡਕਟਸ ਰਿਪੇਅਰ ਹੋ ਰਹੇ ਨੇ, ਕੁਛ ਸਟੋਰ 'ਚ ਵਾਪਸ ਆ ਰਹੇ ਨੇ, ਕੁਛ ਮਾਰਕੀਟ 'ਚ ਰੀਫਰਬਿਸ਼ ਮਿਲ ਰਹੇ ਨੇ। ਮੇਰੇ ਲਈ ਇਹ ਸਾਰਾ ਰੀਟੇਲ ਵਰਲਡ ਨਿਊ ਸੀ, ਅਤੇ ਮੈਂ ਸੋਚਿਆ ਕਿ ਇਹ ਜਿਹੜੀ ਜੋਬ ਹੈ ਇਹ ਸਟੋਰ ਤੱਕ ਨਹੀਂ ਹੈ,
ਦਿਸ ਇਜ਼ ਕਾਲਡ ਐਜ਼ ਆਪਰੇਸ਼ਨਸ। ਲਾਈਕ ਤੁਸੀਂ ਇੱਕ ਪੂਰਾ ਆਪਰੇਸ਼ਨ ਡਿਪਾਰਟਮੈਂਟ ਚਲਾ ਰਹੇ ਹੋ, ਤੁਸੀਂ ਇਹ ਦੇਖ ਰਹੇ ਹੋ ਵੀ ਟਰੱਕ 'ਚ ਸਮਾਨ ਆ ਰਿਹਾ ਜੇ ਬਰੈਂਪਟਨ ਤੋਂ ਸਿਡਨੀ ਤੱਕ, ਤੇ ਉੱਥੇ ਇੱਕ ਫੋਨ ਅਗਰ ਮਿਸਿੰਗ ਹੋ ਰਿਹਾ ਟਰੱਕ ਤੇ ਉਹ ਫੋਨ ਕਿੱਥੇ ਰਹਿ ਗਿਆ, ਲਾਈਕ ਪੂਰਾ ਲੌਜਿਸਟਿਕਸ ਤੁਸੀਂ ਇੱਕ ਸਟੱਡੀ ਕਰ ਰਹੇ ਹੋ। ਤੇ ਮੈਂ ਉਸ ਜੌਬ ਨੂੰ ਐਜ਼ ਅ ਕਸਟਮਰ ਜਾਂ ਕੈਸ਼ੀਅਰ ਦੀ ਜੌਬ ਨਹੀਂ ਸੋਚਿਆ, ਮੈਂ ਸੋਚਿਆ ਕਿ ਇਹਦੇ ਨਾਲ ਮੈਨੂੰ ਕਿੰਨਾ ਕੁਛ ਬੈਕ ਐਂਡ ਦਾ, ਕਿੰਨਾ ਕੁਛ ਲਾਈਕ ਐਜ਼ ਅ ਸੌਫਟਵੇਅਰ ਸਿੱਖਣ ਨੂੰ ਮਿਲ ਰਿਹਾ ਹੈ। ਲਾਈਕ ਆਈ ਐਮ ਨਾਟ ਅ ਐਕਸਲ ਪਰਸਨ, ਆਈ ਐਮ ਨਾਟ ਅ ਵਰਡ ਯੂਜ਼ਿੰਗ ਪਰਸਨ, ਲਾਈਕ ਮੈਂ ਉਨਾ ਯੂਜ਼ ਕਰ ਸਕਦੀ ਸੀ ਜਿੰਨਾ ਮੈਨੂੰ ਚਾਹੀਦਾ ਸੀ। ਬਟ ਲਾਈਕ ਟ੍ਰਿਕਸ ਐਂਡ ਸ਼ਾਰਟਕਟਸ ਆਫ ਯੂਜ਼ਿੰਗ ਐਕਸੈਲ ਐਂਡ ਆਲ, ਮੈਂ ਸਾਰਾ ਕੁਛ ਇਸੀ ਜੌਬ ਤੋਂ ਸਿੱਖਿਆ। ਤੇ ਇੱਕ ਚੀਜ਼ ਮੈਂ ਹੋਰ ਸਿੱਖੀ ਕਿ ਰੀਟੇਲ ਇਜ਼ ਨਾਟ ਗੈਰੰਟੀਡ, ओवरनाइट थिंग्स चेंज होती हैं। से अगर आप अपना मोटिव सही रख रहे हो कि आप हर दिन कुछ जा रहे हो तो कुछ सीख के आओगे, आप अपनी 100% पोटेंशियल के साथ कंसिस्टेंसी से काम करो। ये नहीं कि ओके अगर मुझे कैशियर से एज अ लाइक पार्ट टाइम कैशियर से फुल टाइम कैशियर प्रमोट कर दिया, मुझे हेल्थ बेनिफिट्स मिल गए तो दिस इज़ दी एंड, दैट्स द बिगनिंग। आपकी जर्नी वहाँ बिगिन हो रही है। अगर आप पार्ट टाइम से फुल टाइम पे जा रहे हो, अगर आप वो जर्नी कर सकते हो तो वाई नॉट सीनियर एडमिन, जो मैंने एज अ पार्ट टाइमर टू फुल टाइमर और फुल टाइमर टू सीनियर एडमिन 2 months में अचीव किया। लाइक व्हाट इज़ दी अदर पर्सन डूइंग, जो सीनियर एडमिन है मैं नहीं कर सकती वो, क्या मैं वेरिएंसेस फाइंड नहीं कर सकती, या मैं किसी का कैश फिक्स नहीं कर सकती, या मैं ट्रक रिसीव नहीं कर सकती, या उसे ऑडिट नहीं कर सकती? ऐसा तो कुछ नहीं है जो इम्पॉसिबल है अगर आप एक कंसिस्टेंट हो। तो 2 months में मैंने फुल टाइम से जब सीनियर एडमिन में स्विच किया तो फिर मुझे लगा नहीं ये तो अब एक और बिगनिंग है। लाइक अब मैं लीडरशिप में, मैंने मैनेजमेंट में स्टेप इन किया है। हाँ जी। तो अब मैं नेक्स्ट लेवल क्या करूं? सो अब इस धीरे धीरे जब भी मुझे बैक इन स्टोरीज पर कि एक गीक स्क्वाड सिटी है पूरी टोरंटो में, जहाँ पे ये सारे टेक्निकल एक्सपर्ट्स काम कर रहे हैं, फिर मुझे फाइलिंग का पता चला कि मुझे लगता था कि ये पेपर वर्क अगर हम फाइल कर रहे हैं तो ये सिर्फ मतलब ड्रॉर्स में रहेगी या श्रेड हो जाएगी। बट उसके बाद पता चला कि मॉन्गटन में एक टनल है, इट्स कॉल्ड लाइक आयरन माउंटेन, वहाँ पे ये पेपर वर्क लाइक लीगली स्टोर होगा फॉर 3 years। लाइक मतलब जितना आप मैनेजमेंट में गए आपको बैक एंड कंपनी के पता चले, आपका इंटरेस्ट बना ऑपरेशन में, लाइक यू आर लर्निंग एवरी डे एंड यू आर यूजिंग योर अकाउंटेंसी और कॉमर्स बैकग्राउंड दैट यू स्टडीड बैक होम हियर। तो ऐसा लगा कि नहीं, दिस इज़ द नेक्स्ट स्टेप। देन सडनली आपको पता ही है ये स्टोर का लीज ख़त्म हो गया, बड़े स्टोर का, तो स्मॉल स्टोर में हमें स्विच करना पड़ा। तो वो एक अनफॉर्चुनेट एक्सपीरियंस था। अभी तक भी हमारे माइंड में कुछ PR से रिलेटेड नहीं था। वी वर स्टिल थिंकिंग कि AIPP इज़ द थिंग जिससे PR होगी। हाँ जी। चलो सीनियर एडमिन मिला और साथ ही वर्क परमिट के लिए भी अप्लाई हो गया। अब जब वर्क परमिट के लिए अप्लाई किया तो थोड़ी रिसर्च की कि ये सीनियर एडमिन कुछ हेल्प कर सकता है कि नहीं। तो डिस्कवर हुआ कि जो रिस्पॉन्सिबिलिटीज़ हैं वो एक B लेवल जॉब में आती हैं कि ठीक है इससे हम नेक्स्ट लेवल पे जा सकते हैं, या PR में हेल्प कर सकती है। आपको 6 month या 1 year का एक्सपीरियंस चाहिए, कंप्लीट करना है। तो ठीक है पोजीशन ले ली सेम स्टोर में, और अनफॉर्चुनेट बीच में क्या हुआ कि स्टोर क्लोज हो गया, स्मॉल स्टोर में शिफ्ट हो गए। तो अब आपको अपनी पोजीशन लूज़ करनी थी, अब आपको एक लेवल डाउन आना था। या तो आप नॉर्मल एडवाइज़र लेवल पे आ जाओ, लाइक आपकी पे एंड ऑल एंड बेनिफिट सब सेम रहेंगे, बट आपका लेवल B से क्या हो रहा था C। ओके। अब आपको चूज़ करना था, या तो आप B से C पे चले जाओ और अगेन अपना एक्सपीरियंस शुरू करो, या फिर आप ਇਹ ਵੈਸੇ ਮੈਨੂੰ ਗੱਲ ਸਮਝ ਨਹੀਂ ਆਈ, ਸੈਂਸ ਜੀ ਨਹੀਂ ਬਣ ਰਹੀ। ਸਟੋਰ ਵੱਡੇ ਤੋਂ ਛੋਟਾ ਆਇਆ ਤੇ ਪੋਜੀਸ਼ਨ ਵੀ ਲੂਜ਼ ਹੋ ਰਹੀ ਹੈ ਨਾਲ ਦੀ ਨਾਲ। ਉਹਦੇ ਵਿੱਚ ਕੀ ਹੋਇਆ ਕਿ ਉਹਦੇ ਵਿੱਚ ਜਿਹੜਾ ਆਰਗੇਨਾਈਜੇਸ਼ਨ ਦਾ ਇੱਕ ਜਿਹੜਾ ਸਟਰਕਚਰ ਹੈ, ਆਰਗੇਨਾਈਜੇਸ਼ਨ ਇੱਕ ਸਟਰਕਚਰ ਹੁੰਦਾ, ਇੱਕ ਜਿਹੜਾ ਤੁਹਾਡੇ ਸਟੋਰ ਦਾ ਸਟਰਕਚਰ ਹੈ ਨਾ ਉਹ ਚੇਂਜ ਹੋ ਰਿਹਾ ਸੀਗਾ। ਲਾਈਕ ਸਟੋਰ ਦੀ ਜਿਹੜੀ ਮੈਨੇਜਮੈਂਟ ਦਾ ਸਟਰਕਚਰ ਉਹ ਚੇਂਜ ਹੋ ਰਿਹਾ ਸੀਗਾ, ਹੈ ਨਾ। ਅਤੇ ਉਹ ਇੱਕ ਜਿਹੜਾ ਸਟੋਰ ਹੈ ਉਹ ਆਪਾਂ ਐਗਜ਼ਾਮਪਲ ਲੈ ਲੈਂਦੇ ਹਾਂ, ਉਹ 2 million ਦੀ ਵਰਥ ਦਾ ਇੱਕ ਸਟੋਰ ਹੈ। ਅੱਛਾ ਠੀਕ ਹੈ, ਆਪਾਂ ਕਹਿੰਦੇ ਹਾਂ ਕਿ ਸਾਲ ਦਾ ਉਹ ਸਟੋਰ 2 million 15 million 20 million ਦੀ ਵਰਥ ਦਾ ਸਟੋਰ ਹੈ ਕਿ ਇੰਨਾ ਉਹਨੇ ਰੈਵਨਿਊ ਜਨਰੇਟ ਕਰਕੇ ਦੇਣਾ ਕੰਪਨੀ ਨੂੰ। ਉਸ ਤੋਂ ਬਾਅਦ ਜਦੋਂ ਉਹ ਮਤਲਬ ਸਟੋਰ ਛੋਟਾ ਹੋ ਰਿਹਾ ਤਾਂ ਓਬਵੀਅਸ ਗੱਲ ਹੈ ਸਟੋਰ ਦੇ ਵਿੱਚ ਪ੍ਰੋਡਕਟ ਘੱਟ ਹੋਊਗਾ, ਓਬਵੀਅਸ ਗੱਲ ਹੈ ਲਾਈਕ ਹੈ ਨਾ, ਹਰ ਚੀਜ਼ ਘੱਟ ਹੋਊਗੀ ਅਤੇ ਉਹਦੇ ਨਾਲ ਉਹਨਾਂ ਦੀ ਰੈਵਨਿਊ ਜਨਰੇਟ 'ਤੇ ਵੀ ਫਰਕ ਪਊਗਾ, ਰੈਵਨਿਊ ਵੀ ਘੱਟ ਆਊਗੀ। ਅਤੇ ਉਹ ਲਾਈਕ 2 million ਦੇ ਸਟੋਰ ਤੋਂ ਲੈ ਕੇ ਜੇ ਉਹ ਸਪੋਜ਼ ਕਰ ਲਓ ਕਿ 1 million ਦੇ ਸਟੋਰ 'ਤੇ ਉਹ ਆ ਰਿਹਾ ਹੈ ਨਾ, ਅਤੇ 1 million ਸਟੋਰ ਦੇ ਵਿੱਚ ਉਹਨਾਂ ਨੂੰ ਉੱਡੀ ਵੱਡੀ ਮੈਨੇਜਮੈਂਟ ਨਹੀਂ ਚਾਹੀਦੀ।
ਉੱਥੇ ਲੋਕੀ ਹੋਣਗੇ ਘੱਟ ਲੋਕ। ਨਹੀਂ, ਮੈਨੇਜਮੈਂਟ ਐਜ਼ ਐਨ ਆਪਾਂ ਮੈਨ ਪਾਵਰ ਘੱਟ ਕਰ ਸਕਦੇ ਹਾਂ, ਪਰ ਇੱਥੇ ਕੀ ਹੋ ਰਿਹਾ, ਇੱਥੇ ਪੋਜੀਸ਼ਨ ਥੱਲੇ ਆ ਰਹੀ ਹੈ ਬੰਦਿਆਂ ਦੀ। ਕਿਉਂਕਿ ਭਾਈ ਉਹਦੇ ਇੱਕ ਨਾ ਆਰਗੇਨਾਈਜੇਸ਼ਨਲ ਸਟਰਕਚਰ ਦੇ ਵਿੱਚ ਕੀ ਹੁੰਦਾ ਹੈ ਕਿ ਤੁਹਾਡਾ ਸਾਈਜ਼ ਆਫ ਬਿਜ਼ਨਸ ਕੀ ਹੈ, ਉਹਨੂੰ ਦੇਖ ਕੇ ਇੱਕ ਮੈਨੇਜਮੈਂਟ ਤੁਸੀਂ ਸੈੱਟ ਕਰਦੇ ਹੋ ਕਿ ਠੀਕ ਹੈ ਕਿ ਮੇਰਾ ਬਿਜ਼ਨਸ ਵੱਡਾ ਹੈ ਅਤੇ ਮੈਨੂੰ ਇਸ ਦੇ ਵਿੱਚ ਇੱਕ ਸਪੈਸੀਫਿਕ ਇਹਦੇ ਵਿੱਚ ਮੈਨੂੰ ਇੱਕ ਸਪੈਸੀਫਿਕ ਡਿਪਾਰਟਮੈਂਟ ਮੈਨੇਜਰ ਚਾਹੀਦਾ। ਜਿੱਦਾਂ ਹੁਣ ਵਾਲਮਾਰਟ ਹੈ, ਵਾਲਮਾਰਟ ਦਾ ਆਪਣਾ ਡਿਪਾਰਟਮੈਂਟ ਦਾ ਇੱਕ ਮੈਨੇਜਰ ਹੈ, ਹਾਂਜੀ ਠੀਕ ਹੈ। ਉਸ ਤੋਂ ਬਾਅਦ ਫਿਰ ਤੁਹਾਡਾ ਅਸਿਸਟੈਂਟ ਸਟੋਰ ਮੈਨੇਜਰ ਹੈ, ਉਹ ਵੀ ਵਾਲਮਾਰਟ ਦਾ ਅਲੱਗ-ਅਲੱਗ ਡਿਪਾਰਟਮੈਂਟ ਦਾ ਆਪਣਾ ਜੋ ਇੱਕ ਸਟੋਰ ਮੈਨੇਜਰ ਨੂੰ ਅਸਿਸਟ ਕਰ ਰਿਹਾ ਹੈ ਨਾ, ਕਿਉਂਕਿ ਇੱਕ ਬਹੁਤ ਬੜੀ ਕੰਪਨੀ ਹੈ, ਉਹ ਬਹੁਤ ਵੱਡਾ ਸਟੋਰ ਹੈ, ਉੱਥੇ ਉਹ ਬੰਦਿਆਂ ਦੀ ਲੋੜ ਹੈ ਕਿਉਂਕਿ ਇਕੱਲਾ ਬੰਦਾ ਸੁਪਰਵਾਈਜ਼ ਨਹੀਂ ਕਰ ਸਕਦਾ ਏਡੇ ਵੱਡੇ ਸਟੋਰ ਨੂੰ, ਹੈ ਨਾ। ਤਾਂ ਉਹਨਾਂ ਨੂੰ ਇਹ ਚੀਜ਼ਾਂ ਦੀ ਲੋੜ ਹੈ, ਇੱਕ ਹੈਰਾਕੀ ਦੀ ਲੋੜ ਹੈ। ਬਟ ਜਦੋਂ ਤੁਹਾਡਾ ਸਟੋਰ ਛੋਟਾ ਹੈ, ਉੱਥੇ 2 ਮੈਨੇਜਰ ਦੀ ਜਗ੍ਹਾ ਇੱਕ ਮੈਨੇਜਰ ਹੈਂਡਲ ਕਰ ਸਕਦਾ। ਤਾਂ ਕਰਕੇ ਜਦੋਂ ਸਟੋਰ ਦਾ ਜਿਹੜਾ ਸਟਰਕਚਰ ਹੈ ਚੇਂਜ ਹੋਇਆ, ਜੋ ਮੈਨੇਜਮੈਂਟ ਦਾ ਜਿਹੜਾ ਸਟਰਕਚਰ ਹੈ ਚੇਂਜ ਹੋਇਆ, ਅਤੇ ਜਿਹੜੀ ਇਹਨਾਂ ਦੀ ਪੋਜੀਸ਼ਨ ਸੀਗੀ ਉਹਦੀ ਲੋੜ ਨਹੀਂ ਸੀਗੀ। ਅਤੇ ਉਹਦੀ ਲੋੜ ਇਸ ਕਰਕੇ ਨਹੀਂ ਸੀਗੀ ਕਿ ਸਾਨੂੰ ਇਸ ਪੋਜੀਸ਼ਨ ਦੇ ਉੱਤੇ 2 ਮੈਨੇਜਰ ਨਹੀਂ ਚਾਹੀਦੇ, ਅਸੀਂ ਇੱਕ ਮੈਨੇਜਰ ਨਾਲ ਕੰਮ ਚਲਾ ਸਕਦੇ ਹਾਂ। ਕੰਪਨੀ ਜੇ ਰੈਵਨਿਊ ਘੱਟ ਜਨਰੇਟ ਕਰ ਰਹੀ ਹੈ ਤਾਂ ਕੰਪਨੀ ਆਪਣੀ ਕਾਸਟ ਨੂੰ ਵੀ ਕੰਟਰੋਲ ਕਰਨਾ ਚਾਹੁੰਦੀ ਹੈ ਕਿ ਸਾਡੇ ਪ੍ਰੋਫਿਟ ਜਿਹੜੇ ਮਾਰਜਨ ਆ ਉਹ ਸੈੱਟ ਰਹਿਣ, ਹੈ ਨਾ। ਅਤੇ ਉਸ ਚੱਕਰ ਦੇ ਵਿੱਚ ਜਦੋਂ ਇਹਨਾਂ ਦੀ ਪੋਜੀਸ਼ਨ ਉੱਥੇ ਨਹੀਂ ਸੀਗੀ ਤਾਂ ਇਹਨਾਂ ਕੋਲ ਆਪਸ਼ਨ ਸੀਗਾ ਰੈਦਰ ਕਿ ਤੁਸੀਂ ਸਟੈਪ ਡਾਊਨ ਹੋ ਜਾਓ, ਅਸੀਂ ਤੁਹਾਨੂੰ ਕੰਪਨੀ 'ਚ ਰੱਖਣਾ ਚਾਹੁੰਦੇ ਹਾਂ, ਅਸੀਂ ਤੁਹਾਨੂੰ ਲੂਜ਼ ਨਹੀਂ ਕਰਨਾ ਚਾਹੁੰਦੇ, ਤੁਸੀਂ ਸਟੈਪ ਡਾਊਨ ਹੋ ਜਾਓ, ਤੁਸੀਂ ਸਾਡੇ ਨਾਲ ਕੰਮ ਕਰਦੇ ਰਹੋ। ਅਤੇ ਦੂਜੀ ਆਪਸ਼ਨ ਜੋ ਕਿ ਅਸੀਂ ਸ਼ਾਇਦ ਬਹਿ ਕੇ ਗੱਲ ਕੀਤੀ ਕਿ ਆਪਾਂ ਘਰ ਛੱਡ ਕੇ ਆਏ ਹਾਂ, ਆਪਾਂ ਇੰਡੀਆ ਸਾਰਾ ਕੁਝ ਛੱਡ ਆਏ ਹਾਂ, ਹੈ ਨਾ। ਅਤੇ ਆਪਾਂ ਇੰਡੀਆ ਸਾਰਾ ਕੁਝ ਛੱਡ ਕੇ ਆ ਗਏ ਹਾਂ, ਅਤੇ ਹੁਣ ਜਦੋਂ ਇਹ ਦੇਸ਼ ਦੇ ਵਿੱਚ ਹਜੇ ਆਪਣਾ ਉਰੇ ਕੁਛ ਨਹੀਂ ਗਾ, ਆਪਾਂ ਹਜੇ ਬਾਗੀ ਹਾਂ, ਆਪਾਂ ਕਿਤੇ ਵੀ ਜਾ ਸਕਦੇ ਹੈ ਨਾ। ਅਤੇ ਅਸੀਂ ਫਿਰ ਡਿਸਾਈਡ ਕੀਤਾ ਕਿ ਯਾਰ ਜਦੋਂ ਆਪਣਾ ਸਾਰਾ ਕੁਝ ਪਿੱਛੇ ਛੱਡ ਆ ਗਏ, ਜਿੱਥੇ 23-24 ਸਾਲ ਦੀ ਜ਼ਿੰਦਗੀ ਜਿਹੜੇ ਘਰ ਦੇ ਵਿੱਚ ਕੱਟੀ ਸੀ, ਜਦੋਂ ਉਹੀ ਘਰ ਛੱਡ ਕੇ ਆ ਗਏ ਤਾਂ ਹੁਣ ਆ ਕਿਰਾਏ ਦੇ ਘਰ ਨਾਲ ਕਾਹਦਾ ਮੂੰਹ ਪਾਈਏ, ਹੈ ਨਾ। ਅਤੇ ਅਸੀਂ ਸੋਚਿਆ ਕਿ ਚਲੋ ਠੀਕ ਹੈ, ਆਪਾਂ ਟਰਾਈ ਕਰਦੇ ਹਾਂ, ਆਪਾਂ ਆਪਣੀ ਓਪਰਚੁਨਿਟੀਜ਼ ਨੂੰ ਐਕਸਪਲੋਰ ਕਰਦੇ ਹਾਂ, ਜੇ ਆਪਾਂ ਨੂੰ ਕੋਈ ਵਧੀਆ ਆਪਸ਼ਨ ਮਿਲਦੀ ਹੈ ਆਪਾਂ ਮੂਵ ਕਰ ਜਾਂਦੇ ਹਾਂ, ਹੈ ਨਾ। ਅਤੇ ਫਿਰ ਨੌਕ ਔਨ ਵੁੱਡ ਭਾਅ ਜੀ ਸਾਨੂੰ ਇੰਨੇ ਕੁ ਜ਼ਿਆਦਾ ਵਧੀਆ ਮੈਨੇਜਰ ਮਿਲੇ ਨਾ, ਡਿਸਟ੍ਰਿਕਟ ਮੈਨੇਜਰ ਨਾਲ ਸਾਡੀ ਸਿੱਧੀ ਮਤਲਬ ਮੀਟਿੰਗ ਕਰਵਾਈ ਮੈਨੇਜਰਸ ਨੇ, ਅਤੇ ਡਿਸਟ੍ਰਿਕਟ ਮੈਨੇਜਰ ਨੇ ਬੋਲਿਆ ਕਿ ਕੋਈ ਨਹੀਂ, ਤੁਸੀਂ ਜਾ ਕੇ ਕੰਪਨੀ ਦੇ ਇੰਟਰਨਲ ਪੋਰਟਲ 'ਤੇ ਜਾ ਕੇ ਦੇਖੋ, ਜੇ ਤੁਹਾਨੂੰ ਕੋਈ ਓਪਨਿੰਗ ਉੱਥੇ ਦਿਖਦੀ ਹੈ ਜਿਹਦੇ ਵਿੱਚ ਤੁਸੀਂ ਇੰਟਰਸਟਿਡ ਹੋ, ਤੁਸੀਂ ਉਹਦੇ ਵਾਸਤੇ ਅਪਲਾਈ ਕਰੋ। ਆਈ'll ਮੇਕ ਸ਼ੋਰ ਕਿ ਜੇ ਤੁਹਾਡੀ ਇੰਟਰਵਿਊ ਵਧੀਆ ਹੁੰਦੀ ਹੈ, ਤੁਹਾਡੀ ਸਿਲੈਕਸ਼ਨ ਹੁੰਦੀ ਹੈ, ਆਈ'll ਮੇਕ ਸ਼ੋਰ ਕਿ ਮੈਂ ਤੁਹਾਨੂੰ ਹੈਲਪ ਕਰਾਂ ਤੁਹਾਡੇ ਮੂਵਿੰਗ ਐਕਸਪੈਂਸਿਸ ਦੇ ਵਿੱਚ, ਜੋ ਕਿ ਸ਼ਾਇਦ ਨਹੀਂ ਕਰਦਾ ਕੋਈ, ਏਡੀ ਛੋਟੀ ਪੋਜੀਸ਼ਨ ਦੇ ਉੱਤੇ ਤੁਹਾਨੂੰ ਸ਼ਾਇਦ ਕੋਈ ਨਹੀਂ ਕਰੇਗਾ। ਬਿਲਕੁਲ। ਅਤੇ ਇਹਨਾਂ ਨੇ ਫਿਰ ਉਹ ਆਪਣੀ ਓਪਰਚੁਨਿਟੀ ਐਕਸਪਲੋਰ ਕੀਤੀ, ਇਹਨਾਂ ਨੇ ਦੇਖਿਆ ਕਿ ਠੀਕ ਹੈ ਵੀ ਕਿਸ ਚੀਜ਼ ਵਾਸਤੇ ਮੈਨੂੰ ਜ਼ਿਆਦਾ ਫਾਇਦਾ ਹੈ ਨਾ। ਉਹ ਐਕਸਪਲੋਰ ਕਰਕੇ ਇਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਹੀ ਜਿਹੜੇ ਸੀਨੀਅਰ ਐਡਮਿਨ ਸੀਗੇ, ਜਿਹੜੇ ਮੈਨੇਜਰ ਨੂੰ ਰਿਪੋਰਟ ਕਰਦੇ ਸੀਗੇ, ਇਮੀਡੀਏਟ ਜਨਰਲ ਮੈਨੇਜਰ ਸੀਗਾ, ਇਹਨਾਂ ਨੂੰ ਉਹ ਵਾਲੀ ਪੋਜੀਸ਼ਨ ਵਾਸਤੇ ਇੰਟਰਵਿਊ ਕੀਤਾ ਗਿਆ। ਉਹ ਇੱਕ ਸਟੈਪ ਅਬਵ ਸੀਗਾ, ਇਹਨਾਂ ਵਾਸਤੇ ਇੱਕ ਖੁਸ਼ੀ ਵੀ ਸੀਗੀ ਕਿ ਇੱਕ ਸਟੈਪ ਉੱਪਰ ਹੈ। ਅਤੇ ਇਹਨਾਂ ਨੇ ਜਾ ਕੇ ਉਸ ਚੀਜ਼ ਵਾਸਤੇ ਇੰਟਰਵਿਊ ਕੀਤਾ, ਇਹਨਾਂ ਦੀ ਸਿਲੈਕਸ਼ਨ ਹੋ ਗਈ। ਅਤੇ ਉਸ ਤੋਂ ਬਾਅਦ ਫਿਰ ਓਨਰ ਕੰਪਨੀ ਨੇ ਮੇਕ ਸ਼ੋਰ ਕੀਤਾ ਕਿ ਮਤਲਬ ਅਸੀਂ ਇੱਕ ਵੈਲਿਊਏਬਲ ਪਰਸਨ ਨੂੰ ਇੱਕ ਹੋਰ ਓਪਰਚੁਨਿਟੀ ਦੇ ਰਹੇ ਹਾਂ ਅਤੇ ਆਪਾਂ ਉਹਨਾਂ ਨੂੰ ਲੂਜ਼ ਨਹੀਂ ਕਰਨਾ। ਕੰਪਨੀ ਨੇ ਇਹਨਾਂ ਦਾ ਧਿਆਨ ਰੱਖਿਆ, ਮੂਵਿੰਗ ਐਕਸਪੈਂਸਿਸ ਦੇ ਵਿੱਚ ਹੈਲਪ ਕੀਤੀ। ਜਦੋਂ ਉਰੇ ਮੂਵ ਹੋਏ ਤਾਂ ਸਾਰਿਆਂ ਨੇ ਮੇਕ ਸ਼ੋਰ ਕੀਤਾ ਕਿ ਕੰਫਰਟੇਬਲ ਹੈਗੇ ਆ, ਰਹਿਣ ਵਾਸਤੇ ਜਗ੍ਹਾ ਮਿਲ ਗਈ ਆ, ਕਿ ਮਤਲਬ ਸਹੀ ਆ, ਕਿਤੇ ਕੋਈ ਰਹਿਣ ਦੇ ਵਿੱਚ ਕੋਈ ਦਿੱਕਤ ਤਾਂ ਨਹੀਂ ਹੈਗੀ, ਕਿ ਨਵਾਂ ਏਰੀਆ, ਕਿ ਸਾਨੂੰ ਏਰੀਆ ਦਾ ਪਤਾ ਹੈ ਕਿ ਤੁਸੀਂ ਕਿਹੋ ਜਿਹੇ ਏਰੀਆ ਦੇ ਵਿੱਚ ਰਹਿਣਾ ਹੈ, ਕਿੱਥੇ ਤੁਸੀਂ ਅਵੋਇਡ ਕਰਨਾ, ਤਾਂ ਸਾਰਾ ਕੁਛ ਮੇਕ ਸ਼ੋਰ ਕੀਤਾ। ਉਸ ਤੋਂ ਬਾਅਦ ਉਹੀ ਟਰਨਿੰਗ ਪੁਆਇੰਟ ਸੀਗਾ ਕਿ ਜਦੋਂ ਉਸ ਛੋਟੀ ਮਾਰਕੀਟ ਤੋਂ ਨਿਕਲ ਕੇ ਇੱਕ ਬੜੀ ਮਾਰਕੀਟ ਦੇ ਵਿੱਚ ਆਏ ਤਾਂ ਆ ਕੇ ਪਤਾ ਲੱਗਿਆ ਕਿ ਨਹੀਂ, ਇਹ ਜਿੰਨੀ ਪਿਕਚਰ ਅਸੀਂ ਦੇਖ ਰਹੇ ਸੀਗੇ ਇਸ ਤੋਂ ਵੀ ਵੱਡੀ। ਇੱਦਾਂ ਵੀ ਹੁੰਦਾ, ਆਪਾਂ ਸ਼ਿਵਾਨੀ ਜਦੋਂ ਪਹਿਲਾਂ ਵੀ ਗੱਲ ਕੀਤੀ ਸੀ, ਜਿਸ ਤਰ੍ਹਾਂ ਸਿਡਨੀ ਰਹੇ ਆਪਾਂ ਸ਼ੁਰੂ ਤੋਂ, ਇੱਕ ਸਰਕਲ ਬਣ ਜਾਂਦਾ ਬੰਦੇ ਦਾ, ਹੈ ਨਾ। ਫਿਰ ਹੈ ਨਾ ਉਹੀ ਮਤਲਬ ਵੀਕਐਂਡ ਆਇਆ ਜੀ, ਚਲੋ ਮਿਲੀਏ, ਹੈ ਨਾ, ਬੈਠੀਏ, ਹੈ ਨਾ। ਜਿੱਥੇ ਹੁਣ ਕਈਆਂ ਨੂੰ ਮੂਵਿੰਗ 'ਚ ਬਹੁਤ ਪ੍ਰੋਬਲਮ ਹੁੰਦੀ ਹੈ, ਸਮਾਨ ਚੱਕਣਾ, ਹੈ ਨਾ, ਇੱਥੋਂ ਫਿਰ ਬੰਦਾ ਉੱਥੇ ਕਾਲ ਕਰ ਜਾਂਦਾ ਥੋੜ੍ਹੀ ਜਿਹੀ, ਹੈ ਨਾ। ਤਾਂ ਹੁਣ ਕਈ ਵਾਰੀ ਕੋਈ ਓਪਰਚੁਨਿਟੀ ਦਿਖਦੀ ਹੈ ਬੰਦੇ ਨੂੰ, ਪਰ ਥੋੜ੍ਹਾ ਬੰਦਾ ਹੈਜ਼ੀਟੇਟ ਕਰਦਾ ਉਹ ਗ੍ਰੈਬ ਕਰਨ 'ਚ, ਜੇ ਬੰਦੇ ਨੂੰ ਥੋੜ੍ਹਾ ਆਪਣੇ ਉਹ ਕੰਫਰਟ ਜ਼ੋਨ ਤੋਂ ਬਾਹਰ ਜਾਣਾ ਪਵੇ, ਹੈ ਨਾ। ਪਰ ਉਹ ਵਰਥ ਇਟ ਹੈ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸੀਗੇ, ਹੈ ਨਾ। ਟਾਈਮ ਸਿਰ ਜੇ ਤੁਹਾਨੂੰ ਕੋਈ ਓਪਰਚੁਨਿਟੀ ਮਿਲੇ ਆਪਣੇ ਕੰਫਰਟ ਜ਼ੋਨ ਤੋਂ ਬਾਹਰ ਜਾਣਾ ਹੋਵੇ, ਹੈ ਨਾ। ਹੁਣ ਸਿਡਨੀ ਤੋਂ ਤੁਸੀਂ ਹੈਲੀਫੈਕਸ ਮੂਵ ਹੋਏ ਹੋ, ਹੈ ਨਾ, ਉੱਥੋਂ ਸਾਰਾ ਸਰਕਲ ਟੁੱਟ ਜਾਂਦਾ ਬੰਦੇ ਦਾ, ਹੈ ਨਾ। ਨਵੀਂ ਜਗ੍ਹਾ ਫਿਰ 2-3 ਮਹੀਨੇ ਵੈਸੀ ਸੈਟਿੰਗ ਨਹੀਂ ਆਉਂਦੀ ਬੰਦੇ ਦੀ, ਨਾ ਸਰਕਲ ਬਣਦਾ, ਹੈ ਨਾ ਕਿਸੇ ਦਿਨ ਦਿਲ ਮਿਲਦਾ, ਪਰ ਫਿਰ ਵੀ ਉਹ ਵੀ ਇੱਕ ਅਲੱਗ ਚੈਪਟਰ ਹੈ ਜਦੋਂ ਮੂਵ ਹੋਏ। ਹਾਂਜੀ, ਉਹ ਵੀ ਇੱਕ ਅਲੱਗ ਐਕਸਪੀਰੀਅੰਸ ਸੀਗਾ, ਉਰੇ ਆ ਕੇ ਵੀ ਮਤਲਬ ਅਲੱਗ ਚੀਜ਼ ਨੂੰ ਐਕਸਪੀਰੀਅੰਸ ਕੀਤਾ, ਹੈ ਨਾ। ਪਰ ਐਂ ਵੀ ਹੁੰਦਾ ਹੈ ਨਾ ਕਿ ਮਤਲਬ ਇਹ ਓਪਰਚੁਨਿਟੀ ਆਈ, ਇਹ ਤਾਂ ਗ੍ਰੈਬ ਕਰ ਲਈ, ਪਰ ਇਸ ਤੋਂ ਪਹਿਲਾਂ ਵੀ ਸੇਮ ਓਪਰਚੁਨਿਟੀ ਆਈ ਸ਼ਾਰਲਟ ਟਾਊਨ 'ਚ,
ਤੇ ਹਲੇ ਕੁਝ ਨਹੀਂ ਸੀ ਕਿ ਸਟੋਰ ਬੰਦ ਹੋਣਾ ਹੈ, ਉਸ ਟਾਈਮ ਇਹ ਨਹੀਂ ਚੱਲ ਰਿਹਾ ਸੀ। ਤੇ ਇੱਦਾਂ ਹੀ ਮੈਂ ਪੋਰਟਲ ਤੇ ਓਪਰਚੁਨਿਟੀ ਦੇਖੀ ਟੀਮ ਲੀਡ ਆਪਰੇਸ਼ਨਸ ਦੀ, ਮੈਂ ਅਪਲਾਈ ਕਰਤਾ, ਮੇਰਾ ਵੀਡੀਓ ਤੇ ਇੰਟਰਵਿਊ ਹੋਇਆ, ਮੇਰੀ ਸਿਲੈਕਸ਼ਨ ਹੋ ਗਈ। ਤੇ ਮੈਂ ਤੁਹਾਨੂੰ ਵੀ ਕਾਲ ਕੀਤਾ ਸੀ ਪੁੱਛਣ ਨੂੰ ਵੀ ਸ਼ਾਰਲਟ ਟਾਊਨ 'ਚ ਰੂਮ ਅਰੇਂਜ ਕਰਵਾਓ ਕਿ ਮੈਂ ਮੂਵ ਹੋਣਾ। ਪਰ ਉਹ ਰਾਤ ਬਸ ਨੀਂਦ ਨਹੀਂ ਆਈ ਵੀ ਨਹੀਂ, ਸ਼ਾਰਲਟ ਟਾਊਨ ਦੇ ਆਪਣੇ ਰੂਲਸ ਨੇ, ਤੇ ਕੋਵਿਡ ਉਸ ਟਾਈਮ ਬਹੁਤ ਪੀਕ ਤੇ ਸੀਗਾ ਵੀ ਕਿ ਜੇ ਮਤਲਬ ਉਹੀ ਸੀ ਕਿ ਆਪਣੀ ਇੱਕ ਕੋਕੂਨ, ਇੱਕ ਕੰਫਰਟ ਲੈਵਲ ਛੱਡ ਨਹੀਂ ਹੋ ਰਿਹਾ ਸੀ। ਸ਼ਾਰਲਟ ਟਾਊਨ ਦੇ ਪ੍ਰੋਵਿੰਸ ਦੇ ਆਪਣੇ ਰੂਲ ਸੀ ਕਿ ਬੈਸਟ ਬਾਏ ਦੇ ਆਪਣੇ ਕੁਝ ਅਲੱਗ ਰੂਲ? ਸ਼ਾਰਲਟ ਟਾਊਨ ਦੀ ਐਂਟਰੀ ਦੇ ਰੂਲ ਸੀਗੇ। ਅੱਛਾ, ਐਂਟਰੀ। ਸ਼ਾਰਲਟ ਟਾਊਨ ਕੋਵਿਡ 'ਚ ਮਤਲਬ ਅਪਰੂਵਲ ਲੈਣਾ ਪੈਂਦਾ ਸੀਗਾ ਤੁਹਾਨੂੰ ਬਾਰਡਰ ਕ੍ਰਾਸ ਕਰਨ ਲਈ। ਤੇ ਮੈਨੂੰ ਇਹ ਸੀਗਾ ਕਿ ਜੇ मैं होम सिक हो गई, लाइक इफ़ आई वांट टू विजिट अंकल आंटी जिनके साथ मैं रह रही हूँ, तो मैं शायद नहीं आ पाऊँगी। तो ये सारे थॉट्स ने इतना हॉन्ट किया। फिर ये सोचा कि इफ़ आई एम केपेबल इनफ, और अगर मुझे सीनियर एडमिन ही, फिर थॉट आया कि अगर सीनियर एडमिन से ही PR में हेल्प हो रही है तो वाई टू ग्रैब टीम लीड ऑपरेशन अपॉर्चुनिटी इन डिफरेंट प्रोविंस जहाँ पे होम सिकनेस आएगी और सब कुछ स्क्रैच से शुरू करना पड़ेगा। तो वो अपॉर्चुनिटी छोड़ दी। पर उस टाइम भी यही था कि मे बी लास्ट अपॉर्चुनिटी तो नहीं लाइफ की, अगर ये छोड़ दी दोबारा मिलेगी या नहीं मिलेगी। उस टाइम जब तुसी छड्डी सी तो रिग्रेट होंदा सी बाद चों भी? हाँ भी मान लो जदों ना बोल के आ गए सी भी नहीं, जब ना बोल देते हैं ना हम किसी चीज़ को और वापस काम पे चले जाते हैं सीनियर एडमिन लेवल पे ही, और देखते हैं कि यार आज जिसको मैं रिपोर्ट कर रही हूँ मैंने ये होना था, तो रिग्रेट हो रहा था कि बोनस पोजीशन है, अच्छा पे है, मतलब ठीक है, मैंने बस एक होम सिकनेस जब अपना घर छोड़ के आ गई थी तो शायद मैं मूव कर सकती थी। बहुत ज़्यादा रिग्रेट हुआ था, पर फिर सोचा कि नहीं, कि अब जो भी अपॉर्चुनिटी आएगी उसको नहीं छोड़ना, वो ग्रैब कर ही लेनी है। तो पता नहीं स्टोर का बंद होना एक अपॉर्चुनिटी था कि स्टोर छोटा हो रहा है, ये एक अपॉर्चुनिटी के रूप में मेरे लिए आया कि मुझे लगा कि ਨਹੀਂ ਤਾਂ ਹੁਣ ਜਿਸ ਤਰ੍ਹਾਂ ਦੇਖੋ ਅਸੀਂ ਪਹਿਲਾਂ ਗੱਲ ਕਰਦੇ ਸੀਗੇ ਵੀ ਕੋਈ ਓਪਰਚੁਨਿਟੀ ਆਉਂਦੀ ਹੈ ਆਪਣੇ ਬੰਦੇ ਨੂੰ ਕੰਫਰਟ ਜ਼ੋਨ ਤੋਂ ਬਾਹਰ ਨਿਕਲ ਕੇ ਉਹ ਗ੍ਰੈਬ ਕਰ ਲੈਣੀ ਚਾਹੀਦੀ ਹੈ ਨਾ। ਤੇ ਹੁਣ ਜਿਸ ਤਰ੍ਹਾਂ ਇਸ ਸਿਨੈਰੀਓ ਨੂੰ ਦੇਖਦੇ ਹੋ ਤੁਸੀਂ ਹੈ ਨਾ, ਜਿਸ ਤਰ੍ਹਾਂ ਹੁਣ ਇੱਥੇ ਤੁਸੀਂ ਉਹ ਡਿਸਾਈਡ ਕੀਤਾ ਵੀ ਮੈਂ ਨਹੀਂ ਆਪਟ ਕਰੂੰਗੀ ਇਹ ਚੀਜ਼ ਹੈ ਨਾ, ਕੋਈ ਓਪਰਚੁਨਿਟੀ ਮਿਲ ਰਹੀ ਸੀ, ਤਾਂ ਹੁਣ ਤੁਸੀਂ ਉਸ ਚੀਜ਼ ਨੂੰ ਕਿੱਦਾਂ ਦੇਖਦੇ ਹੋ ਵੀ ਉਹ ਤੁਸੀਂ ਡਿਸੀਜਨ ਉਸ ਟਾਈਮ ਸਹੀ ਲਿੱਤਾ ਕਿ ਗਲਤ ਦਿਖਦਾ ਹੁਣ ਕਿੱਦਾਂ ਸੋਚਦੇ ਹੋ? अब अगर मैं पीछे देखूँ तो मुझे लगता है कि वो डिसीजन मेरा सही था। अच्छा, सही इन द सेंस कि जब मुझे अब ये वाली अपॉर्चुनिटी ग्रैब करनी पड़ी, मेरे पास कोई ऑप्शन ही नहीं था क्योंकि स्टोर छोटा हो रहा था, मेरा लेवल चेंज हो रहा था। मेरे लिए बेटर ये था कि मैं अपनी हाई लेवल पोजीशंस जो हैं उस पर अप्लाई करके मूव कर जाऊँ। बेटर इसलिए था कि उस दिन नहीं छोड़ा, अगर अभी भी नहीं छोड़ती तो शायद मैं सिडनी से बाहर नहीं निकल पाती। मैं बहुत हम कंफर्टेबल हो गए थे, काम करके जाना 7 बजे, अपनी जोन थी एक, उस कंफर्ट जोन में जाके बैठ जाना, फिर सुबह उठना, फिर वही कंफर्टेबल। आप स्टोर में भी इतने कंफर्टेबल हो जाते हो जब आप 2 साल कहीं काम करते हो, सारे फ्रेंड्स, हर कोई आपको जानता है, इवन कि मॉल में भी लोग आपको जानने लग जाते हैं। सिडनी इतना छोटा है कि हर वर्कर आपको जान रहा है या हर मैनेजर का पता है आपको, है ना। तो मुझे ऐसा लगता है कि शायद स्टोर बंद ना होता और शायद मैं मूव ना करती तो मैं कभी भी मूव ना कर पाती, मैं कभी भी बिगर पिक्चर देख ही ना पाती। मेरे लिए वर्ल्ड सिर्फ सिडनी ही था, या मेरे लिए वर्ल्ड सिर्फ उतना बेस्ट बाय की वही पोजीशन थी जिसमें मैं कंफर्टेबल हो गई थी। नो डाउट मूव करना टफ था। लाइक एक दिन तो ऐसा लगा कि सब कुछ वैसे ही कर रहे हैं जैसे इंडिया से कनाडा आए थे, स्क्रैच से शुरू किया था, वैसे ही सिडनी से डार्मथ आए हैं, हैलिफैक्स आए हैं, तो स्क्रैच से शुरू कर रहे हैं। मतलब स्क्रैच से भी टफ लग रहा था। ऑल्दो आप सेम कंट्री में हो, सेम प्रोविंस में मूव कर रहे हो, बट वो इतना टफ लग रहा था कि वो एक्सप्लेन नहीं हो सकता। सब कुछ थे, इमोशंस वैसे ही हो गए थे। मैं कैनेडियन फैमिली के साथ रह रही थी, अंकल आंटी जिन्हें मैं बोलती हूँ, तो उनको छोड़ना इज लाइक जैसे पेरेंट्स को छोड़ के आए थे, वो सेम सब एक्सपीरियंस हुआ। बट देन जब डार्मथ आए, ये स्टोर उससे 3 या 4 टाइम्स बड़ा था। यहाँ पे देखा कि यहाँ पे हायर की स्ट्रक्चर ही बहुत बड़ा। एक अच्छा, सिडनी के बड़े वाले स्टोर तो सिडनी के बड़े वाले स्टोर से जब इस स्टोर में आए तो 4 to 5 टाइम्स ये स्टोर उससे बड़ा था। सेम प्रोविंस, सेम कंपनी, बट एक ही डिपार्टमेंट में 3 मैनेजर्स हैं। तो समझ आया कि नहीं, पिक्चर तो अभी बाकी है, अभी तो स्टार्ट हुआ है, अभी एंड नहीं है।
ਜਿਹੜੀ ਪੋਜੀਸ਼ਨ ਤੇ ਤੁਸੀਂ ਹੁਣ ਹੋ ਸ਼ਿਵਾਨੀ, ਹੁਣ ਤੁਸੀਂ ਸੈਲਰੀ ਤੇ ਆ ਗਏ ਹੋ ਕਿ ਪਰ ਆਵਰ ਵੇजेस ਹੈ ਤੁਹਾਡੇ? अभी भी पर आवर है, बट इतना डिफरेंस है कि बोनस पोजीशन है। ਤੇ ਤੁਸੀਂ ਵੀ ਦੀਪ ਸੇਮ ਹੀ ਪੋਜੀਸ਼ਨ ਤੇ ਹੋ? ਹਾਂਜੀ, ਮੇਰੀ ਪੋਜੀਸ਼ਨ ਸੇਮ ਹੈ, ਲਾਈਕ ਸਾਡਾ ਲੈਵਲ ਦੋਨਾਂ ਦਾ ਸੇਮ ਹੈ, ਲੇਕਿਨ ਮੈਂ ਸ਼ਿਵਾਨੀ ਤੋਂ ਬਾਅਦ ਚ ਜੁਆਇਨ ਕੀਤਾ ਸੀ? ਹਾਂਜੀ, ਮੇਰਾ ਸੇਮ ਤੇ ਬਰਾਬਰ। ਹਾਂਜੀ, ਤੇ ਮੇਰਾ ਇਹ ਕਿੱਦਾਂ ਤੇ ਇਹ ਕੁਛ ਨਹੀਂ ਭਾਜੀ, ਪਹਿਲਾ ਗੱਲ ਤਾਂ ਮਤਲਬ ਇਹਨਾਂ ਨੇ ਸ਼ੁਰੂ ਆਪਰੇਸ਼ਨ ਸਾਈਡ ਤੋਂ ਕੀਤਾ ਤੇ ਮੇਰੀ ਸ਼ੁਰੂਆਤ ਸੇਲਸ ਤੋਂ ਸ਼ੁਰੂ ਹੋਈ। ਤੇ ਜਦੋਂ ਮੈਂ ਇੱਕ ਸਟੋਰੀ ਹੈ ਮੇਰੇ ਕੋਲ, ਮੈਂ ਤੁਹਾਨੂੰ ਦੱਸਣਾ ਚਾਹੂੰਗਾ। ਮੈਨੂੰ ਇੱਦਾਂ ਦੱਸੋ, ਤੁਸੀਂ ਕਿੰਨੇ ਟਰਮ ਮਤਲਬ ਕਿੰਨੇ ਸਾਲ 'ਚ ਕਿ ਓਵਰਆਲ ਹਜੇ ਤੇ ਐਸੋਸੀਏਟ ਤੋਂ ਸ਼ੁਰੂ ਹੋ ਕੇ ਇਸ ਪੋਜੀਸ਼ਨ ਤੇ ਪਹੁੰਚੇ? ਭਾਈ 2019 ਸੈਪਟੈਂਬਰ ਦੇ ਵਿੱਚ ਮੇਰੀ ਜੁਆਇਨਿੰਗ ਹੋਈ ਸੀ ਸਿਡਨੀ ਨੋਵਾ ਸਕੋਸ਼ੀਆ ਬੈਸਟ ਬਾਏ ਦੇ ਵਿੱਚ। ਮੈਂ ਮੋਬਾਈਲ ਡਿਪਾਰਟਮੈਂਟ ਦੇ ਵਿੱਚ ਪਾਰਟ ਟਾਈਮ ਮੈਨੂੰ ਉੱਥੇ ਜੌਬ ਆਫਰ ਹੋਈ। 2019 'ਚ ਐਸੋਸੀਏਟ ਸੀ ਤੁਸੀਂ? ਹਾਂਜੀ। ਉਸ ਤੋਂ ਬਾਅਦ ਇਹ ਐਸੋਸੀਏਟ ਤੇ ਜਿਸ ਪੋਜੀਸ਼ਨ ਤੇ ਹੁਣ ਹੋ, ਇਹਦੇ ਵਿੱਚ ਵੀ ਕੋਈ ਪੋਜੀਸ਼ਨ ਹੈ? ਹਾਂਜੀ ਭਾਜੀ, ਇਹਦੇ ਵਿੱਚ ਮਤਲਬ 2 ਪੋਜੀਸ਼ਨਾਂ ਦਾ ਫਰਕ ਆ ਜਾਂਦਾ ਤੇ ਮੈਂ ਪਾਰਟ ਟਾਈਮ ਐਸੋਸੀਏਟ ਸੀਗਾ। ਉਸ ਤੋਂ ਬਾਅਦ ਭਾਜੀ ਮੈਨੂੰ ਫੁੱਲ ਟਾਈਮ ਜੌਬ ਆਫਰ ਹੋਈ ਤੇ ਉਹ ਮੈਂ ਗ੍ਰੈਬ ਕੀਤੀ 2021 ਮਈ ਦੇ ਵਿੱਚ। ਅੱਛਾ। ਮੈਨੂੰ ਉਹ ਜਦੋਂ ਆਫਰ ਹੋਈ, ਮੇਰਾ ਇੰਟਰਵਿਊ ਹੋਇਆ, ਸਭ ਕੁਝ ਕਲੀਅਰ ਹੋਇਆ, 2021 ਦੇ ਵਿੱਚ ਆਫਰ ਹੋਈ ਤੇ 2022 ਦੇ ਵਿੱਚ ਪੂਰੇ 1 ਸਾਲ ਬਾਅਦ ਤੇ ਇਹਦੇ ਵਿੱਚ ਇੱਕ ਪੋਜੀਸ਼ਨ ਹੁੰਦੀ ਹੈ, ਉਹਨੂੰ ਆਪਾਂ ਬੋਲਦੇ ਹਾਂ ਸੀਨੀਅਰ ਆਫ ਡਿਪਾਰਟਮੈਂਟ। ਉਹ ਇੱਕ ਤਰ੍ਹਾਂ ਦਾ ਸੁਪਰਵਾਈਜ਼ਰ ਹੁੰਦਾ ਉਹ ਡਿਪਾਰਟਮੈਂਟ ਦਾ। ਉਹ ਸਪੈਸੀਫਿਕ ਮਤਲਬ ਤੁਸੀਂ ਉਹ ਡਿਪਾਰਟਮੈਂਟ ਨਾਲ ਤੁਸੀਂ ਲਿੰਕ ਹੋ, ਤੁਸੀਂ ਸਿਰਫ ਉਸ ਡਿਪਾਰਟਮੈਂਟ ਦਾ ਹੀ ਟੇਕ ਕੇਅਰ ਕਰਨਾ ਹੈ ਨਾ। ਤੇ ਫਿਰ ਮੈਨੂੰ ਉਹ ਆਫਰ ਹੋਈ ਉਸ ਪੋਜੀਸ਼ਨ ਤੇ। ਮੈਂ ਭਾਜੀ ਮਤਲਬ ਮਈ ਦੇ ਵਿੱਚ ਮੇਰੀ ਜੁਆਇਨਿੰਗ ਹੋਈ ਸੀਗੀ ਤੇ ਸੈਪਟੈਂਬਰ ਤੱਕ ਮੈਂ ਪੋਜੀਸ਼ਨ ਤੇ ਰਿਹਾ। ਉਸ ਤੋਂ ਬਾਅਦ ਫਿਰ ਮੈਨੂੰ ਜਦੋਂ ਜਿਹੜੀ ਪੋਜੀਸ਼ਨ ਤੇ ਮੈਂ ਹੁਣ ਹੈਗਾ, ਇਹ ਹੈਗੀ ਟੀਮ ਲੀਡ ਸੇਲਸ। ਤੇ ਫਿਰ ਇਹ ਪੋਜੀਸ਼ਨ ਵਾਸਤੇ ਮੈਂ ਇੰਨਾ ਕੁ ਜ਼ਿਆਦਾ ਹੰਗਰੀ ਸੀ ਕਿ ਮੈਂ ਰੋਜ਼ ਆਪਣਾ ਪੋਰਟਲ ਖੋਲ੍ਹ ਕੇ ਦੇਖਦਾ ਸੀ ਕਿ ਇਹ ਕਿਤੇ ਹੈਗਾ, ਮੈਂ ਕਿਤੇ ਇੰਟਰਵਿਊ ਦਾ ਅਪਲਾਈ ਕਰ ਸਕਦਾ ਕਿ ਨਹੀਂ ਕਰ ਸਕਦਾ ਨਾ। ਤੇ ਫਿਰ ਮੈਂ ਇਹ ਲੱਕੀਲੀ ਮੈਨੂੰ ਸੈਪਟੈਂਬਰ ਦੇ ਵਿੱਚ ਇਸ ਦਾ ਮੇਰਾ ਇੰਟਰਵਿਊ ਹੋਇਆ। ਮੈਂ ਇੰਨਾ ਲੱਕੀ ਸੀਗਾ ਕਿ ਜਿਹੜੀ ਸਿਟੀ 'ਚ ਮੈਂ ਸੀਗਾ ਉਹ ਤੋਂ 15 ਮਿੰਟ ਦੀ ਦੂਰੀ 'ਤੇ ਇੱਕ ਦੂਜਾ ਸਟੋਰ ਹੈ ਕਿ ਉਹਦੇ ਵਿੱਚ ਇਹ ਮੈਨੂੰ ਪੋਜੀਸ਼ਨ ਦਿਖੀ ਤੇ ਮੈਂ ਉਹਦੇ ਵਾਸਤੇ ਅਪਲਾਈ ਕੀਤਾ। ਤੇ 2022 ਸੈਪਟੈਂਬਰ ਦੇ ਵਿੱਚ ਮੈਂ ਟੀਮ ਲੀਡ ਸੇਲਸ ਜੁਆਇਨਿੰਗ ਕੀਤੀ। ਤੇ ਮਤਲਬ ਤੁਸੀਂ ਲਗਾ ਲਓ ਕਿ 2.5-3 ਸਾਲ ਦੇ ਫਰਕ ਦੇ ਵਿੱਚ ਪਾਰਟ ਟਾਈਮ ਤੋਂ ਲੈ ਕੇ ਤੇ ਹੁਣ ਮੈਂ ਮੇਰੇ ਮਤਲਬ ਮੈਂ ਹੁਣ 4 ਤੋਂ 5 ਜਿਹੜੇ ਡਿਪਾਰਟਮੈਂਟ ਹੈ ਉਹ ਮੈਂ ਉਹਨਾਂ ਦਾ ਲਾਈਕ ਲੀਡ ਕਰ ਰਿਹਾ ਇਸ ਟਾਈਮ ਤੇ। ਚਲੋ ਬਹੁਤ ਵਧੀਆ। ਤੇ ਸੈਲਰੀ ਤੇ ਕਦੋਂ ਆਉਂਦੇ ਆ? ਕਿਹੜੀ ਪੋਜੀਸ਼ਨ ਤੇ ਸੈਲਰੀ ਸ਼ੁਰੂ ਹੋ ਜਾਂਦੀ ਹੈ ਸ਼ਿਵਾਨੀ? ਇਸ ਤੋਂ ਨੈਕਸਟ ਪੋਜੀਸ਼ਨ ਜਿਹੜੀ ਹੈ ਅਸਿਸਟੈਂਟ ਸਟੋਰ ਲੀਡਰ ਵਾਲੀ, ਉਹ ਸੈਲਰੀ ਪੋਜੀਸ਼ਨ ਆ। ਉੱਥੋਂ ਸੈਲਰੀ ਕਿੰਨਾ ਆਉਂਦਾ ਬੇਸਿਕ ਉਹਨਾਂ ਦਾ ਪਰ ਮੰਥ ਆਈਡੀਆ? ਉਹਨਾਂ ਦਾ ਲਾਈਕ ਜੇ ਦੇਖਿਆ ਜਾਵੇ ਲਾਈਕ ਡਿਪੈਂਡਸ ਅਪਨ ਕਿ ਤੁਹਾਡਾ ਤੁਸੀਂ ਕਿੰਨੇ ਸਾਲ ਤੋਂ ਕੰਪਨੀ ਨਾਲ ਹੋ। ਸਟੋਰ ਤੇ ਵੀ ਡਿਪੈਂਡ ਕਰਦਾ? ਹਾਂ, ਸਟੋਰ ਤੇ ਵੀ ਡਿਪੈਂਡ ਕਰਦਾ, ਤੁਹਾਡੀ ਟੀਮ ਕਿੰਨੀ ਵੱਡੀ ਹੈ ਤੁਹਾਡਾ ਇਹਦੇ ਤੇ ਵੀ ਡਿਪੈਂਡ ਕਰਦਾ, ਤੁਹਾਡਾ ਵਰਕਲੋਡ ਕਿੰਨਾ ਹੈ ਇਸ ਚੀਜ਼ ਤੇ ਵੀ ਡਿਪੈਂਡ ਕਰਦਾ। ਆਈਡੀਆ ਹੋ ਜਾਏ ਬੰਦੇ ਨੂੰ। ਸੋ ਮੇਰੇ ਹਿਸਾਬ ਨਾਲ ਲਾਈਕ ਮੈਨੂੰ ਇੰਨਾ ਜ਼ਿਆਦਾ ਨਹੀਂ ਪਤਾ, ਬਟ ਮੇਰੇ ਹਿਸਾਬ ਨਾਲ 55 to 60K ਦੇ ਵਿੱਚ ਸ਼ੁਰੂ ਹੋਣਾ ਚਾਹੀਦਾ। ਠੀਕ ਹੈ। ਜੇ ਹੁਣ ਤੁਸੀਂ ਇਹ ਪੋਜੀਸ਼ਨ ਤੇ ਹੋ ਹੈ ਨਾ, ਹੁਣ 2-2.5 ਸਾਲ ਤਾਂ ਇਹ ਹੋ ਗਏ ਹੈ ਨਾ ਇਸ ਪੋਜੀਸ਼ਨ ਤੇ ਆਏ, ਤਾਂ ਹੁਣ ਅਗਲੀ ਪੋਜੀਸ਼ਨ ਤੇ ਕਿੰਨਾ ਕੁ ਲੱਗਦਾ, ਮਤਲਬ ਕੀ ਆਈਡੀਆ ਲੱਗਦਾ ਵੀ ਕਿੰਨੇ ਟਾਈਮ ਤੱਕ ਪਹੁੰਚੋਗੇ ਭਾਜੀ? ਜੇ ਸਾਲ 1.5 ਸਾਲ ਤੋਂ ਜ਼ਿਆਦਾ ਤਾਂ ਨਹੀਂ ਲੱਗਣਾ। ਓਪਰਚੁਨਿਟੀ ਆ ਜਾਏ ਭਾਜੀ, ਜੇ ਮੂਵ ਹੋਣਾ ਪਏ ਤਾਂ ਓਪਰਚੁਨਿਟੀ ਆ ਜਾਏ ਤੇ ਮੂਵ ਹੋਣਾ ਪਏ ਤਾਂ ਸ਼ਾਇਦ ਫਿਰ ਤਾਂ 4-5 ਮਹੀਨੇ ਦੇ ਵਿੱਚ। ਜੇ ਮੰਨ ਲਓ ਇਸ ਸੇਮ ਸਟੋਰ ਦੀ ਗੱਲ ਕਰਦੇ ਹੋ ਫਿਰ ਡਿਪੈਂਡ ਕਰਦਾ ਸਾਡੇ ਤੋਂ ਅੱਗੇ ਕਿੰਨੇ ਬੰਦੇ ਹੈ ਵੇਟਿੰਗ 'ਚ ਹੈ ਨਾ, ਸੀਨੀਅਰਿਟੀ ਲੈਵਲ ਤੇ। ਅੱਗੇ ਦੀ ਗੱਲ ਨਹੀਂ ਹੈ, ਅਸਿਸਟੈਂਟ ਸਟੋਰ ਲੀਡਰ ਦੀ ਪੋਜੀਸ਼ਨ ਓਪਨ, ਜਿਹੜਾ ਬੰਦਾ ਉੱਥੇ ਕੰਮ ਕਰਿਆ ਤਾਂ ਉਹ ਪ੍ਰਮੋਟ ਹੋ ਜਾਏ। ਓਕੇ। ਉਹ ਕਿਤੇ ਸ਼ਿਫਟ ਹੋ ਜਾਏ ਐਜ਼ ਅ ਸਟੋਰ ਲੀਡਰ, ਬਿਕੋਜ਼ ਜਿਹੜਾ ਅਸਿਸਟੈਂਟ ਸਟੋਰ ਲੀਡਰ ਹੈ 15 ਜਾਂ 20 ਈਅਰਸ ਤੋਂ ਇੱਕ ਪੋਜੀਸ਼ਨ 'ਤੇ ਬੈਠਾ ਕੰਮ ਕਰ ਰਿਹਾ ਹੈ, ਵਾਈ ਵੁੱਡ ਹੀ ਵਾਂਟ ਟੂ ਮੂਵ? ਓਨਲੀ ਇਫ ही इज़ गेटिंग अ बेटर अपॉर्चुनिटी लाइक स्टोर लीडर, या फिर क्विट कर दें या फायर हो जाए, कुछ भी ऑप्शन हो जाए। हाँ जी। तब आपको एक ऑप्शन मिल गया कि ठीक है असिस्टेंट स्टोर लीडर की अवेलेबल है, आप अप्लाई करो, है ना। ਨਹੀਂ ਮੈਂ ਉਹੀ ਸੋਚਦਾ ਸੀਗਾ ਜੇ ਬੇਸਿਕ ਗੱਲ ਕੀਤੀ ਜਾਵੇ ਤਾਂ ਮਤਲਬ 4 ਸਾਲ ਦੇ ਵਿੱਚ ਜੇ ਬੰਦਾ ਚਾਹੇ ਤਾਂ ਬੰਦਾ ਇਹਨਾਂ ਮਤਲਬ 60-65 ਦੇ ਪੈਕੇਜ ਦੇ ਅੰਡਰ ਆ ਸਕਦਾ ਹੈ ਨਾ ਬੈਸਟ ਬਾਏ ਕੰਪਨੀ। ਹਾਂਜੀ ਭਾਜੀ, ਜਿਹੜੇ ਹੁਣ ਸਾਡੇ ਸਟੋਰ ਮੈਨੇਜਰ ਹੈ ਉਹ ਜ਼ਿਆਦਾ ਉਹਨਾਂ ਦੀ ਜ਼ਿਆਦਾ ਉਮਰ ਥੋੜ੍ਹੀ ਹੈ, ਉਹ ਮੇਰੇ ਹਿਸਾਬ ਨਾਲ 33 ਤੋਂ ਲੈ ਕੇ 37 ਸਾਲ ਦੇ ਵਿੱਚ ਦੀ ਏਜ ਆ ਉਹਨਾਂ ਦੀ। ਤੇ ਮਤਲਬ ਹਾਂ, ਜਿਹੜੇ ਸਟੋਰ ਲੀਡਰ ਹੈ, ਜਿਹੜੇ ਸਾਡੇ ਸਟੋਰ ਮੈਨੇਜਰ ਹੈ, ਤੇ ਮਤਲਬ ਮੇਰੇ ਹਿਸਾਬ ਨਾਲ ਜੇ ਤੁਸੀਂ ਆਪਦਾ ਪੂਰਾ 100% ਦੇ ਰਹੇ ਹੋ ਤੇ 4 ਸਾਲ ਵੀ ਬਹੁਤ ਜ਼ਿਆਦਾ ਦਾ ਟਾਈਮ ਹੈ। ਮੈਂ ਕੁਛ ਲੋਕਾਂ ਨੂੰ ਇੱਦਾਂ ਵੀ ਦੇਖਿਆ ਕਿ ਉਹ ਸੀਜ਼ਨਲ ਹਾਇਰ ਹੋਏ ਸੀਗੇ
ਤੇ ਉਹਨਾਂ ਨੂੰ ਮੈਨੇਜਮੈਂਟ ਦੀ ਪੋਜੀਸ਼ਨ ਆਫਰ ਹੋ ਗਈ ਹੈ ਸਿਰਫ ਇਸ ਬੇਸ ਤੇ ਕਿਉਂਕਿ ਉਹ ਆਪਣੇ ਕੰਮ ਨੂੰ ਲੈ ਕੇ ਬਹੁਤ ਹੀ ਜ਼ਿਆਦਾ ਡੈਡੀਕੇਟ ਹੈ, ਉਹ ਬਹੁਤ ਹੀ ਜ਼ਿਆਦਾ ਮਤਲਬ ਵਰਕ ਡਰਿਵਨ ਹੈ ਨਾ। ਤੇ ਥੋੜੀ ਡੈਡੀਕੇਸ਼ਨ ਕਿੰਨੀ ਹੈ, ਤੁਹਾਡਾ ਡੈਡੀਕੇਸ਼ਨ ਲੈਵਲ ਕਿੱਥੇ ਤੱਕ ਹੈ, ਉਹ ਚੀਜ਼ਾਂ ਜ਼ਿਆਦਾ ਮੈਟਰ ਕਰਦੀਆਂ। ਮਾਈਂਡਸੈਟ ਤਾਂ ਬਹੁਤ ਮੈਟਰ ਕਰਦਾ ਹੈ ਨਾ, ਕੋਈ ਵੀ ਡਿਸੀਜਨ ਲੈਣਾ ਹੋਵੇ ਉਹ ਤਾਂ ਬਹੁਤ ਮੈਟਰ ਕਰਦਾ। ਹੁਣ ਆਪਣਾ ਜਦੋਂ ਆਪਾਂ ਆਲ ਟੂਗੇਦਰ ਇੱਕ ਡਿਫਰੈਂਟ ਕੰਟਰੀ ਤੋਂ ਆਉਂਦੇ ਹਾਂ ਹੈ ਨਾ, ਤੇ ਆਪਾਂ ਆਪਣਾ ਮਾਈਂਡਸੈਟ ਉਰੇ ਦੇ ਲੋਕਾਂ ਨਾਲ ਇਸ ਕਰਕੇ ਥੋੜ੍ਹਾ ਅੱਡ ਹੁੰਦਾ ਆ ਕਿ ਯਾਰ ਵੀ ਨਹੀਂ ਆਪਾਂ ਕੁਝ ਕਰਨਾ ਹੈ ਨਾ। ਜਦੋਂ ਆਪਾਂ ਨੂੰ ਦਿਖਦਾ ਹੈ ਕਿ ਯਾਰ $1 ਦੇ ਪਿੱਛੇ 50 ਜਾਂ 60 ਬਣਨੇ ਹੈ ਨਾ, ਤੇ ਆਪਾਂ ਨੂੰ ਲਾਲਚ ਹੁੰਦਾ ਕਿ ਆਪਾਂ ਜ਼ਿਆਦਾ ਕਮਾ ਕੇ ਦੇਖਦੇ ਹਾਂ ਵੀ ਕਿਵੇਂ ਵੀ ਹੈ ਕੀ ਹੈ ਇਹ ਹੈ ਨਾ। ਤੇ ਬਸ ਫਿਰ ਆਪਣਾ ਉਹ ਮਾਈਂਡ ਸੈਟ ਉਸ ਹਿਸਾਬ ਨਾਲ ਸੈੱਟ ਹੁੰਦਾ ਤੇ ਆਪਾਂ ਨੂੰ ਫਰਕ ਨਹੀਂ ਪੈਂਦਾ ਕਿ ਆਪਾਂ 8 ਘੰਟੇ ਕੰਮ ਕਰ ਰਹੇ ਹਾਂ 12 ਘੰਟੇ ਕੰਮ ਕਰ ਰਹੇ ਹਾਂ। ਤੇ ਸਾਹਮਣੇ ਨੂੰ ਦੇਖਣ ਵਾਲੇ ਨੂੰ ਥੋੜ੍ਹਾ ਐਂ ਲੱਗ ਜਾਂਦਾ ਕਿ ਯਾਰ ਨਹੀਂ ਵੀ ਇਹ ਬੰਦਾ ਨਾ ਸੱਚੀ ਇਹ ਕੰਮ ਨੂੰ ਬਹੁਤ ਪਿਆਰ ਕਰਦਾ ਹੈ ਨਾ। ਤੇ ਹੌਲੀ ਹੌਲੀ ਜਦੋਂ ਤੁਸੀਂ ਇੱਕ ਚੀਜ਼ ਨੂੰ ਰੋਜ਼ ਹੀ ਕਰਨਾ, ਫਿਰ ਉਹ ਭਾਈ ਆਪਾਂ ਇੱਕ ਜਾਨਵਰ ਨਾਲ ਵੀ ਜੇ ਰੋਜ਼ ਜਾ ਕੇ ਗੱਲ ਜਾਂ ਮਤਲਬ ਕੁਛ ਵੀ ਖੇਡੀਏ ਹੈ ਨਾ, ਆਪਾਂ ਨੂੰ ਪਿਆਰ ਹੋ ਜਾਂਦਾ ਉਹਦੇ ਨਾਲ। ਸੇਮ ਹੀ ਚੀਜ਼ ਆਪਣੇ ਕੰਮ ਨਾਲ ਵੀ, ਇੱਕ ਕੰਮ ਜਦੋਂ ਤੁਸੀਂ ਰੋਜ਼ ਕਰਨਾ ਆ ਤੁਹਾਨੂੰ ਪਿਆਰ ਜਿਹਾ ਹੋਣ ਲੱਗ ਜਾਂਦਾ ਵੀ ਯਾਰ ਨਹੀਂ ਵੀ ਆ ਹੁਣ ਮੈਨੂੰ ਵਧੀਆ ਲੱਗਦਾ। ਬੇਸਿਕ ਗੱਲ ਹੈ ਨਾ, ਬਿਲਕੁਲ ਇਦਾਂ ਨਹੀਂ ਹੁੰਦਾ ਵੀ ਯਾਰ ਕੰਮ ਹੈ ਜਾਈਏ ਹੈ ਨਾ, ਵੀ ਇਦਾਂ ਉਹ ਫੀਲਿੰਗ ਨਹੀਂ ਹੈ, ਉਹ ਫੀਲਿੰਗ ਖਤਮ ਹੋ ਜਾਂਦੀ ਹੈ। ਚਾਹ ਚੜ ਜਾਂਦਾ ਯਾਰ ਟਾਈਮ ਹੋ ਗਿਆ ਵੀ ਚਲੋ ਹੈ ਨਾ, ਬਿਲਕੁਲ ਦਿਲ ਲੱਗਣ ਲੱਗ ਜਾਂਦਾ ਕੰਮ ਤੇ। ਪਰ ਉਹ ਚਾਹ ਚੜਨ ਨੂੰ ਵੀ ਟਾਈਮ ਲੱਗਦਾ ਹੈ, ਨਹੀਂ ਵੀ ਜਾਂਦੇ ਹੀ ਤੁਸੀਂ ਨਵੇਂ ਸਟੋਰ 'ਚ ਗਏ ਤਾਂ ਤੁਹਾਡਾ ਦਿਲ ਲੱਗ ਗਿਆ ਨਹੀਂ। ਹਾਂਜੀ ਉਹ ਤਾਂ ਹੈ ਹੀ। ਸ਼ੁਰੂ 'ਚ ਤਾਂ ਇੱਦਾਂ ਹੁੰਦਾ ਹੈ ਕਿ ਵੀ ਤੁਹਾਡੇ पीपल नहीं होंगे, हो दे आर नॉट योर पीपल। आप अपने पीपल तो पिछले स्टोर में छोड़ आए जिससे आप मूव हुए थे स्टोर में, इनके लिए आप एक आउटसाइडर हो जो शायद उनकी अपॉर्चुनिटी छीन के आ गया है। तो ये एक बहुत बड़ा होता है। लेकिन फर्स्ट स्टार्टिंग के मंथ्स में तो आपको ऐसा लगता है कि बस आपके 7 o'clock या 6 o'clock हों और आप ऑफ हो और आप घर जाओ, बिकॉज आपको कोई अपना नहीं लग रहा वहाँ। तो सबसे पहला जो स्ट्रगल आपका आता है मूव करने में या हायर अप पोजीशन में, एज अ इंडियन कह लो या एज अ समबडी साइड है ना, ये दूसरी साइड है। हाँ ठीक है। पर कदी इदां सोच के भाजी काम ते ही नहीं गए भी आपां पैसा कमान जा रहे हैं, ਤੇ ਹਮੇਸ਼ਾ ਕੰਮ ਤੇ ਇਹ ਸੋਚ ਕੇ ਗਏ ਕਿ ਅੱਜ ਇਹ ਕੰਮ ਮਿਲਿਆ ਵੀ ਆਪਾਂ ਇਹ ਕੰਮ ਤੋਂ ਕੀ ਸਿੱਖ ਸਕਦੇ ਹਾਂ, ਕਿ ਜਦੋਂ ਮੇਰੀ ਪੜ੍ਹਾਈ ਪੂਰੀ ਹੋ ਜੂਗੀ ਤੇ ਅੱਜ ਤੋਂ ਹੁਣ ਜਦੋਂ ਅਸੀਂ ਉਰੇ ਆਏ ਹਾਂ ਤੇ ਅਸੀਂ ਜੋ ਆਪਾਂ ਉਰੇ ਕੰਮ ਕਰ ਰਹੇ ਹਾਂ ਸ਼ਾਇਦ ਆਪਾਂ ਉਹ ਨਹੀਂ ਚਾਹੁੰਦੇ ਕਿ ਅਸੀਂ ਸਾਰੀ ਉਮਰ ਉਹੀ ਕਰੀ ਜਾਈਏ। ਅਸੀਂ ਦੂਜੀ ਕੰਟਰੀ 'ਚ ਆਏ ਹਾਂ, ਆਪਣੇ ਆਪ ਨੂੰ ਪ੍ਰੂਵ ਕਰਨ ਆਏ ਹਾਂ, ਆਪਾਂ ਅੱਗੇ ਵਧਣ ਆਏ ਹਾਂ ਹੈ ਨਾ। ਤੇ ਸ਼ਾਇਦ ਆਪਾਂ ਕੰਮ ਤੇ ਇਹ ਸੋਚ ਕੇ ਗਏ ਜਾਂ ਜਾਂਦੇ ਹਾਂ ਕਿ ਯਾਰ ਕੁਛ ਨਵਾਂ ਸਿੱਖ ਕੇ ਆਉਂਦੇ ਹਾਂ ਹੈ ਨਾ। ਤੇ ਕੱਲ੍ਹ ਕਿ ਜੇ ਮੇਰੇ ਮੂਹਰੇ ਕੋਈ ਵੱਡੀ ਓਪਰਚੁਨਿਟੀ ਖੜੀ ਹੈ ਤੇ ਮੈਂ ਉਹਦੇ ਵਾਸਤੇ ਕੈਪੇਬਲ ਹੋਵਾਂ ਤੇ ਐਟਲੀਸਟ ਮੈਂ ਉੱਥੇ ਜਾ ਕੇ ਬੋਲ ਸਕਾਂ ਕਿ ਹਾਂ ਵੀ ਇਹ ਚੀਜ਼ ਮੈਨੂੰ ਆਉਂਦੀ ਆ, ਵੀ ਇਹ ਮੈਂ ਚੀਜ਼ ਤੁਹਾਡੇ ਵਾਸਤੇ ਕਰ ਸਕਦਾ। ਜੋ ਕਿ ਜੇ 100 ਬੰਦਾ ਉੱਥੇ ਇੰਟਰਵਿਊ ਦੇਣ ਆਇਆ ਉਹ 100 ਬੰਦਿਆਂ ਤੋਂ ਮੈਨੂੰ ਅਲੱਗ ਕਿਹੜੀ ਚੀਜ਼ ਦਿਖਾਏਗੀ ਹੈ ਨਾ। ਤੇ ਹਮੇਸ਼ਾ ਕੰਮ ਤੇ ਇਹੀ ਸੋਚ ਕੇ ਜਾਈਦਾ ਵੀ ਯਾਰ ਨਹੀਂ ਵੀ ਅੱਜ ਕੁਛ ਨਵਾਂ ਸਿੱਖ ਕੇ ਆਉਂਦੇ ਹਾਂ। ਕਦੀ ਜਦੋਂ ਘਰ ਵੀ ਆਈਦਾ ਤੇ ਦਿਮਾਗ 'ਚ ਇਹੀ ਗੱਲ ਹੁੰਦੀ ਹੈ ਕਿ ਯਾਰ ਅੱਜ ਮਤਲਬ ਬੈਠ ਕੇ ਹੀ ਪੈਸੇ ਨਹੀਂ ਕਮਾ ਕੇ ਆਏ, ਉੱਥੇ ਕੁਛ ਕੀਤਾ ਆ, ਉੱਥੇ ਕੁਛ ਲਰਨ ਕਰਕੇ ਆਇਆ ਹੈ ਨਾ। ਤੇ ਉਹ ਵੀ ਇੱਕ ਸੈਟਿਸਫੈਕਸ਼ਨ ਲੈਵਲ ਅਲੱਗ ਹੀ ਚੀਜ਼ ਹੈ। ਨਹੀਂ ਬਿਲਕੁਲ ਉਹ ਤਾਂ ਹੈ ਹੀ ਹੈ। ਹੈਲਥ ਕਵਰੇਜ ਦਾ ਕੀ ਹਿਸਾਬ ਕਿਤਾਬ ਹੈ ਬੈਸਟ ਬਾਈ 'ਚ? हेल्थ बेनिफिट्स एज अ पार्ट टाइमर से आपको मिलने शुरू हो जाते हैं। कुछ डॉलर अमाउंट होते हैं जो बेस्ट बाय देता है और उसमें क्या होता है कि उसको आप एलोकेट कर सकते हो डेंटल की तरफ पे एज पर योर नीड्स। लाइक अगर आप समबडी जिसको आइज़ की प्रॉब्लम है या डेंटल इश्यूज़ हैं तो उसके अकॉर्डिंग आप अपना ज़्यादा इन्वेस्टमेंट उस साइड डाल सकते हो। से फॉर एग्जांपल एज अ फुल टाइमर आपको $1,500 मिलेंगे फ्रॉम बेस्ट बाय, जिसको आपने एलोकेट करना है अपने कवरेज प्लान की तरफ। सो लाइक डिफरेंट पैकेजेस होते हैं, ब्रॉन्ज हो गया, सिल्वर हो गया या गोल्ड हो गया। तो से फॉर एग्जांपल मुझे आइज़ में प्रॉब्लम नहीं है पर मैं डेंटल इश्यूज़ ज़्यादा हैं तो मैं ब्रॉन्ज पैकेज की कवरेज में जा सकती हूँ जिसमें मुझे सारा डेंटल कवरेज ज़्यादा मिल जाएगा। बट आइज़ में सिर्फ ग्लासेस होंगे, लाइक $100 टूवर्ड्स आपके ग्लासेस। इससे अगर आपको लगता है कि आपको सिल्वर पैकेज में जाना है तो 1500 तो अभी भी बेस्ट बाय देगा, पर उसमें आपको थोड़ा एक्स्ट्रा जो डिफरेंस होगा, से फॉर एग्जांपल $500 का है, वो आपकी पे में से बाई वीकली चेक में से डिडक्ट होगा। बट स्टिल लाइक बाई वीकली आपको जो कवरेज का डिडक्शन दिखेगा वो नॉट मोर देन $20 या $25 होगा। पर उसमें आपको एक्स्ट्रा लाइक आइज़ की भी एक्स्ट्रा कवरेज मिल जाएगी और से फॉर एग्जांपल डेंटल या कोई भी और प्रॉब्लम है बेसिक लाइफ कवरेज भी मिल जाएगी। ठीक है। अब सिर्फ आपको आपकी फैमिली भी है, आपको फैमिली कवरेज भी चाहिए तो उसके लिए आप फिर गोल्ड पैकेज में जा सकते हो। सो अभी भी 1500 बेस्ट बाय देगा
जो एक्स्ट्रा कवरेज मिल रही है आपको गोल्ड में, उसके लिए आपको डिफरेंस अगेन आपकी बाई वीकली चेक से कटेगा। जो अगर $20 अगर आपका सिल्वर में आ रहा है तो गोल्ड में आपका $30 आएगा, लाइक $10 एक्स्ट्रा में आपको अपनी हेल्थ कवरेज मिल जाएगी। ठीक है, मतलब मैंने कोई टेंशन वाली गल नहीं है ना। नहीं हाँ जी बिल्कुल, जे सेहत ਨੂੰ ਕੁਝ ਹੋ ਜੇ ਕੋਈ ਚੱਕਰ ਨਹੀਂ ਹੈ ਨਾ ਬਹੁਤਾ। ਹੁਣ ਕਿਹੜੀ ਗੱਲ ਕਰੀਏ, ਮੇਰੇ ਕੋਲ ਟੌਪਿਕ ਖਤਮ ਹੈ, ਦੱਸੋ ਜੀ। ਤੇ ਸ਼ੁਰੂ ਆਪਾਂ ਅਦਰ ਸਾਈਡ ਜੋ ਮੈਂ ਅਦਰ ਸਾਈਡ ਦੱਸੋ ਵੀ ਉਹ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਨਾ, ਮੈਂ ਵੀ ਕਿਉਂਕਿ ਤੁਸੀਂ ਸੀਨੀਅਰਿਟੀ ਬੇਸ ਤੇ ਗਏ ਹੋ ਉੱਥੇ ਤੇ ਤੁਹਾਡੇ ਅੰਦਰ ਕੈਨੇਡੀਅਨਸ ਦਾ ਕੰਮ ਕਰਦੇ ਹੀ ਅੰਡਰ ਹੈ ਨਾ, ਤੇ ਮੇਰੇ ਹਿਸਾਬ ਫਿਰ ਕਿੱਦਾਂ ਕਹਾਣੀ ਬਣਦੀ ਹੈ? ਮੇਰੇ ਹਿਸਾਬ ਜਦ ਤੁਸੀਂ ਇੱਕ ਐਸੋਸੀਏਟ ਹੁੰਦੇ ਹੋ ਕਿਸੇ ਵੀ ਸਟੋਰ ਦੀ ਗੱਲ ਹੋ ਸਕਦੀ ਹੈ, ਆਪਾਂ ਸਟੋਰ ਦਾ ਵੀ ਨਹੀਂ ਨਾਮ ਲੈਣਾ, ਨਹੀਂ ਕੋਈ ਵੀ ਐਸੋ ਮਤਲਬ ਜਿੱਥੇ ਐਜ਼ ਅ ਇਮੀਗ੍ਰੈਂਟ ਹੋ, ਲਾਈਕ ਇੰਡੀਅਨ ਵਰਡ ਹੀ ਹਟਾ ਦਿਓ, ਇਮੀਗ੍ਰੈਂਟ ਹੋ, ਬਹੁਤ ਸਾਰੇ ਇਮੀਗ੍ਰੈਂਟਸ ਆਉਂਦੇ ਨੇ। ਜਦ ਤੱਕ ਤੁਸੀਂ ਇੱਕ ਐਸੋਸੀਏਟ ਦੇ ਲੈਵਲ 'ਤੇ ਕੰਮ ਕਰਦੇ ਹੋ ਤਾਂ ਤੁਹਾਨੂੰ ਇੰਨਾ ਡਿਫਰੈਂਸ ਫੀਲ ਨਹੀਂ ਹੋਊਗਾ, ਕਿਉਂਕਿ ਇੱਕ ਇੰਡੀਅਨ ਵੀ ਉੱਥੇ ਹੀ ਕੰਮ ਕਰ ਰਿਹਾ ਹੈ, ਇੱਕ ਹੈ ਨਾ ਵਾਈਟ ਪਰਸਨ ਵੀ ਤੁਹਾਡੇ ਨਾਲ ਉਸੇ ਸੇਮ ਲੈਵਲ 'ਤੇ ਕੰਮ ਕਰ ਰਿਹਾ ਹੈ, ਅਤੇ ਕੁਝ ਉਹਨਾਂ ਨੂੰ ਕੁਛ ਫੀਲ ਨਹੀਂ ਹੋ ਰਿਹਾ ਤੁਹਾਡੇ ਤੋਂ। ਪਰ ਜਿੱਦਾਂ ਤੁਸੀਂ ਸਟੈਪ ਅਪ ਕਰਦੇ ਹੋ, ਲਾਈਕ ਉਹਨਾਂ ਨੂੰ ਲੱਗਦਾ ਹੈ ਕਿ ਵੀ ਆਰ ਟੇਕਿੰਗ ਦੇਅਰ ਓਪਰਚੁਨਿਟੀ, ਇਨਸਿਕਿਉਰਿਟੀਜ਼ ਜੀ ਆ ਜਾਂਦੀਆਂ, ਇਨਸਿਕਿਉਰਿਟੀਜ਼ ਕ੍ਰੀਏਟ ਹੋ ਜਾਂਦੀਆਂ, ਨੌਲੇਜ ਸ਼ੇਅਰਿੰਗ ਬੰਦ ਹੋ ਜਾਂਦੀ ਹੈ। ਅਤੇ ਸਿਡਨੀ 'ਚ ਜਦ ਤਾਂ ਮੈਂ ਇੱਕ ਓਮਨੀ ਚੈਨਲ ਸਪੈਸ਼ਲਿਸਟ 'ਤੇ ਕੰਮ ਕਰ ਰਹੀ ਸੀਗੀ, ਲਾਈਕ ਐਜ਼ ਅ ਬੇਸਿਕ ਕੈਸ਼ੀਅਰ, ਕੋਈ ਪ੍ਰੋਬਲਮ ਨਹੀਂ ਆਈ, ਵਧੀਆ ਸੀਗਾ, ਰੋਜ਼ ਸਿਖਾ ਵੀ ਰਹੇ ਸੀਗੇ, ਸਭ ਕੁਝ ਠੀਕ ਸੀਗਾ। ਪਰ ਜਿੱਦਾਂ ਮੇਰੇ ਅੰਦਰ ਪੋਟੈਂਸ਼ੀਅਲ ਦਿਸਿਆ ਮੇਰੇ ਮੈਨੇਜਰਸ ਨੂੰ, ਅਤੇ ਮੈਨੂੰ ਇੱਕ ਲੈਵਲ ਅਪ ਫੁੱਲ ਟਾਈਮ ਮਿਲ ਗਈ। ਗੋਰੇ ਨੇ ਵੀ ਉਸ ਵਾਸਤੇ ਅਪਲਾਈ ਕੀਤਾ, ਮੈਂ ਵੀ ਅਪਲਾਈ ਕੀਤਾ, ਬਟ ਆਈ ਐਮ ਚੋਜ਼ਨ ਓਵਰ ਦੈਮ। ਅਤੇ ਉਹ ਇੱਕ ਵਰਕ ਪੋਲੀਟਿਕਸ ਉੱਥੇ ਕ੍ਰੀਏਟ ਹੋਣ ਲੱਗ ਗਿਆ ਵੀ ਇੱਕ ਇਮੀਗ੍ਰੈਂਟ ਨੂੰ ਫੁੱਲ ਟਾਈਮ ਮਿਲ ਗਈ, ਬਟ ਇੱਕ ਜਿਹੜਾ ਇੱਥੇ ਦਾ ਸੀਗਾ ਉਹਨੂੰ ਉਹ ਕਿਉਂ ਨਹੀਂ ਮਿਲੀ। ਅਤੇ ਉਹ ਤੁਹਾਨੂੰ ਤੁਸੀਂ ਕਿੱਦਾਂ ਫੇਸ ਕਰਦੇ ਹੋ? ਹੁਣ ਤੁਸੀਂ ਫੁੱਲ ਟਾਈਮਰ ਹੋ, ਹਾਲੇ ਮੈਂ ਸਿਰਫ ਇੱਕ ਬਹੁਤ ਛੋਟੇ ਲੈਵਲ ਦੇ ਡਿਸਕਸ਼ਨ ਦੀ ਗੱਲ ਕਰ ਰਹੀ ਹਾਂ ਵੀ ਤੁਸੀਂ ਇੱਕ ਫੁੱਲ ਟਾਈਮਰ ਹੋ, ਤੁਸੀਂ ਇੱਕ ਪਾਰਟ ਟਾਈਮਰ ਗੋਰੇ ਤੋਂ ਕੰਮ ਕਰਵਾਉਣਾ ਹੈ, ਕਿ ਸਾਰਾ ਕੁਝ ਤੁਸੀਂ ਤਾਂ ਨਹੀਂ ਕਰ ਸਕਦੇ ਨਾ। ਸੇ ਫੋਰ ਐਗਜ਼ਾਮਪਲ ਤੁਸੀਂ ਕਲੋਜ਼ਿੰਗ ਕਰ ਰਹੇ ਹੋ, ਗਾਰਬੇਜਿਸ ਸਾਰੇ ਤੁਸੀਂ ਤਾਂ ਨਹੀਂ ਕਰ ਸਕਦੇ, ਮੇ ਬੀ ਪੇਪਰ ਗਾਰਬੇਜ ਹੀ ਹੈ, ਡਿਵਾਈਡ ਹੁੰਦਾ ਹੈ ਉਹ, ਹੈ ਨਾ। ਅਤੇ ਉਹ ਤੁਸੀਂ ਗੋਰੇ ਨੂੰ ਕਹਿਣਾ ਅਤੇ ਕਰਾਉਣਾ, ਉਹ ਸਭ ਤੋਂ ਟਫ ਹੁੰਦਾ ਹੈ। ਪਹਿਲੇ ਤਾਂ ਉਹ ਰੈਜ਼ਿਸਟੈਂਟ ਨੇ, ਉਹ ਕਰਨਾ ਹੀ ਨਹੀਂ ਚਾਹੁੰਦੇ ਹੁਣ ਤੁਹਾਡੇ ਨਾਲ ਲਈ ਕੰਮ, ਹੈ ਨਾ, ਜਾਂ ਤੁਹਾਡੇ ਨਾਲ ਮਿਲ ਕੇ ਉਹ ਰਹਿਣਾ ਹੀ ਨਹੀਂ ਚਾਹੁੰਦੇ। ਅਤੇ ਉਹ ਚੀਜ਼ਾਂ ਪੁਆਇੰਟ ਆਊਟ ਕਰਨਗੇ ਜਿੱਥੇ ਤੁਹਾਡੀ ਮਤਲਬ ਫਾਲਸ ਨਿਕਲਣ। ਜੇ ਤੁਸੀਂ ਕੁਝ ਸਹੀ ਵੀ ਕਰ ਰਹੇ ਹੋ, ਉਹ ਇਸ ਤਰ੍ਹਾਂ ਮੋਲਡ ਕਰਕੇ ਦੱਸਣਗੇ ਨੈਕਸਟ ਬੰਦੇ ਨੂੰ ਵੀ ਮੇ ਬੀ ਤੁਸੀਂ ਗਲਤ ਕਰ ਰਹੇ ਹੋ, ਜਾਂ ਤੁਸੀਂ ਰੋਂਗ ਚੋਇਸ ਸੀਗੇ ਇਸ ਰੋਲ ਵਾਸਤੇ, ਹੈ ਨਾ। ਇਹ ਤਾਂ ਹੋ ਗਈ ਛੋਟੀ ਲੈਵਲ 'ਤੇ। ਫਿਰ ਤੁਸੀਂ ਆ ਜਾਂਦੇ ਹੋ ਸੀਨੀਅਰ ਲੈਵਲ 'ਤੇ। ਹੁਣ ਜਦ ਤੁਸੀਂ ਸੀਨੀਅਰ ਲੈਵਲ 'ਤੇ ਆ ਜਾਂਦੇ ਹੋ, ਹੁਣ ਜਿਹੜੇ ਬੰਦੇ ਪਹਿਲਾਂ ਸੀਨੀਅਰ ਲੈਵਲ 'ਤੇ ਕੰਮ ਕਰ ਰਹੇ ਸੀਗੇ ਡਿਫਰੈਂਟ ਡਿਪਾਰਟਮੈਂਟਸ 'ਤੇ, ਹੁਣ ਤੁਸੀਂ ਉਹਨਾਂ ਦੇ ਬਰਾਬਰ ਆ ਗਏ। ਪਹਿਲੇ ਉਹ ਤੁਹਾਨੂੰ ਔਡਰਸ ਦੇ ਰਹੇ ਸੀਗੇ, ਤੁਸੀਂ ਫੋਲੋ ਕਰ ਰਹੇ ਸੀਗੇ, ਹੁਣ ਤੁਸੀਂ ਵੀ ਔਡਰਸ ਆਪਣੀ ਟੀਮ ਨੂੰ ਪਾਸ ਕਰ ਰਹੇ ਹੋ, ਹੈ ਨਾ। ਅਤੇ ਉੱਥੇ ਕੀ ਹੁੰਦਾ ਕਿ ਕੱਲ੍ਹ ਇਸ ਬੰਦੇ ਨੂੰ ਮੈਂ ਕੰਮ ਸਿਖਾਇਆ ਸੀ, ਇਹ ਮੇਰੇ ਅੰਡਰ ਕੰਮ ਕਰ ਰਿਹਾ ਸੀਗਾ, ਹੁਣ ਇਹ ਸੇਮ ਲੈਵਲ 'ਤੇ ਮੇਰੇ ਨਾਲ ਕੰਮ ਕਰ ਰਿਹਾ ਹੈ, ਕਿ ਮੈਂ ਆਡਿਟ ਕਰ ਰਿਹਾ ਸੀ, ਹੁਣ ਇਹ ਬੰਦਾ ਵੀ ਆਡਿਟ ਕਰਨ ਲੱਗ ਗਿਆ, ਅਤੇ ਉੱਥੇ ਇਨਸਿਕਿਉਰਿਟੀਜ਼ ਹੋਰ ਵਧਣ ਲੱਗ ਗਈ। ਹੁਣ ਤੁਹਾਨੂੰ ਜਿਹੜੀ ਨੌਲੇਜ ਉਹ ਸਿਖਾ ਰਹੇ ਸੀਗੇ, ਜਿਹੜੀ ਇਨਫੋਰਮੇਸ਼ਨ ਉਹ ਪਹਿਲੇ ਦੇ ਰਹੇ ਸੀਗੇ, ਉਹ ਹੁਣ ਘੱਟ ਹੋ ਜਾਂਦੀ ਹੈ। ਹੁਣ ਤੁਹਾਨੂੰ ਹੋਰ ਵੇਜ਼ ਫਿਗਰ ਆਊਟ ਕਰਨੇ ਪੈਂਦੇ ਆ ਉਹ ਚੀਜ਼ਾਂ ਨੂੰ ਸਿੱਖਣ ਲਈ। ਹੁਣ ਤੁਹਾਨੂੰ ਸਿਸਟਮ 'ਤੇ ਡਿਪੈਂਡ ਕਰਨਾ ਪੈਂਦਾ ਹੈ, ਜਾਂ ਜੋਬ ਏਡਸ ਹੁੰਦੀਆਂ ਉਹ ਪੜ੍ਹ ਕੇ ਆਪਣੀ ਸਟਰਗਲਸ ਆਪ ਕਰਨੀਆਂ ਪੈਂਦੀਆਂ। ਫਿਰ ਵੀ ਸੀਨੀਅਰ ਲੈਵਲ ਤੱਕ ਵੀ ਠੀਕ ਸੀਗਾ, ਤੁਸੀਂ ਸੇਮ ਸਟੋਰ 'ਚ ਸੀਗੇ, ਅਤੇ ਸਟਿਲ ਯੂ ਹੈਵ ਫਰੈਂਡਸ। ਪਰ ਜੇ ਹੁਣ ਤੁਸੀਂ ਇੱਕਦਮ ਆਲ ਟੂਗੈਦਰ ਡਿਫਰੈਂਟ ਸਟੋਰ 'ਚ ਜਦ ਮੂਵ ਕਰਦੇ ਹੋ, ਉਸ ਸਟੋਰ ਦੇ ਵੀ ਬੰਦੇ ਉਸ ਪੋਜੀਸ਼ਨ ਵਾਸਤੇ ਅਪਲਾਈ ਕਰ ਰਹੇ ਨੇ, ਠੀਕ ਹੈ, ਉਹ 9 years ਤੋਂ ਉਸੀ ਪੋਜੀਸ਼ਨਾਂ 'ਤੇ ਕੰਮ ਕਰ ਰਹੇ ਨੇ ਸੀਨੀਅਰ ਲੈਵਲ 'ਤੇ, ਟੀਮ ਲੀਡ ਆਪਰੇਸ਼ਨਸ ਬਣਨਾ ਚਾਹੁੰਦੇ ਨੇ। ਤੁਸੀਂ ਇੱਕ ਨਿਊ ਕਮਰ ਹੋ, ਤੁਸੀਂ 2.5 years 'ਚ ਆ ਕੇ ਤੁਸੀਂ ਸੋਚ ਰਹੇ ਹੋ ਕਿ ਤੁਸੀਂ ਉਹ ਟੀਮ ਲੀਡ ਆਪਰੇਸ਼ਨਸ ਦੀ ਪੋਜੀਸ਼ਨ ਲੈ ਲਓਗੇ। ਤੁਸੀਂ ਵੀ ਅਪਲਾਈ ਕੀਤਾ, ਔਰ 10 years ਜਾਂ 9 years ਤੋਂ ਜਿਹੜਾ ਬੰਦਾ ਉਸ ਸਟੋਰ 'ਚ ਕੰਮ ਕਰ ਰਿਹਾ ਉਹਨੇ ਵੀ ਅਪਲਾਈ ਕੀਤਾ, ਇੱਕ 5 years ਤੋਂ ਕਰ ਰਿਹਾ ਉਹਨੇ ਵੀ ਅਪਲਾਈ ਕੀਤਾ, ਬਟ ਹੁਣ ਉਹ ਪੋਜੀਸ਼ਨ ਮਿਲ ਗਈ ਇੱਕ ਇੱਦਾਂ ਦੇ ਬੰਦੇ ਨੂੰ ਜਿਹੜਾ 2.5 years ਤੋਂ ਕੰਪਨੀ ਨਾਲ ਹੈ। ਅੱਛਾ। ਅਤੇ ਹੁਣ ਇੱਕ ਸਿਚੁਏਸ਼ਨ ਕ੍ਰੀਏਟ ਹੋ ਗਈ, ਤੁਸੀਂ ਹਾਇਰ ਹੋ ਗਏ, ਤੁਸੀਂ ਇੱਕ ਨਿਊ ਰੋਲ, ਨਿਊ ਐਕਸਾਈਟਮੈਂਟ, ਨਿਊ ਓਪਰਚੁਨਿਟੀ ਸੋਚ ਕੇ ਆ ਰਹੇ ਹੋ, ਬਟ ਅਤੇ ਤੁਸੀਂ ਨਿਊ ਰੋਲ 'ਚ ਤੁਸੀਂ ਹਾਲੇ ਉਹ ਨਿਊ ਰੋਲ ਪਰਫੋਰਮ ਕਰਨਾ ਹੈ। ਮੇ ਬੀ ਤੁਹਾਨੂੰ ਵਨ ਸਾਈਡ ਆਫ ਦਾ ਬਿਜ਼ਨਸ ਪਤਾ ਸੀਗੀ, ਲਾਈਕ ਟੀਮ ਲੀਡ ਆਪਰੇਸ਼ਨਸ ਹੈ, ਤੁਹਾਨੂੰ ਕਸਟਮਰ ਸਰਵਿਸ ਬਾਰੇ ਤਾਂ ਸਭ ਕੁਝ ਪਤਾ ਸੀ ਕਿਉਂਕਿ ਤੁਸੀਂ ਉਹ ਕਰ ਰਹੇ ਸੀਗੇ ਐਜ਼ ਅ ਸੀਨੀਅਰ। ਹੁਣ ਤੁਹਾਨੂੰ ਇੱਕ ਪ੍ਰੋਡਕਟ, ਇੱਕ ਵੇਅਰ ਹਾਊਸ ਡਿਪਾਰਟਮੈਂਟ ਵੀ ਸਾਂਭਣਾ
ਹਨਾ। ਤੇ ਹੁਣ ਵੇਅਰ ਹਾਊਸ ਡਿਪਾਰਟਮੈਂਟ ਬਾਰੇ ਤੁਹਾਨੂੰ ਕੋਈ ਨੌਲੇਜ ਨਹੀਂ ਹੈ, ਤੁਹਾਨੂੰ ਕੁਝ ਨਹੀਂ ਪਤਾ ਵੀ ਕਿੱਦਾਂ ਪਲੈਨੋਗ੍ਰਾਮਸ ਕੀ ਹੁੰਦੇ ਨੇ, ਲਾਈਕ ਬੇਸਿਕ ਹਨਾ, ਵੀ ਤੁਹਾਨੂੰ ਕਿੱਦਾਂ ਆਰਗੇਨਾਈਜੇਸ਼ਨ ਕਰਨੀ ਹੈ, ਕਿੱਦਾਂ ਟਰੱਕ ਅਨਲੋਡ ਕਰਨਾ ਜਾਂ ਪੈਲੇਟ ਜਾਂ ਕਿੱਦਾਂ ਮੂਵ ਕਰਨਾ ਹੈ, ਤੁਹਾਨੂੰ ਕੁਝ ਨਹੀਂ ਆਉਂਦਾ। ਬਟ ਤੁਸੀਂ ਟੀਮ ਲੀਡ ਆਪਰੇਸ਼ਨਸ ਹੋ, ਤੁਸੀਂ ਇਹ ਕੰਮ ਕਿਸੇ ਨੂੰ ਕੋਚ ਕਰਨਾ, ਤੁਸੀਂ ਉਹਨਾਂ ਤੋਂ ਕਰਾਉਣਾ ਹੈ, ਸਿਖਾਉਣਾ ਹੈ। ਤੁਸੀਂ ਕੋਈ ਬੰਦਾ ਨਿਊ ਹਾਇਰ ਕਰ ਲਿਆ, ਤੁਸੀਂ ਉਹਨੂੰ ਇਹ ਤਾਂ ਨਹੀਂ ਕਹੋਗੇ ਤੂੰ ਪੈਲੇਟ ਜੈਟ ਆਪਰੇਟ ਕਰ। ਜੇ ਮੈਨੂੰ ਖੁਦ ਨਹੀਂ ਕੋਈ ਚੀਜ਼ ਆਉਂਦੀ, ਮੈਂ ਕਿੱਦਾਂ ਕਿਸੇ ਨੂੰ ਕਹਿ ਦੂੰਗੀ ਵੀ ਤੂੰ ਮੈਨੂੰ ਇਹ ਕਰਕੇ ਦੇ। ਤੇ ਹੁਣ ਤੁਹਾਨੂੰ ਇਨਫੋਰਮੇਸ਼ਨ ਦੀ ਜ਼ਰੂਰਤ ਹੈ, ਹੁਣ ਤੁਹਾਨੂੰ ਸਪੋਰਟ ਦੀ ਜ਼ਰੂਰਤ ਹੈ, ਤੇ ਤੁਸੀਂ ਕਿਸੇ ਹੋਰ ਪਲੇਸ ਤੋਂ ਵੀ ਮੂਵ ਕਰੇ ਹੋ ਤੇ ਬਹੁਤ ਸਾਰੇ ਥੋਟਸ ਨੇ, ਤੇ ਕੰਮ ਤੇ ਵੀ ਇਹ ਸਪੋਰਟ ਨਹੀਂ ਮਿਲਦਾ। ਜੇ ਤੁਸੀਂ ਸਿੱਖਣਾ ਵੀ ਚਾਹੋ, ਉਹ ਬੰਦਾ ਹੁਣ ਤੁਹਾਨੂੰ ਨਹੀਂ ਸਿਖਾਏਗਾ ਕਿਉਂਕਿ ਉਹ ਇਨਸਿਕਿਉਰ ਹੋ ਗਿਆ ਕਿ ਉਹਨੇ 10 ਇਅਰਸ ਕੰਪਨੀ ਨਾਲ ਕੰਮ ਕੀਤਾ। ਬਿਲਕੁਲ ਬਿਲਕੁਲ। ਤੁਸੀਂ ਨਿਊ ਇਕਮਰ ਆ ਕੇ ਤੁਸੀਂ ਉਹਦਾ ਰੋਲ ਲੈ ਲਿਆ, ਤੇ ਪਹਿਲੀ ਗੱਲ ਤਾਂ ਉਹ ਇਹ ਪ੍ਰੂਵ ਕਰੂਗਾ ਕਿ ਯੂ ਆਰ ਨਾਟ ਕੈਪੇਬਲ ਫॉर दैट ਰੋਲ। ਤੇ ਸਭ ਤੋਂ ਵੱਡੀ ਗੱਲ ਤੁਹਾਨੂੰ ਇਹ ਪ੍ਰੂਵ ਕਰਨਾ ਹੈ ਕਿ ਯੂ ਆਰ ਦ ਰਾਈਟ ਚੋਇਸ, ਕਿ ਤੁਸੀਂ ਸਹੀ ਹੋ ਇਸ ਰੋਲ ਵਾਸਤੇ, ਹੈ ਨਾ। ਤੇ ਬੰਦਾ ਕਿਸ ਚੀਜ਼ 'ਤੇ ਫੋਕਸ ਕਰ ਸਕਦਾ ਹੈ? ਕੰਮ ਤਾਂ ਕੋਈ ਵੀ ਕਰ ਸਕਦਾ ਹੈ। ਸਭ ਤੋਂ ਪਹਿਲਾਂ ਤੁਸੀਂ ਫੋਕਸ ਕਰ ਸਕਦੇ ਹੋ ਬਿਹੇਵੀਅਰ 'ਤੇ, ਕਿ ਤੁਸੀਂ ਐਜ਼ ਅ ਟੀਮ ਲੀਡ ਆਪਰੇਸ਼ਨਸ ਤੁਸੀਂ ਇਸ ਸਿਚੁਏਸ਼ਨ ਨੂੰ ਕਿੱਦਾਂ ਕੰਟਰੋਲ ਕਰੋਗੇ, ਤੁਸੀਂ ਕਿੱਦਾਂ ਉਸ ਬੰਦੇ ਨੂੰ ਆਪਣੀ ਟੀਮ 'ਚ ਲਿਆਓਗੇ। ਤੇ ਸਭ ਤੋਂ ਪਹਿਲਾਂ ਤੁਹਾਨੂੰ ਸ਼ੁਰੂਆਤ ਕਰਨੀ ਪਊਗੀ ਫਾਈਂਡਿੰਗ ਯੋਰ ਪੀਪਲ। ਹਰ ਕੋਈ ਤੁਹਾਡਾ ਫਰੈਂਡ ਨਹੀਂ ਹੈ ਹਾਲੇ ਵੀ ਉਸ ਸਟੋਰ 'ਚ, ਪਰ ਕੋਈ ਇੱਕ ਬੰਦਾ ਹੋਊਗਾ ਜਿਹੜਾ ਤੁਹਾਨੂੰ ਸਪੋਰਟ ਕਰਨ ਲਈ ਰੈਡੀ ਹੈ। ਤੇ ਆਈ ਸਟਾਰਟਡ ਵਿਦ ਦੈਟ। there was only one person in my warehouse team ਜਿਹੜਾ ਸੀਗਾ ਕਿ ਵੀ ਨਹੀਂ ਵੀ ਲਾਈਕ ਕੋਈ ਗਰਲ ਹੈ ਵੇਅਰਹਾਊਸ ਵੀ ਸੰਭਾਲੂਗੀ, ਕਸਟਮਰ ਸਰਵਿਸ ਵੀ ਸੰਭਾਲੂਗੀ, ਨਹੀਂ ਵੀ ਮੈਨੂੰ ਮੈਂ ਸਪੋਰਟ ਦੂੰਗਾ। ਉਹ ਬੰਦਾ ਮੇਰੇ ਕੋਲ ਆਇਆ ਕਿ ਵੀ ਆਈ ਐਮ ਰੀਅਲੀ ਅਪਰੀਸ਼ੀਏਟਿੰਗ ਲਾਈਕ ਯੂ ਆਰ ਸੋ ਯੰਗ, ਟੀਮ ਲੀਡ ਆਪਰੇਸ਼ਨਸ, ਆਈ'll support you, just let me know what you want me to learn। ਤੇ ਮੈਂ ਉਸ ਟਾਈਮ ਆਪਣਾ ਟੀਮ ਲੀਡ ਆਪਰੇਸ਼ਨ ਸਾਈਡ ਰੱਖਤਾ, ਤੇ ਮੈਂ ਇੱਕ ਨੋਰਮਲ ਆਪਣੇ ਆਪ ਨੂੰ ਵੇਅਰ ਹਾਊਸ ਐਸੋਸੀਏਟ ਬਣ ਕੇ ਕੰਮ ਸਿੱਖਣਾ ਸ਼ੁਰੂ ਕੀਤਾ ਕਿ ਓਕੇ ਮੈਂ ਤੇਰੇ ਨਾਲ ਕੰਮ ਕਰਦੀ ਹਾਂ, ਤੂੰ ਮੈਨੂੰ ਸਿਖਾ ਕਿ ਤੂੰ ਕੀ ਪਲੈਨੋਗ੍ਰਾਮ ਕੀ ਕਰ ਰਿਹਾ ਹੈ, ਜਾਂ ਤੂੰ ਸ਼ਿਫਟ ਸ਼ੁਰੂ ਕਰਦਾ ਹੈ ਵੀ ਤੂੰ ਕੀ ਟਾਰਗੇਟਸ ਲੈ ਕੇ ਆਉਣਾ, ਵੀ ਤੂੰ ਕੀ ਕੀ ਕਰਨਾ ਹੈ। ਤੇ ਮੈਂ ਰੋਲ ਨੂੰ ਪਹਿਲਾਂ ਸਮਝਣ ਦੀ ਕੋਸ਼ਿਸ਼ ਕੀਤੀ ਗਰਾਊਂਡ ਲੈਵਲ 'ਤੇ, ਤੇ ਹੌਲੀ 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 ਕਰਕੇ ਜਦ ਆਪ ਤੁਸੀਂ ਉਸ ਰੋਲ 'ਚ ਕੰਫਰਟੇਬਲ ਹੋ ਗਏ, ਹੁਣ ਤੁਹਾਨੂੰ ਕੋਚ ਕਰਨਾ ਹੈ, ਗਾਈਡ ਕਰਨਾ ਹੈ, ਸਭ ਕੁਝ ਕਰਨਾ ਹੈ। ਇੱਕ ਇਹ ਬੰਦਾ ਹੈ ਜਿਹੜਾ ਤੁਹਾਡਾ ਪਰਸਨ ਹੈ ਜਿਹੜਾ ਤੁਹਾਨੂੰ ਸਿਖਾ ਰਿਹਾ, ਪਰ ਇੱਕ ਦੂਜਾ ਪਰਸਨ ਹੈ ਜਿਹੜਾ ਆਲਰੇਡੀ ਤੁਹਾਡੇ ਤੋਂ ਜ਼ਿਆਦਾ ਉਸ ਰੋਲ ਬਾਰੇ ਜਾਣਦਾ ਹੈ, ਬਟ ਉਹ ਤੁਹਾਡੇ ਬਰਾਬਰ ਨਹੀਂ ਹੈ, ਉਹ ਤੁਹਾਡੇ ਤੋਂ ਇੱਕ ਲੈਵਲ ਘੱਟ ਹੈ। ਹੁਣ ਤੁਸੀਂ ਉਹਨੂੰ ਕੋਚ ਕਰਨਾ ਹੈ, ਉਹਦੇ ਐਕਸਪੀਰੀਅੰਸ ਨੂੰ, ਉਹਦੇ ਲਾਈਕ ਕਿੰਨੇ ਸਾਲ ਉਹਨੇ ਕੰਪਨੀ ਨਾਲ ਕੰਮ ਕੀਤਾ, ਉਹ ਸਭ ਕੁਝ ਦੇਖਦੇ ਹੋਏ, ਤੇ ਤੁਸੀਂ ਉਹ ਤੁਹਾਡੀ ਟੀਮ 'ਚ ਵੀ ਨਹੀਂ ਹੈ, ਉਹ ਰੈਜ਼ਿਸਟ ਕਰ ਰਿਹਾ ਹੈ, ਹੀ ਇਜ਼ ਨਾਟ ਕੋਆਪਰੇਟਿੰਗ, ਹੀ ਜਸਟ ਫਾਈਨ ਲਾਈਕ ਉਹ ਸਿਰਫ ਇਹ ਦੇਖ ਰਿਹਾ ਕਿ ਮੈਂ ਕਿੱਦਾਂ ਪ੍ਰੂਵ ਕਰਾਂ ਵੀ ਸ਼ੀ ਇਜ਼ ਦ ਰੋਂਗ ਚੋਇਸ। ਤੇ ਬਹੁਤ ਸਾਰੀ ਡਿਫਿਕਲਟੀਜ਼ ਤੁਸੀਂ ਫੇਸ ਕਰਦੇ ਹੋ, ਤੇ ਇਹਨੂੰ ਸੋਲਵ ਕਰਨ ਦਾ, ਇਹਨੂੰ ਕੋਪ ਅਪ ਕਰਨ ਦਾ ਸਿਰਫ ਇੱਕ ਹੀ ਤਰੀਕਾ ਹੈ, ਲਾਈਕ know your people, find your people first। ਕੰਮ ਨੂੰ ਸਿੱਖੋ ਗਰਾਊਂਡ ਰੂਟ ਲੈਵਲ ਤੋਂ। ਜਦ ਤੁਹਾਨੂੰ ਨੌਲੇਜ ਹੋਊਗੀ ਆਪਣੇ ਰੋਲ ਬਾਰੇ, ਆਈ ਡੋਂਟ ਥਿੰਕ ਕਿ ਕੁਛ ਵੀ ਟਫ ਹੋਊਗਾ। ਤੇ ਨਹੀਂ, ਹਾਂ ਬਿਲਕੁਲ ਸਹੀ ਹੈ। ਜਦੋਂ ਮੈਂ ਵੀ ਵਾਲਮਾਰਟ ਜਦੋਂ ਕੰਮ ਕੀਤਾ ਸੀਗਾ ਨਾ, ਇਹਦਾ ਤੁਸੀਂ ਚਲੋ ਹਾਇਰ ਲੈਵਲ 'ਤੇ ਚਲੇ ਗਏ, ਛੋਟੇ ਲੈਵਲ 'ਤੇ ਵੀ ਇਹ ਸਭ ਸ਼ੁਰੂ ਹੋ ਜਾਂਦਾ ਹੈ ਨਾ। ਵੀ ਜਿਸ ਤਰ੍ਹਾਂ ਜਿਹੜੇ ਪਹਿਲਾਂ ਤੋਂ ਬੰਦੇ ਲੱਗੇ ਆ, ਮੈਂ ਐਸੋਸੀਏਟ ਆ, ਹੈ ਨਾ, ਪਤਾ ਲੱਗ ਜਾਂਦਾ ਹੈ ਉਹਨਾਂ ਨੂੰ ਵੀ ਜਿਹੜਾ ਮੈਨੇਜਰ ਹੈ ਨਾ ਉਹ ਕਿਹੜੇ ਬੰਦੇ 'ਚ ਇੰਟਰਸਟਿਡ ਆ ਜ਼ਿਆਦਾ, ਹੈ ਨਾ, ਇੰਟਰਨਲ ਵੀ। ਹਾਂ ਵੀ ਪਹਿਲਾਂ ਹੀ ਪਤਾ ਲੱਗ ਜਾਂਦਾ, ਆਈਡੀਆ ਜਾਂ ਹੋ ਜਾਂਦਾ ਸਭ ਨੂੰ ਵੀ ਕੌਣ ਪ੍ਰਮੋਟ ਹੋਣ ਲੱਗਿਆ, ਹੈ ਨਾ। ਅਤੇ ਜਦੋਂ ਆਈਡੀਆ ਹੁੰਦਾ ਨਾ, ਜਦੋਂ ਹੀ ਕਲਿੱਕ ਕਰਦਾ ਨਾਲਦਿਆਂ ਨੂੰ, ਉਸੇ ਟਾਈਮ ਤੋਂ ਬਿਹੇਵੀਅਰ ਚੇਂਜ ਹੋ ਜਾਂਦਾ ਬੰਦਿਆਂ ਦਾ, ਹੈ ਨਾ। ਵੀ ਹਾਂ ਵੀ ਭਾਈ ਵੀ ਹੈ ਨਾ, ਆਹ ਕੰਮ ਇੱਦਾਂ, ਉਹ ਕੰਮ ਇੱਦਾਂ, ਹੈ ਨਾ, ਜਿੱਦਾਂ ਤੁਸੀਂ ਕਹਿ ਰਹੇ ਸੀਗੇ। ਨੌਲੇਜ ਸ਼ੇਅਰਿੰਗ ਬੰਦ ਹੋ ਜਾਂਦੀ ਹੈ, ਜਿਹੜੀ ਖੁੱਲੀ ਨੌਲੇਜ ਦੇ ਰਹੇ ਸੀ ਨਾ, ਕੰਮ ਸਿਖਾ ਰਹੇ ਸੀ, ਕਿਤੇ ਮੈਨੂੰ ਇਹ ਸਿਖਾਤਾ, ਕਿਤੇ ਮੇਰੀ ਇਹ ਨਾ ਪੱਤੇ ਕੱਟ ਦੇ। ਮੈਨੂੰ ਸ਼ਾਇਦ ਐਵੇਂ ਲੱਗਦਾ ਕਿ ਇਹ ਚੀਜ਼ ਤਾਂ ਤੁਸੀਂ ਕਿਤੇ ਵੀ ਦੇਖ ਸਕਦੇ ਹੋ, ਇਹ ਸ਼ਾਇਦ ਆਪਣੀ ਖੁਦ ਦੀ ਕੰਟਰੀ ਦੇ ਵਿੱਚ ਵੀ ਇਹ ਚੀਜ਼ ਹੈਗੀ ਹੈ ਹਰੇਕ ਪਾਸੇ। ਇਹ ਹਰੇਕ ਪਾਸੇ ਹੈ, ਇੱਕ ਵਰਕ ਪੋਲੀਟਿਕਸ ਹੈ, ਇਹ ਤੁਹਾਡੇ ਨਾਲ ਜਿੱਥੇ ਵੀ ਤੁਸੀਂ ਜਿਹੜੀ ਵੀ ਕੰਪਨੀ ਜਾਓ ਤੁਹਾਡੇ ਨਾਲ ਹੀ ਜਾਂਦੀ ਆ। ਸਪੈਸ਼ਲੀ ਤੁਸੀਂ ਕਾਰਪੋਰੇਟ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਥੋੜ੍ਹੀ ਜ਼ਿਆਦਾ ਦੇਖਣ ਨੂੰ ਮਿਲਦੀ, ਤੁਸੀਂ ਜ਼ਿਆਦਾ ਨੋਟਿਸ ਕਰਦੇ ਹੋ, ਹੈ ਨਾ। ਅਤੇ ਇਹ ਤਾਂ ਮਤਲਬ ਤੁਸੀਂ ਹਰ ਕਿਤੇ ਦੇਖ ਸਕਦੇ ਹੋ, ਤੁਹਾਨੂੰ ਕੋਈ ਉੱਥੇ ਕੋਈ ਤੁਹਾਡੀ ਲੱਤ ਖਿੱਚਣ ਵਾਸਤੇ ਹੋਊਗਾ ਹੀ ਹੋਊਗਾ ਜਦੋਂ ਤੁਸੀਂ ਕਿਤੇ ਉੱਪਰ ਗਰੋ ਕਰਦੇ ਹੋ। ਹਾਂਜੀ ਬਿਲਕੁਲ। ਐਕਚੁਅਲੀ ਇਹਦੇ ਵਿੱਚ ਮੈਨੂੰ ਲੱਗਦਾ ਇੱਦਾਂ ਵੀ ਨਹੀਂ ਸਾਨੂੰ ਦੇਖਣਾ ਚਾਹੀਦਾ, ਕੈਨੇਡੀਅਨ, ਇੰਡੀਅਨ। ਵੈਸੇ ਤਾਂ ਚਲੋ ਮਾੜਾ ਮੋਟਾ ਰੇਸਿਜ਼ਮ ਤਾਂ ਹਰੇਕ ਪਾਸੇ ਆ, ਉਹ ਤਾਂ ਹੈ ਹੀ ਆ ਹਰੇਕ ਪਾਸੇ, ਹੈ ਨਾ। ਹੁਣ ਜਿਸ ਤਰ੍ਹਾਂ ਪੰਜਾਬ 'ਚ ਆਪਾਂ ਬਿਹਾਰ ਤੋਂ ਬੰਦੇ ਆਉਂਦੇ ਆ, ਆਪਾਂ ਨੂੰ ਭਈਏ ਕਹਿੰਦੇ ਆ, ਜੋ ਕਿ ਐਕਚੁਅਲ 'ਚ ਉਹ ਵੀ ਰੇਸਿਜ਼ਮ ਹੀ ਕਾਈਂਡ ਆਫ, ਉਹਦੀ ਇੱਕ ਅਲੱਗ ਹੀ ਵਰਜਨ ਹੈ, ਹੈ ਨਾ। ਅਤੇ ਬੰਦੇ ਸੇਮ ਹੀ ਹੈ ਹਰੇਕ, ਮਤਲਬ ਜਿੱਧਰ ਵੀ ਵਰਕ ਕਲਚਰ ਇੱਦਾਂ ਦਾ ਹੈ, ਉੱਥੇ ਇੱਦਾਂ ਦਾ ਹੋ ਹੀ ਰਿਹਾ, ਹੈ ਨਾ, ਸਾਰੇ ਬਿਲਕੁਲ। ਹਾਂ, ਪਰ ਇਹ ਵੀ ਕੀਪ ਔਨ ਗੋਇੰਗ, ਨੋ ਮੈਟਰ ਵਾਟ, ਕੀਪ ਔਨ ਗੋਇੰਗ, ਹੈ ਨਾ। ਵੀ ਇੱਦਾਂ ਨਹੀਂ ਹੈ ਵੀ ਸਾਨੂੰ ਇੱਕ ਸੈਟਬੈਕ ਲੱਗਿਆ,
ਹਨਾ ਵੀ ਤੁਸੀਂ ਘਰੇ ਆਓ, ਕੋਈ ਨਾ ਗਿਵ ਅਪ ਨਹੀਂ ਕਰਨਾ ਪੈਂਦਾ, ਕਿਉਂਕਿ ਜੇ ਕੈਨੇਡਾ ਆ ਰਹੇ ਹੋ ਇਹੋ ਜਿਹਾ ਮਾਈਂਡਸੈਟ ਤਾਂ ਚਾਹੀਦਾ ਹੀ ਚਾਹੀਦਾ ਹਨਾ, ਜੇ ਸਾਰਾ ਕੁਝ ਛੱਡ ਕੇ ਆ ਰਹੇ ਹੋ, ਨਹੀਂ ਤਾਂ ਸਰਵਾਈਵ ਕਰਨਾ ਮੁਸ਼ਕਿਲ ਹੈ ਫਿਰ। नहीं नहीं बिल्कुल बिल्कुल, ਤੁਹਾਨੂੰ ਥੋੜਾ ओपन माइंडेड होकर चलना पड़ेगा। जहाँ पे आप सीनियर लेवल पे भी पहुँच के एक बार आपको होगा कि बस गिव अप कर देना है कि नहीं हो रहा। ਹਾਂ ਇਹ ਚੀਜ਼ ਸ਼ਾਇਦ ਕੈਨੇਡਾ ਦੇ ਵਿੱਚ ਇਹ ਚੀਜ਼ ਥੋੜ੍ਹੀ ਜ਼ਿਆਦਾ ਹੈ, ਕਿਉਂਕਿ ਇੰਡੀਆ ਦੇ ਵਿੱਚ ਆਪਣਾ ਕੀ ਹੁੰਦਾ, ਇੱਕ ਵਾਰ ਤੁਹਾਡੀ ਕਿਤੇ ਜਿੱਦਾਂ ਸਪੋਜ਼ ਕਰੋ ਤੁਸੀਂ ਤੁਹਾਡੀ ਬੈਂਕ 'ਚ ਜੋਬ ਲੱਗੀ ਹੈ ਨਾ, ਤੁਹਾਨੂੰ ਪਤਾ ਲੱਗ ਰਿਹਾ ਕਿ ਤੁਸੀਂ 70-80 ਹਜ਼ਾਰ ਰੁਪਏ ਉੱਥੇ ਕਮਾ ਰਹੇ ਹੋ ਇੰਡੀਆ ਦੇ ਹਿਸਾਬ ਨਾਲ, ਹੈ ਨਾ, ਤੁਸੀਂ ਸੈੱਟ ਹੋ, ਤੁਸੀਂ ਅਗਲੇ 25-30 ਸਾਲ 35 ਸਾਲ ਆਪਣੀ ਜ਼ਿੰਦਗੀ ਦੇ ਜੋਬ ਨੂੰ ਦੇਣ ਵਾਸਤੇ ਤਿਆਰ ਹੋ, ਹੈ ਨਾ। ਪਰ ਉਹ ਸ਼ਾਇਦ ਕੈਨੇਡਾ ਦੇ ਵਿੱਚ ਇਹ ਚੀਜ਼ ਮੈਂ ਇੱਕ ਨੋਟ ਕੀਤੀ ਹੈ ਕਿ ਇਹ ਅਲੱਗ ਹੈ ਉਰੇ। ਤੁਹਾਨੂੰ ਲੱਗ ਰਿਹਾ ਨਾ ਕਿ ਯਾਰ ਇੱਕ ਸ਼ੌਂਕ ਕਿ ਯਾਰ ਇਹ ਜੋਬ ਮੇਰੀ ਪੈਸ਼ਨ ਹੈ, ਇਹ ਮੇਰਾ ਸ਼ੌਂਕ ਹੈ, ਤੁਸੀਂ ਕੁਛ ਵੀ ਛੱਡਣ ਵਾਸਤੇ ਤਿਆਰ ਹੋ। ਮੈਂ ਉਰੇ ਗੋਰਿਆਂ ਦਾ ਹਿਸਾਬ ਲਾਇਆ ਕਿ ਗੋਰੇ ਲਾ ਲਓ ਕਿ ਬਹੁਤ ਵਧੀਆ ਕਮਾ ਰਹੇ, ਸਭ ਕੁਝ ਜ਼ਿੰਦਗੀ 'ਚ ਵਧੀਆ ਚੱਲ ਰਿਹਾ, ਘਰ ਵਧੀਆ ਕਿ ਹੈਗਾ, ਫੈਮਿਲੀ ਨਾਲ ਵਧੀਆ ਰਹਿ ਰਹੇ ਆ, ਉਹ ਮਤਲਬ ਜਾ ਕੇ ਜੋਬ ਚੇਂਜ ਕਰ ਦਿੰਦੇ ਆ, 10-15 ਸਾਲ ਇੱਕ ਜੋਬ 'ਤੇ ਕੰਮ ਕਰਕੇ ਜੋਬ ਹੀ ਚੇਂਜ ਕਰਤੀ, ਹੈ ਨਾ। ਅਤੇ ਆਪਣੇ ਵਰਗੇ ਬੰਦੇ ਵਾਸਤੇ ਉਹ ਚੀਜ਼ ਕਿੰਨੀ ਕੁ ਜ਼ਿਆਦਾ ਵੱਡੀ ਹੈ ਕਿ ਯਾਰ ਮਤਲਬ ਮੈਂ 10-15 ਸਾਲ ਕਿਤੇ ਕੰਮ ਕੀਤਾ ਅਤੇ ਹੁਣ ਉਸ ਤੋਂ ਬਾਅਦ ਮੈਂ ਜੋਬ ਚੇਂਜ ਕਰਕੇ ਇੱਕ ਨਵੇਂ ਸਿਰ ਤੋਂ ਜਾ ਕੇ ਕੋਈ ਹੋਰ ਕੰਮ ਸ਼ੁਰੂ ਕਰਨਾ ਚਾਹ ਰਿਹਾ, ਅਤੇ ਗੋਰੇ ਰਿਸਕ ਲੈਂਦੇ ਆ। ਅਤੇ ਸ਼ਾਇਦ ਇਹ ਇਸ ਕਰਕੇ ਹੀ ਮਤਲਬ ਥੋੜ੍ਹਾ ਜ਼ਿਆਦਾ ਹੋਰ ਕਾਮਯਾਬ ਹੋ ਜਾਂਦੇ, ਕਿਉਂਕਿ ਜਿਹੜਾ ਰਿਸਕ ਫੈਕਟਰ ਹੈ ਉਹ ਜ਼ਿਆਦਾ ਹੈ, ਉਹਨੂੰ ਜ਼ਿਆਦਾ ਉਹਦੇ ਨਾਲ ਖੇਲ ਰਹੇ ਹੈ ਨਾ, ਅਤੇ ਜਿੱਡਾ ਵੱਡਾ ਰਿਸਕ ਉਨਾ ਜ਼ਿਆਦਾ ਫਾਇਦਾ। ਅਤੇ ਬਸ ਉਹੀ ਹੈ ਕਿ ਗੋਰੇ ਚੇਂਜ ਕਰ ਦਿੰਦੇ ਆ, ਅਤੇ ਯਾਰ ਚੇਂਜ ਕਿਉਂ ਕੀਤੀ ਉਹਨਾਂ ਨੂੰ ਪੁੱਛੋ, ਕਿਉਂਕਿ ਮੈਨੂੰ ਇਹ ਕੰਮ 'ਚ ਜ਼ਿਆਦਾ ਇੰਟਰਸਟ ਹੈ, ਇਹ ਕੰਮ ਮੈਂ ਖੁਦ ਕਰਨਾ ਚਾਹੁੰਦਾ, ਭਾਵੇਂ ਮੈਨੂੰ ਪੈਸੇ ਘੱਟ ਮਿਲ ਰਹੇ, ਪਰ ਜਦੋਂ ਮੈਂ ਘਰ ਜਾ ਰਿਹਾ ਕੰਮ ਤੋਂ ਮੈਂ ਥੱਕਿਆ ਨਹੀਂ ਫੀਲ ਕਰ ਰਿਹਾ, ਮੈਨੂੰ ਖੁਸ਼ੀ ਹੋ ਰਹੀ ਹੈ ਕਿ ਯਾਰ ਵੀ ਮੈਂ ਅੱਜ ਇਹ ਕੰਮ ਕਰਕੇ ਆਇਆ, ਹੈ ਨਾ। ਅਤੇ ਇਹ ਚੀਜ਼ ਥੋੜ੍ਹੀ ਮੈਂ ਕਹਿ ਸਕਦਾ ਕਿ ਇੰਡੀਆ ਨਾਲੋਂ ਮੈਨੂੰ ਥੋੜ੍ਹਾ ਜਿਹੜਾ ਫਰਕ ਲੱਗਿਆ ਉਰੇ। ਨਹੀਂ ਹਾਂਜੀ ਬਿਲਕੁਲ ਫਰਕ ਜਿੱਦਾਂ ਕੰਮ ਤੋਂ ਬਾਅਦ ਤੁਸੀਂ ਇੱਥੇ ਬੁਲਾ ਲਿਆ, ਅਸੀਂ ਆ ਗਏ, ਹੈ ਨਾ। ਹਾਂ ਇਹ ਵੀ ਇੱਕ ਸ਼ੌਂਕ ਹੈ, ਮਤਲਬ ਇੰਨੀ ਦੂਰੋਂ ਤੁਸੀਂ ਆਏ ਹੋ। ਮੈਨੂੰ ਇਹ ਵੀ ਯਾਰ ਕੁਛ ਤਾਂ ਕਰੀਏ, ਸਾਰੇ ਕਰ ਰਹੇ ਆਪਾਂ ਵੀ, ਚਲੋ ਇੱਕ ਟਰਾਈ ਮਾਰ ਕੇ ਦੇਖ ਲੈਂਦੇ ਆ ਨਾ ਕੀ ਬਣਦਾ, ਹੈ ਨਾ, ਕੁਛ ਤਾਂ ਕਰੀਏ। ਜਿੱਦਾਂ ਹੁਣ ਮੈਂ ਮਤਲਬ ਮੈਂ ਚਲੋ ਕਹਿਣਾ ਨਹੀਂ ਚਾਹੁੰਦਾ, ਬਟ ਇਹ ਸ਼ੋਅ ਦੇ ਵਿੱਚ ਮੈਂ ਦੱਸ ਦੇਣਾ ਵੀ ਮੇਰਾ ਟਰੈਕ ਵੀ ਆਊਗਾ। ਅੱਛਾ ਟਰੈਕ, ਠੀਕ ਆ, ਮਾਈਕ ਟੈਸਟ ਕਰ ਲਾਂਗੇ ਆਪਾਂ ਮਾਈਕ ਤੁਹਾਡੇ ਸਾਰਾ ਹੀ ਲੈ ਜਾਣਾ, ਆਪਾਂ ਚੱਕ ਕੇ ਸਮਾਂ ਆਪਾਂ ਫਿਰ ਇੱਕ ਟਰੈਕ ਵੀ ਬਣਾਉਣਾ ਹੁਣ। ਨਹੀਂ ਮੈਨੂੰ ਇੱਦਾਂ ਸੀਗਾ ਵੀ ਜਿਸ ਤਰ੍ਹਾਂ ਨਾ ਮੈਂ YouTube 'ਤੇ ਇੱਦਾਂ ਹੀ ਟਾਈਪ ਕੀਤਾ ਕੁਛ ਵੀ, ਵਾਲਮਾਰਟ ਐਜ਼ ਐਨ ਕਰੀਅਰ, ਹੈ ਨਾ, ਬੈਸਟ ਬਾਏ ਐਜ਼ ਐਨ ਕਰੀਅਰ, ਅਤੇ ਬੰਦਿਆਂ ਨੇ ਕੋਈ ਇੱਦਾਂ ਦੀ ਪੋਡਕਾਸਟ ਵਾਲੇ ਥੀਮ ਵਿੱਚ ਕੋਈ ਇੱਦਾਂ ਦੀ ਵੀਡੀਓ ਨਹੀਂ ਹੈਗੀ YouTube 'ਤੇ, ਹੈ ਨਾ। ਅਤੇ ਮੈਂ ਕਿਹਾ ਕਿਉਂ ਨਾ ਵੀ ਆਪਾਂ ਇੱਦਾਂ ਜ਼ਰੂਰੀ ਨਹੀਂ ਹੈ ਵੀ ਕੋਈ ਬਹੁਤ ਬੰਦਾ ਸਾਡੀ ਪਹੁੰਚ ਤੋਂ ਹੀ ਬਾਹਰ ਹੈ ਨਾ, ਵੀ ਉਹਨੂੰ ਹੀ ਬੁਲਾ ਕੇ ਉਹਦਾ ਹੀ ਐਕਸਪੀਰੀਅੰਸ ਸ਼ੇਅਰ ਕਰਨਾ, ਹੈ ਨਾ। ਨੋਰਮਲ ਬੰਦੇ ਦੀ ਲਾਈਫ ਵੀ ਬਹੁਤ ਕੁਛ ਹੁੰਦਾ ਹੈ ਨਾ, ਵੀ ਆਪਾਂ ਵੀ ਬਹੁਤ ਕੁਛ ਇਹੋ ਜਿਹਾ ਸਿੱਖਦੇ ਹਾਂ। ਜਿਹੜਾ ਬੰਦਾ ਇੰਡੀਆ ਤੋਂ ਆ ਰਿਹਾ ਐਜ਼ ਅ ਸਟੂਡੈਂਟ ਆਈਕ, ਹੈ ਨਾ, ਉਹ ਸਕ੍ਰੈਚ ਤੋਂ ਸ਼ੁਰੂ ਕਰਨਾ। ਹੁਣ ਅਸੀਂ ਉਹ ਸਟੇਜ ਤਾਂ ਦੇਖ ਲਈ ਨਾ, ਹੈ ਨਾ, ਤਾਂ ਮਤਲਬ ਜੇ ਆਪਾਂ ਇਹ ਗੱਲਾਂ ਕਰਾਂਗੇ, ਹੈ ਨਾ, ਚਲੋ ਪੈਸੇ ਤਾਂ ਕਮਾਉਣੀ ਹੈ ਤਾਂ ਮੇਰਾ ਵੀ ਹਿਸਾਬ ਵੀ ਚਲੋ ਪੈਸਿਵ ਇਨਕਮ ਬਣੇ ਇਹ, ਪਰ ਫਿਰ ਵੀ ਥੋੜ੍ਹਾ ਇਨਫੋਰਮੇਟਿਵ ਵੀ ਹੋਵੇ ਉਹਦੇ ਵਿੱਚ ਵੀ, ਚਲੋ ਜੇ ਕੁਛ ਕਰ ਰਹੇ ਹਾਂ ਵੀ ਇੱਦਾਂ ਹੀ ਨਹੀਂ ਵੀ ਕੁਛ ਵੀ ਬੋਲੀਏ, ਹੈ ਨਾ, ਵੀ ਥੋੜ੍ਹਾ ਕਿਸੇ ਦਾ ਫਾਇਦਾ ਵੀ ਹੋਵੇ। ਹੁਣ ਜਿਸ ਤਰ੍ਹਾਂ ਮੰਨ ਲਓ ਹੁਣ ਜੇ ਕੋਈ ਆਹ ਪੋਡਕਾਸਟ ਦੇਖੂਗਾ ਤਾਂ ਮੇਨ ਇਹ ਹੈ ਵੀ ਹਾਂ ਜੇ ਕੋਈ ਬੈਸਟ ਬਾਏ ਬੰਦਾ ਅਪਲਾਈ ਕਰ ਰਿਹਾ ਤਾਂ ਉਹ ਇੱਦਾਂ ਨਹੀਂ ਦੇਖੂਗਾ ਜਸਟ ਸਿਰਫ ਭਾਈ ਇਹ ਜੋ ਮੈਂ ਕਰ ਰਿਹਾ, ਹੈ ਨਾ, ਇਸ ਮਤਲਬ ਇਹਨੂੰ ਮੈਂ ਹੁਣ ਕੰਸੀਡਰ ਹੀ ਨਾ ਕਰਾਂ ਵੀ ਮੈਂ ਇਹਦੇ ਵਿੱਚ ਗਰੋ ਨਹੀਂ ਕਰ ਸਕਦਾ, ਵੀ ਬਿਲਕੁਲ ਹੀ, ਹੈ ਨਾ, ਵੀ ਉਹ ਛੱਡ ਹੀ ਦੇਵੇ, ਵੀ ਹਾਂ ਵੀ ਉਹ ਉੱਦਾਂ ਹੀ ਕਰੇ, ਵੀ ਹਾਂ ਕੁਛ ਇਹੋ ਜਿਹਾ ਦੇਖ ਰਿਹਾ ਜਿਹੜਾ ਉੱਥੇ ਹੈ ਹੀ ਨਹੀਂ ਹੈ, ਅਤੇ ਜੇ ਉਹਨੂੰ ਕੁਛ ਇੱਥੇ ਓਪਰਚੁਨਿਟੀ ਮਿਲ ਰਹੀ ਹੈ ਉਹ ਮਿਸ ਕਰ ਦੇਗਾ, ਹੈ ਨਾ, ਮਤਲਬ ਕਿੰਨਾ ਕੁਛ ਮਿਸ ਕਰ ਦੇਗਾ ਫਿਰ ਉਹ ਵੀ। ਨਹੀਂ ਠੀਕ ਹੈ, ਐਜ਼ ਐਨ ਕਰੀਅਰ ਬੈਸਟ ਬਾਏ ਨੂੰ ਜੇ ਤੁਸੀਂ ਚੂਜ਼ ਕਰੋ ਤਾਂ ਕੋਈ ਮਾੜੀ ਗੱਲ ਨਹੀਂ, ਹੈ ਨਾ। ਨਹੀਂ ਬਿਲਕੁਲ ਮੈਨੂੰ ਤਾਂ ਨਹੀਂ ਲੱਗਦਾ ਭਾਜੀ। ਨਾਲੇ ਜਿੱਦਾਂ ਵੀ ਜਿੱਦਾਂ ਮਤਲਬ ਐਟਲਾਂਟਿਕ ਪ੍ਰੋਵਿੰਸਿਸ AIPP ਦਾ ਬਹੁਤ ਕਲਚਰ ਹੈ, ਆਈ ਥਿੰਕ ਬੈਸਟ ਬਾਈ ਇੱਕ ਬਹੁਤ ਅੱਛੀ ਓਪਰਚੁਨਿਟੀ ਹੈ ਉਸ ਚੀਜ਼ ਨੂੰ ਦੇਖ ਕੇ ਕਿ ਤੁਸੀਂ ਠੀਕ ਹੈ, ਤੁਸੀਂ ਪਾਰਟ ਟਾਈਮਰ ਤੋਂ ਸ਼ੁਰੂ ਕਰੋ, ਆਪਣੀ ਪੋਟੈਂਸ਼ੀਅਲ ਦਿਖਾਓ, ਫੁੱਲ ਟਾਈਮਰ ਪਹੁੰਚੋ, B ਲੈਵਲ ਜੋਬ ਲਓ, A ਲੈਵਲ ਜੋਬ ਲਓ, PR ਤਾਂ ਹੋ ਹੀ ਜਾਣੀ ਹੈ। ਫਿਰ ਤੁਹਾਨੂੰ ਲੋੜ ਹੀ ਨਹੀਂ ਹੈ ਕਿ ਤੁਸੀਂ AIPP ਨਾਲ ਰਿਸਟ੍ਰਿਕਟ ਹੋ ਜਾਓ ਜਾਂ ਸਿਰਫ ਉੱਥੇ ਹੀ ਕੰਮ ਕਰੋ, ਜਾਂ ਸਿਰਫ ਐਜ਼ ਅ ਡਿਸ਼ ਵਾਸ਼ਰ ਤੁਸੀਂ ਕਰ ਰਹੇ ਹੋ ਕਿਉਂਕਿ ਉਹ AIPP ਅਪਰੂਵਡ ਹੈ। ਲਾਈਕ ਆਪਣੇ ਆਪ ਨੂੰ ਰਿਸਟ੍ਰਿਕਟ ਨਾ ਕਰੋ ਸਿਰਫ AIPP ਲਈ। ਸ਼ਾਇਦ ਇੱਕ ਇਹੀ ਚੀਜ਼ ਸੀਗੀ ਜਿਹੜੀ ਮਤਲਬ ਅਸੀਂ ਕੰਸੀਡਰ ਕੀਤੀ ਨਾ, ਕਿ ਅਸੀਂ ਇਹ ਕੰਸੀਡਰ ਕੀਤਾ ਕਿ ਠੀਕ ਹੈ ਆਪਣਾ ਜਦੋਂ ਆਪਾਂ ਇੰਡੀਆ ਤੋਂ ਆਉਂਦੇ ਹਾਂ ਨਾ, ਸਟੱਡੀ ਪੂਰੇ ਕਰਕੇ PR ਲੈਣਾ ਇੱਕ ਆਪਣਾ ਸ਼ਾਰਟ ਟਰਮ ਗੋਲ ਹੈ ਨਾ, ਅਤੇ ਆਪਾਂ ਉਸ ਸ਼ਾਰਟ ਟਰਮ ਗੋਲ ਨੂੰ ਮਤਲਬ ਇੰਨਾ ਕੁ ਜ਼ਿਆਦਾ ਆਪਾਂ ਉਹਦੇ ਵਿੱਚ ਰੁੱਝ ਜਾਂਦੇ ਹਾਂ ਨਾ ਕਿ ਯਾਰ ਵੀ ਮਤਲਬ ਮੈਨੂੰ PR ਮਿਲਣੀ ਆ। ਲੋਕ ਕਿਸੇ ਵੀ ਤਰ੍ਹਾਂ ਦਾ ਵੀ ਕੰਮ ਕਰਨ ਨੂੰ ਤਿਆਰ ਹੈ, ਅਸੀਂ ਵੀ ਕੀਤਾ ਸਿਰਫ ਉਸ ਇੱਕ ਚੀਜ਼ ਕਰਕੇ, ਪਰ ਜਿਹੜੀ ਇੱਕ ਸੋਚ ਅਲੱਗ ਰੱਖੀ ਉਹਦੇ ਨਾਲ ਇਹ ਸੋਚਿਆ ਕਿ ਯਾਰ ਵੀ ਠੀਕ ਹੈ PR ਹੋ ਜਾਣੀ ਹੈ, ਹੈ ਨਾ, ਆਪਾਂ ਉਸ ਚੀਜ਼ ਵਾਸਤੇ ਮਿਹਨਤ ਕਰ ਰਹੇ ਹਾਂ, ਆਪਾਂ ਉਸ ਚੀਜ਼ ਵਾਸਤੇ ਉਹ ਹੋ ਜਾਣੀ ਹੈ। ਜਿਸ ਦਿਨ PR ਹੋ ਗਈ ਉਸ ਤੋਂ ਅਗਲੇ ਦਿਨ ਕੀ ਕਰਨਾ,
ਹਨਾ ਤੇ ਉਸ ਤੋਂ ਅਗਲੇ ਦਿਨ ਮਤਲਬ ਮੋਟਿਵ ਹੀ ਖਤਮ ਹੋ ਗਿਆ, ਮਤਲਬ ਤੁਹਾਡੇ ਕੋਲ ਤੁਹਾਡੇ ਦਿਮਾਗ ਦੇ ਵਿੱਚ ਤੁਹਾਡੇ ਦਿਲ ਦੇ ਵਿੱਚ ਕੁਝ ਹੈ ਹੀ ਨਹੀਂਗਾ ਵੀ ਰਹਿ ਕੀ ਗਿਆ। ਮੇਰੇ ਸਰਕਲ 'ਚ ਬਹੁਤ ਹੈ ਜਿਹੜੇ PR ਹੋ ਚੁੱਕੇ ਹੈ ਪਰ ਉਹਨਾਂ ਨੂੰ ਨਹੀਂ ਪਤਾ ਲੱਗ ਰਿਹਾ ਵੀ ਅੱਗੇ ਕੀ ਕਰਨਾ, ਤੇ ਜਿਹੜਾ ਕਿ ਬਹੁਤ ਨੋਰਮਲ ਹੈ ਮੇਰੇ ਹਿਸਾਬ ਨਾਲ, ਨਹੀਂ ਪਤਾ ਲੱਗਦਾ ਕਈਆਂ ਨੂੰ, ਹਨਾ। ਹਾਂ, ਪਰ ਉਹੀ ਮੈਂ ਕਹਿ ਰਿਹਾ ਵੀ ਸਾਡੇ ਨਾ ਨੇੜੇ ਤੇੜੇ ਬਹੁਤ ਕੁਝ ਇਹੋ ਜਿਹਾ ਹੁੰਦਾ, ਜਿਸ ਤਰ੍ਹਾਂ ਬੰਦਾ ਵਾਲਮਾਰਟ ਕੰਮ ਕਰ ਰਿਹਾ 2 ਸਾਲ ਉਹਨੇ ਕੰਮ ਕੀਤਾ, ਪਰ ਉਹਦਾ ਐਟੀਟਿਊਡ ਕੀ ਆ ਕੰਮ ਕਰਨ ਦਾ, ਵੀ ਮੈਂ ਜਾਣਾ ਅੱਧੇ ਘੰਟੇ ਦੀ ਬ੍ਰੇਕ ਹੈ 35 ਮਿੰਟ ਦੀ ਹੋ ਗਈ, 40 ਮਿੰਟ ਦੀ ਹੋ ਗਈ, ਹੈ ਨਾ। ਬਾਅਦ 'ਚ ਉਹਨੇ ਕੀਤਾ ਉਹ ਜਿਹੜਾ ਆਪਾਂ ਪੰਚ ਕਰਦੇ ਹਾਂ, ਹੈ ਨਾ। ਹੁਣ ਇਹ ਜਿਹੜੀਆਂ ਆਦਤਾਂ ਬਣੀ ਜਾਂਦੀਆਂ, ਹੈ ਨਾ, ਉਹ ਇਹ ਨਹੀਂ ਸੋਚ ਰਿਹਾ ਉਸ ਟਾਈਮ ਵੀ ਭਾਈ ਵੀ ਜਿਹੜੀ ਮੈਂ ਜੋਬ ਕਰ ਰਿਹਾ ਵੀ ਇਹ ਵੀ ਇੰਨੀ ਮਾੜੀ ਨਹੀਂ, ਵੀ ਇਹਨੂੰ ਮੈਂ ਇੱਦਾਂ ਸੋਚ ਕੇ ਨਾ ਚੱਲਾਂ ਵੀ ਹਾਂ ਵੀ ਬਸ ਬਾਈ ਮੈਂ ਹੈ ਨਾ ਖਰਚੇ ਕੱਢ ਲੂੰਗਾ ਜੀ, ਰੈਂਟ ਰੂੰਟ ਨਿਕਲ ਜੂਗਾ, ਹੈ ਨਾ, ਫੀਸ ਫੂਸ ਥੋੜ੍ਹੀ ਜੋੜ ਲੂੰਗਾ। ਜਿਸ ਤਰ੍ਹਾਂ ਵਾਲਮਾਰਟ ਵੀ ਚਲੋ ਇਹ ਤਾਂ ਤੁਹਾਡਾ ਇਲੈਕਟ੍ਰੋਨਿਕਸ ਡਿਪਾਰਟਮੈਂਟ ਆ ਗਿਆ ਨਾ, ਉੱਥੇ ਤੁਸੀਂ ਖੜਦੇ ਹੋ ਡਰੈਸ ਪਾ ਕੇ, ਥੋੜ੍ਹਾ ਵਧੀਆ ਵੀ ਲੱਗਦਾ, ਬੰਦਾ ਸੋਚਦਾ ਵੀ ਹੈ। ਵਾਲਮਾਰਟ ਦਾ ਤਾਂ ਬੇੜਾ ਹੀ ਕਰਕੇ ਨਾ, ਹੈ ਨਾ, ਉੱਥੇ ਦਾ ਬੰਦਾ ਹੈ ਨਾ ਜੈਕ ਜੁਕ ਸਾਰਾ ਹੈ ਨਾ ਪਾ ਕੇ ਤੇ ਇੱਦਾਂ ਸਕੂਡਾਂ ਹਿਲਾ ਰਿਹਾ, ਉਹ ਤਾਂ ਬੰਦੇ ਨੂੰ ਖੁਦ ਨੂੰ ਇੱਕ ਫੀਲਿੰਗ ਨਹੀਂ ਆਉਂਦੀ। ਹੁਣ ਬਿਲਕੁਲ ਬੰਦਾ ਡਿਪਾਰਟਮੈਂਟ ਮੈਨੇਜਰ ਬਣ ਜਾਂਦਾ, ਬੰਦੇ ਨੂੰ ਨਹੀਂ ਫੀਲਿੰਗ ਆਉਂਦੀ ਵੀ ਮੈਂ ਬਣ ਗਿਆ, ਹੈ ਨਾ। ਤੇ ਪਰ ਵਾਲਮਾਰਟ ਵੀ ਐਜ਼ ਅ ਕਰੀਅਰ ਬਹੁਤ ਵਧੀਆ, ਮੈਂ ਕਹਿੰਦਾ ਨਹੀਂ ਬਹੁਤ ਵਧੀਆ ਭਾਜੀ। ਆਪਣੇ ਕੁਝ ਸਾਡੇ ਹੀ ਨਾਲ ਦੇ ਹੀ ਕੁਝ ਫਰੈਂਡਸ ਹਨ ਜੋ ਤੁਹਾਨੂੰ ਹੁਣ ਅੱਗੇ ਤੁਸੀਂ ਵੀਡੀਓਜ਼ ਬਣਾਓਗੇ ਨਾ ਨਾਲ ਵੀ ਤਾਂ ਲੋਕਾਂ ਨੂੰ ਹੋਰ ਪਤਾ ਲੱਗੇਗਾ, ਤੇ ਹਨਾ ਤੇ ਮਤਲਬ ਠੀਕ ਹੈ ਇੱਕ ਏਡੇ ਲੈਵਲ ਦੇ ਉੱਤੇ ਵੀ ਹੈਗੇ ਆ ਕਿ ਅੱਜ ਉਹ ਲਾਈਕ ਵਾਲਮਾਰਟ ਇੱਕ ਬਹੁਤ ਵੱਡੀ ਕੰਪਨੀ ਹੈ, ਠੀਕ ਹੈ। ਤੇ ਮੈਨੂੰ ਜ਼ਿਆਦਾ ਮੈਂ ਸਟੱਡੀ ਨਹੀਂ ਕੀਤੀ ਬਟ ਸ਼ਾਇਦ ਇੱਕ ਵਾਲਮਾਰਟ 20-25 ਮਿਲੀਅਨ ਦਾ ਬਿਜ਼ਨਸ ਹੈ ਉਹ, ਹੈ ਨਾ ਇੱਕ, ਤੇ ਉਸ ਨੂੰ ਤੁਸੀਂ ਮਤਲਬ ਐਜ਼ ਅ ਸਟੋਰ ਮੈਨੇਜਰ ਤੁਸੀਂ ਉਹਨੂੰ ਮੈਨੇਜ ਕਰ ਰਹੇ ਹੋ, ਬਹੁਤ ਵੱਡੀ ਗੱਲ ਹੈ ਆਪਣੇ ਆਪ ਦੇ ਵਿੱਚ। ਤੁਸੀਂ ਮਤਲਬ ਇੱਕ ਕਮਿਊਨਿਟੀ ਦੇ ਵਿੱਚ ਜਾ ਕੇ ਏਡੇ ਬੜੀ ਪੋਜੀਸ਼ਨ ਦੇ ਉੱਤੇ ਸਰਵਾਈਵ ਕਰ ਰਹੇ ਹੋ, ਉਹ ਬਹੁਤ ਵੱਡੀ ਗੱਲ ਹੈ। ਤੇ ਉੱਠਦੇ ਤੁਸੀਂ ਕਿੱਥੋਂ, ਇੱਕ ਗਰਾਊਂਡ ਲੈਵਲ ਤੋਂ, ਬਿਲਕੁਲ ਬੇਸਿਕ ਤੋਂ, ਹੈ ਨਾ। ਤੇ ਉਹ ਬੰਦਾ ਉੱਥੇ ਤੱਕ ਉਹੀ ਪਹੁੰਚਦਾ ਜਿਹਨੇ ਉਹ ਬੇਸਿਕਸ ਨੂੰ ਸੀਰੀਅਸ ਲਿੱਤਾ ਹੋਏਗਾ, ਹੈ ਨਾ, ਜਿਹਨੇ ਉਹ ਬੇਸਿਕਸ ਨੂੰ ਮਤਲਬ ਇਹ ਨਹੀਂ ਸੋਚਿਆ ਹੋਏਗਾ ਕਿ ਯਾਰ ਦਿਸ ਇਜ਼ ਮਾਈ ਟਾਈਮ ਵੇਸਟ, ਕਿ ਮਤਲਬ ਬਸ ਮੈਂ 20 ਘੰਟੇ ਆ ਕੇ $400-500 ਕਮਾਉਣਾ ਜਿਹਦੇ ਨਾਲ ਮੈਂ ਆਪਣਾ ਰੈਂਟ ਪੇ ਕਰ ਸਕਾਂ। ਉਸਨੇ ਉਹ ਚੀਜ਼ ਨੂੰ ਉੱਦਾਂ ਲਿੱਤਾ ਹੀ ਨਹੀਂਗਾ। ਉਹਨਾਂ ਨੇ ਸੋਚਿਆ ਕਿ ਯਾਰ ਨਹੀਂ ਚਲੋ ਆਪਾਂ ਸਿੱਖ ਕੇ ਦੇਖਦੇ ਹਾਂ ਕਿੱਥੇ ਤੱਕ ਇਹ ਲੈ ਕੇ ਜਾਂਦੇ ਸਾਨੂੰ, ਆਪਾਂ ਸਿੱਖ ਕੇ ਦੇਖਦੇ ਹਾਂ ਕਿੱਥੇ ਤੱਕ ਜ਼ਿੰਦਗੀ ਜਾਂਦੀ ਹੈ ਨਾ। ਅੱਛਾ ਇੱਕ ਮੈਂ ਹੋਰ ਵੀ ਚੀਜ਼ ਦੇਖੀ, ਜਦੋਂ ਸਟਾਰਟਿੰਗ 'ਚ ਅਸੀਂ ਸਟਾਰਟ ਕਰਦੇ ਨਾ, ਅੱਛਾ ਚਲੋ ਮੰਨ ਲਓ ਆਪਾਂ ਸੀਰੀਅਸ ਲੈਣਾ ਸ਼ੁਰੂ ਕਰ ਦਿੰਦੇ ਹਾਂ ਆਪਦੀ ਜੋਬ ਨੂੰ, ਹੈ ਨਾ। ਹੁਣ ਸਾਡਾ ਜਿਹੜਾ ਇੰਡੀਅਨ ਕਲਚਰ ਹੈ ਨਾ, ਆਪਾਂ ਕਹਿ ਦਿੰਦੇ ਹਾਂ ਨਾ, ਬੰਦੇ ਵੀ ਥੋੜ੍ਹੇ ਕਈ ਵਾਰੀ ਇੱਦਾਂ ਜ਼ਿਆਦਾ ਟੌਕਸਿਕਨੈਸ ਹੋ ਜਾਂਦੀ ਆਲੇ ਦੁਆਲੇ। ਜੇ ਤੁਸੀਂ ਸਹੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦੋ ਨਾ ਇਮਾਨਦਾਰੀ ਨਾਲ ਦੀ ਲੱਤਾਂ ਖਿੱਚਣ ਲੱਗ ਜਾਂਦੇ ਆ, ਤੂੰ ਕੀ ਕਰਨਾ ਇੰਨਾ ਕੰਮ ਕਰਕੇ, ਹੈ ਨਾ, ਬੜਾ ਕੰਮ ਕਰਨ ਲੱਗ ਗਿਆ, ਹੈ ਨਾ, ਮੈਨੇਜਰ ਨਾਲ ਇੱਦਾਂ ਬੜਾ ਚਮਚਾਗਿਰੀ ਹੋ ਗਈ, ਹੈ ਨਾ, ਆਪਣੇ 'ਚ ਬੜਾ ਚੱਲਦਾ, ਹੈ ਨਾ, ਚੱਲਦਾ ਹੀ ਹੈ। ਪਰ ਸੁਣਨੀ ਨਹੀਂ ਚਾਹੀਦੀ ਬਿਲਕੁਲ, ਇਹੋ ਜਿਹੇ ਬੰਦੇ ਦੀ ਬਿਲਕੁਲ ਨਹੀਂ ਸੁਣਨੀ ਚਾਹੀਦੀ। ਆਪਣਾ ਟਾਈਮ 'ਤੇ ਪਹੁੰਚੋ। ਵੈਸੇ ਮੇਨ ਥਿੰਗ ਮੈਂ ਦੇਖੀ ਹੈ, ਬੈਸਟ ਬਾਏ ਦਾ ਨਹੀਂ ਪਤਾ ਸਿਨੈਰੀਓ, ਵੈਸੇ ਸਾਰੇ ਪਾਸੇ ਮੈਨੂੰ ਲੱਗਦਾ ਸੇਮ ਹੀ ਹੋਣਾ। ਇੱਕ ਹੁੰਦਾ ਪੰਚੁਅਲਿਟੀ, ਹੈ ਨਾ, ਬਿਲਕੁਲ, ਇੱਕ ਹੁੰਦਾ ਹਾਰਡ ਵਰਕ, ਤੀਜਾ ਹੁੰਦਾ ਐਥਿਕਸ, ਹੈ ਨਾ। ਮੈਨੂੰ ਲੱਗਦਾ 3 ਚੀਜ਼ਾਂ ਹੀ ਦੇਖਦਾ ਮੈਨੇਜਰ, ਹੈ ਨਾ। ਜੇ ਤੁਸੀਂ ਆ ਰਹੇ ਹੋ ਕੰਮ ਕਰ ਰਹੇ ਹੋ, ਹੈ ਨਾ। ਹੁਣ ਵਾਲਮਾਰਟ ਜੇ ਆਪਾਂ ਐਸੋਸੀਏਟ ਤੋਂ ਬਾਅਦ ਸਿੱਧਾ ਲੱਗਦਾ ਮੈਨੂੰ ਲੱਗਦਾ ਡਿਪਾਰਟਮੈਂਟ ਮੈਨੇਜਰ ਬਣਦਾ ਬੰਦਾ, ਨੌਕ ਵੀ ਹੈ ਬੰਦਾ, PR ਲਈ ਸਿਕਿਉਰ ਹੋ ਜਾਂਦਾ, ਹਾਂਜੀ, ਹੈ ਨਾ, ਸਿਕਿਉਰ ਹੋ ਜਾਂਦਾ, ਨਾਲ ਕੰਮ ਕਰੀ ਜਾਂਦਾ, ਐਕਸਪੀਰੀਅੰਸ ਪਈ ਜਾਂਦਾ। ਉਸ ਟਾਈਮ ਤੱਕ ਬੰਦੇ ਨੂੰ ਆਈਡੀਆ ਹੋ ਜਾਂਦਾ ਨਹੀਂ ਯਾਰ ਇਹ ਗੇਮ ਵੱਡੀ ਹੈ, ਜਿੱਦਾਂ ਪਹਿਲਾਂ ਆਪਾਂ ਗੱਲ ਕਰਦੇ ਸੀਗੇ, ਹੈ ਨਾ। ਉਹਨੇ ਆਪਣਾ ਸਾਲ ਵੀ ਬਚਾ ਲਿਆ, ਕਿੰਨੇ ਸਾਲ ਬਚਾ ਲਏ, ਹੈ ਨਾ। ਉਹਨੂੰ ਹੁਣ ਇਹ ਵੀ ਨਹੀਂ ਟੈਨਸ਼ਨ, ਉਹਨੂੰ ਕੁਛ ਤਾਂ ਹੈ PR ਹੋਣ ਤੋਂ ਬਾਅਦ ਉਹ ਬਲੈਂਕ ਤਾਂ ਨਹੀਂ ਹੈਗਾ ਬਿਲਕੁਲ, ਹੈ ਨਾ, ਵੀ ਯਾਰ ਹੁਣ ਮੈਂ ਕੀ ਕਰਾਂ, ਹੈ ਨਾ। ਉਹਨੂੰ ਇਹ ਸਿਕਿਉਰਿਟੀ ਰਹਿੰਦੀ ਹੈ, ਹੋਰ ਕੁਛ ਨਹੀਂ ਇਹ ਹੈਗਾ, ਹੈ ਨਾ। ਨਾਲ ਟਰਾਈ ਕਰੀ ਜਾਂਦਾ ਮੈਂ, ਹੈ ਨਾ, ਕਿਤੇ ਹੋਰ ਵੀ ਜੇ ਨਾ ਬਣਿਆ ਪਰ ਇਹ ਹੈਗਾ। ਤੇ ਲਾਈਕ ਬੈਸਟ ਬਾਈ ਕਿੱਦਾਂ ਦੀ ਕੰਪਨੀ ਹੈ, ਇੱਕ ਆਲ ਅਕ੍ਰੋਸ ਕੈਨੇਡਾ ਹੈ, ਸਟੇਟ ਚਲੇ ਜਾਓ ਬੈਸਟ ਬਾਈ ਉੱਥੇ ਵੀ ਮਿਲੂਗਾ। ਤੁਸੀਂ ਕਿਤੇ ਵੀ ਮੂਵ ਹੋਣਾ ਹੈ, ਤੁਸੀਂ ਇੰਟਰਨਲ ਟ੍ਰਾਂਸਫਰਸ ਲੈ ਲਓ, ਪ੍ਰਮੋਸ਼ਨਸ ਲੈ ਲਓ, ਹੈ ਨਾ, ਤੇ ਆਰਾਮ ਨਾਲ। ਤੇ ਸ਼ਾਇਦ ਆਪਾਂ ਨੂੰ ਇਸ ਚੀਜ਼ ਬਾਰੇ ਵੀ ਕੁਝ ਗੱਲ ਕਰਨੀ ਚਾਹੀਦੀ ਹੈ ਕਿ ਜਿਹੜੀ ਜੌਬ ਸਿਕਿਉਰਿਟੀ ਹੈ ਨਾ ਭਾਜੀ, ਤੇ ਜਿਹੜੀ 3 ਚੀਜ਼ਾਂ ਤੁਸੀਂ ਬੋਲੀਆਂ, ਪੰਕਚੁਅਲਿਟੀ ਹੋ ਗਈ, ਤੁਹਾਡੀ ਓਨੈਸਟੀ ਹੋ ਗਈ, ਐਥਿਕਸ ਕਿਵੇਂ ਹੈ ਨਾ, ਇਹ ਚੀਜ਼ਾਂ। ਤੇ ਜਦੋਂ ਤੱਕ ਤੁਸੀਂ ਉਹ ਚੀਜ਼ਾਂ ਨੂੰ ਆਪਣੇ ਹੱਥ 'ਚ ਘੁੱਟ ਕੇ ਫੜਿਆ ਹੋਇਆ ਨਾ, ਉਦੋਂ ਤੱਕ ਹੀ ਤੁਹਾਡੀ ਜੌਬ ਸਿਕਿਉਰ ਹੈ ਕੈਨੇਡਾ ਦੇ ਵਿੱਚ। ਇੰਡੀਆ ਆਪਣੇ ਕੀ ਹੁੰਦਾ, ਜਦੋਂ ਤੁਸੀਂ ਇੱਕ ਅਹੁਦੇ 'ਤੇ ਤੁਸੀਂ ਆ ਜਾਂਦੇ ਹੋ ਨਾ, ਉਹਦੇ 'ਤੇ ਮਤਲਬ ਫਿਰ ਤੁਹਾਨੂੰ ਜ਼ਿਆਦਾ ਡਰ ਨਹੀਂ ਹੁੰਦਾ ਕਿਸੇ ਚੀਜ਼ ਦਾ, ਹੈ ਨਾ। ਤੁਸੀਂ ਸਿਕਿਉਰ ਹੋ, ਤੁਸੀਂ ਮਤਲਬ ਹੁਣ ਬਸ ਠੀਕ ਹੈ ਆਪਾਂ ਬੈਠੇ ਹਾਂ, ਆਉਣਾ 9 ਤੋਂ 5 ਜਾਣਾ ਤੇ ਕੰਮ ਕਰ ਲਿਆ, ਕਿਸੇ ਨੇ ਕੁਝ ਕਹਿਣਾ ਨਹੀਂਗਾ। ਤੇ ਬਟ ਉਰੇ ਕੀ ਹੈ, ਤੁਸੀਂ ਕੁਛ ਵੀ ਮਤਲਬ ਇੱਦਾਂ ਦਾ ਕਰਦੇ ਹੋ ਨਾ ਜੋ ਕਿ ਤੁਹਾਡੇ ਐਥਿਕਸ ਦੇ ਬਿਲਕੁਲ ਆਪੋਜ਼ਿਟ ਆ। ਤੇ ਡਜ਼ਨਟ ਮੈਟਰ ਕਿ ਤੁਸੀਂ ਕੰਪਨੀ ਨਾਲ 40 ਸਾਲ ਕੰਮ ਕੀਤਾ ਜਾਂ 5 ਸਾਲ ਕੀਤਾ ਜਾਂ 1 ਸਾਲ ਕੀਤਾ, ਉਹ ਮਤਲਬ ਉਹ ਤਿਆਰ ਖੜੇ ਆ ਉੱਥੇ। 100 ਲੋਕ ਬਾਹਰ ਨੇ ਜੋ ਤੁਹਾਡੀ ਜੌਬ ਤੁਹਾਡੇ ਤੋਂ ਜ਼ਿਆਦਾ ਬੈਟਰ ਕਰ ਸਕਦੇ ਆ। ਤੁਸੀਂ ਆਪਣੇ ਆਪ ਨੂੰ ਹਰ ਇੱਕ ਸਟੈਪ 'ਤੇ ਪ੍ਰੂਵ ਕਰ ਰਹੇ ਹੋ। ਹਰ ਇੱਕ ਦਿਨ ਤੁਸੀਂ ਆਪਣੇ ਆਪ ਨੂੰ ਪ੍ਰੂਵ ਕਰਨਾ ਕਿ ਯਾਰ ਵੀ ਮੈਂ ਬੈਟਰ ਕਿਉਂ ਆ ਹੋਰਾਂ ਨਾਲੋਂ, ਤਾਂ ਹੀ ਤੁਸੀਂ ਉਹ ਜੌਬ ਸਿਕਿਉਰ ਹੈ ਤੁਹਾਡੀ। ਇੱਦਾਂ ਲੱਗਦਾ ਵੀ ਯਾਰ ਜੋ ਮੈਂ ਕਰ ਰਿਹਾ ਹਾਂ, ਕਈ ਵਾਰੀ ਇੱਦਾਂ ਲੱਗਦਾ ਪਤਾ ਨਹੀਂ ਯਾਰ
ਇਹਦੀ ਵਰਥ ਪਏਗੀ ਕਦੇ ਨਹੀਂ ਪਏਗੀ, ਪਰ ਨੋਟ ਹੁੰਦਾ। ਜਿਹੜਾ ਬੰਦਾ ਤੁਹਾਡੇ ਉੱਤੇ ਹੈ ਨਾ, ਉਹ ਤੁਹਾਡੀ ਕੱਲੀ ਚੀਜ਼ ਨੋਟ ਕਰ ਰਿਹਾ ਹੈ ਨਾ, ਤੁਸੀਂ ਕੀ ਕਰ ਰਹੇ ਹੋ ਕੀ ਨਹੀਂ ਕਰ ਰਹੇ ਹੋ, ਹੈ ਨਾ। ਤਾਂ ਬੰਦੇ ਨੂੰ ਕਦੇ ਇਦਾਂ ਨਹੀਂ ਸੋਚਣਾ ਚਾਹੀਦਾ। ਹਰੇਕ ਬੰਦੇ ਦੇ ਮੈਨੂੰ ਤਾਂ ਲੱਗਦਾ ਵੀ ਹਰੇਕ ਬੰਦੇ ਇੱਕ ਟਾਈਮ ਆਉਂਦਾ, ਮੰਨ ਲਓ ਤੁਸੀਂ ਕੋਈ ਪੋਜੀਸ਼ਨ ਨਿਕਲੀ ਹੈ, ਉਸ 'ਤੇ ਕੰਮ ਕਰ ਰਹੇ ਹੋ, ਹੈ ਨਾ। ਤੁਹਾਨੂੰ ਪਤਾ ਵੀ ਭਾਈ ਮੈਂ 3-4 ਮਹੀਨੇ ਕੰਮ ਕੀਤਾ, ਮੈਂ ਜੀ ਲਾ ਕੇ ਕੰਮ ਕੀਤਾ, ਬਿਲਕੁਲ। ਤੇ ਇੱਕ ਸਟੇਜ ਆ ਜਾਂਦੀ ਹੈ ਜਿੱਥੇ ਬੰਦਾ ਫਿਰ ਵੀ ਡਗਮਗਾਉਂਦਾ ਥੋੜ੍ਹਾ ਜਿਹਾ, ਹੈ ਨਾ, ਯਾਰ ਪਤਾ ਨਹੀਂ, ਯਾਰ ਕੀ ਪਤਾ, ਹੈ ਨਾ। ਅਪਲਾਈ ਕਰਤੇ ਆ, ਚਲੋ ਰਿਜੈਕਸ਼ਨ ਆ ਗਈ, ਹੈ ਨਾ। ਇੱਦਾਂ ਨਹੀਂ ਬੰਦੇ ਨੂੰ ਹੋਣਾ ਚਾਹੀਦਾ ਯਾਰ ਵੀ ਹੁਣ ਮੈਂ ਇਹ ਮਤਲਬ ਛੱਡ ਹੀ ਦੇਵਾਂ, ਮੈਂ ਹੁਣ ਕੁਛ ਹੋਰ ਦੇਖਾਂ। ਦੁਬਾਰਾ ਅਪਲਾਈ ਕਰੋ, ਮੈਨੇਜਰ ਨਾਲ ਜਾ ਕੇ ਗੱਲ ਕਰੋ, ਉਹਨੂੰ ਓਪਨਲੀ ਆਪਾਂ ਕਹਿ ਸਕਦੇ ਹਾਂ। ਇੱਥੇ ਦਾ ਵਰਕ ਕਲਚਰ ਤਾਂ ਇੱਦਾਂ ਹੀ ਹੈ ਸ਼ਿਵਾਨੀ, ਕਿ ਨਹੀਂ, ਓਪਨਲੀ ਪੁੱਛ ਸਕਦੇ ਹੋ ਵੀ ਮੈਂ ਅਪਲਾਈ ਕੀਤਾ ਸੀ, ਹੈ ਨਾ, ਵੀ ਮੇਰੀ ਰਿਜੈਕਸ਼ਨ ਆਈ ਹੈ, ਵੀ ਬਸ ਮੈਨੂੰ ਰੀਜ਼ਨਸ ਦੱਸ ਦਿਓ ਕੀ ਹੈ, ਤਾਂ ਕਿ ਮੈਂ ਆਪਣੇ ਆਪ ਨੂੰ ਇੰਪਰੂਵ ਕਰ ਸਕਾਂ, ਹੈ ਨਾ। ਜਿਹੜੇ ਮੇਰੇ ਫਲॉज ਹੈ ਉਹਨਾਂ 'ਤੇ ਮੈਂ ਕੰਮ ਕਰ ਸਕਾਂ, ਹੈ ਨਾ, ਲੂਪ ਹੋਲਸ ਹੈ ਜਿਹੜੇ, ਅਤੇ ਉਹ ਤੁਹਾਨੂੰ ਬਹੁਤ ਵਧੀਆ ਅੱਗੋਂ ਗਾਈਡ ਕਰਦੇ ਆ, ਹੈ ਨਾ। ਉਹ ਉਸ ਚੀਜ਼ ਨੂੰ ਪੋਜ਼ੀਟਿਵ ਅਪਰੋਚ ਲੈ ਕੇ ਦੇਖਦੇ ਆ ਵੀ ਭਾਈ ਇਹਦੀ ਭਾਵੇਂ ਰਿਜੈਕਸ਼ਨ ਆਈ ਹੈ, ਪਰ ਫਿਰ ਵੀ ਬੰਦੇ ਦਾ ਐਟੀਟਿਊਡ ਇੱਦਾਂ ਵੀ ਨਹੀਂ, ਮੈਂ ਹਜੇ ਹੋਰ ਮਿਹਨਤ ਕਰਨੀ ਹੈ, ਜਿਹੜੀ ਮੇਰੀ ਗਲਤੀਆਂ ਜਿਹਦੇ ਕਰਕੇ ਰਿਜੈਕਸ਼ਨ ਹੋਈ ਹੈ ਤੁਹਾਨੂੰ ਕਲੀਅਰਲੀ ਦੱਸ ਦਿੰਦੇ ਹੋ। ਇੱਦਾਂ ਨਹੀਂ ਕੋਈ ਤੁਹਾਡਾ ਪਰਦਾ ਰੱਖਦੇ ਆ ਇੱਦਾਂ, ਹੈ ਨਾ। ਕਿਉਂਕਿ ਮੇਰੇ ਨਾਲ ਹੋਇਆ 2-3 ਵਾਰੀ, ਤੇ ਤਾਂ ਇੱਦਾਂ ਮੇਰਾ ਐਕਸਪੀਰੀਅੰਸ ਹੈ। ਤੇ ਉਸ ਚੀਜ਼ ਨੂੰ ਜੇ ਆਪਾਂ ਉਸ ਚੀਜ਼ ਨੂੰ ਆਪਾਂ ਫੀਡਬੈਕ ਕਹਿ ਦਿੰਦੇ ਹਾਂ, ਹੈ ਨਾ। ਤੇ ਭਾਜੀ ਉਹ ਇੱਕ ਇਹੋ ਜਿਹੀ ਫੀਡਬੈਕ ਸਪੈਸ਼ਲੀ ਮੇਰੇ ਵਾਸਤੇ ਇੱਕ ਇਹੋ ਜਿਹੀ ਚੀਜ਼ ਹੈ ਕਿ ਹਰ 2 ਵੀਕ ਜਾਂ 3 ਵੀਕ ਜਾਂ 1 ਮਹੀਨੇ ਬਾਅਦ ਮੈਂ ਆਪਣੇ ਇਮੀਡੀਏਟ ਮੈਨੇਜਰ ਕੋਲ ਜਾਣਾ, ਇਮੀਡੀਏਟ ਲੀਡਰ ਕੋਲ ਮੈਂ ਜਾ ਰਿਹਾ, ਤੇ ਮੈਂ ਉਹਨੂੰ ਪੁੱਛ ਰਿਹਾ ਕਿ ਯਾਰ ਕੀ ਫੀਡਬੈਕ ਕੀ ਹੈ ਮੇਰੇ ਵਾਸਤੇ, ਫੀਡਬੈਕ ਮੈਂ ਸਹੀ ਕਰ ਰਿਹਾ, ਮੈਂ ਗਲਤ ਕਰ ਰਿਹਾ, ਮੈਂ ਔਨ ਟਰੈਕ ਹੈਗਾ ਜਾਂ ਕੀ ਨਹੀਂ ਹੈ, ਹੈ ਨਾ। ਸ਼ਾਇਦ ਇੱਕ ਇਹ ਚੀਜ਼ ਹੈ ਜੋ ਤੁਹਾਨੂੰ ਹੋਰ ਜ਼ਿਆਦਾ ਉੱਪਰ ਲੈ ਕੇ ਜਾ ਸਕਦੀ ਹੈ ਨਾ। ਡਜ਼ਨਟ ਮੈਟਰ ਕਿ ਤੁਸੀਂ ਕਿੱਥੇ ਕੰਮ ਕਰ ਰਹੇ ਹੋ, ਤੇ ਜਿਹੜੀ ਜੇ ਤੁਹਾਨੂੰ ਇੱਕ ਪੀਰੀਓਡਿਕਲੀ ਫੀਡਬੈਕ ਤੁਹਾਨੂੰ ਕਿਸੇ ਤੋਂ ਮਿਲ ਰਹੀ ਹੈ ਨਾ, ਤਾਂ ਸ਼ਾਇਦ ਉਹ ਤੁਹਾਨੂੰ ਦਿਖਾਉਂਦੀ ਹੈ ਤੁਹਾਡੀ ਸਟਰੈਂਥ ਕੀ ਹੈ, ਤੁਹਾਡੀ ਓਪਰਚੁਨਿਟੀ ਕੀ ਹੈ, ਤੁਸੀਂ ਕੀ ਸਿੱਖਣਾ ਚਾਹ ਰਹੇ ਹੋ, ਤੇ ਤੁਸੀਂ ਕਿਹੜੇ ਰਾਹ ਨੂੰ ਜਾ ਰਹੇ ਹੋ, ਹੈ ਨਾ। ਅੱਛਾ, ਇਹ ਤੁਹਾਡੀ ਗੱਲ ਤੋਂ ਨਾ ਮੈਨੂੰ ਇੱਕ ਗੱਲ ਯਾਦ ਆਈ। ਕਈ ਬੱਚੇ ਇੱਦਾਂ ਹੁੰਦੇ ਹੈ ਨਾ, ਕਈ ਨਿਆਣੇ ਇੱਦਾਂ ਹੁੰਦੇ ਆ ਵੀ ਉਹ ਨਾ ਜਾਣ ਕੇ ਮੈਨੇਜਰ ਨੂੰ ਸੱਚੀ ਇੱਦਾਂ ਪੁੱਛਦੇ ਆ, ਪਰ ਐਕਚੁਅਲ 'ਚੋਂ ਕਰਦੇ ਨਹੀਂ। ਹਾਂਜੀ, ਹੈ ਨਾ, ਜਾਣ ਕੇ ਮੈਨੇਜਰ ਕੋਲ ਬੜੇ ਐਕਟਿਵ ਹੈ ਜੀ ਅਸੀਂ, ਹੈ ਨਾ, ਕੰਮ ਕਰ ਰਹੇ ਹਾਂ, ਫੜੇ ਜਾਂਦੇ ਆ, ਸਾਰੇ ਫੜੇ ਜਾਂਦੇ ਆ, ਪਤਾ ਹੁੰਦਾ ਉਹਨਾਂ ਨੂੰ, ਕੋਈ ਚਲਾਕੀ ਨਹੀਂ ਚੱਲਦੀ। ਜੈਨੂਅਨ ਤੁਹਾਨੂੰ ਹੋ ਕੇ ਨਾ ਇਮਾਨਦਾਰੀ ਨਾਲ ਆਪਦਾ ਕੰਮ ਕਰਨਾ ਪੈਣਾ ਪ੍ਰੋਪਰ, ਤੇ ਬਹੁਤ ਸੌਖਾ ਹੈ। ਕਈਆਂ ਨੂੰ ਲੱਗਦਾ ਪਤਾ ਨਹੀਂ ਯਾਰ ਕੀ ਹੈ ਨਾ। ਮੇਰੇ ਹਿਸਾਬ ਨਾਲ ਤਾਂ ਬਹੁਤ ਈਜ਼ੀ ਕੰਮ ਹੈ ਸ਼ਿਵਾਨੀ, ਜਾ ਕੇ ਕੰਮ ਕਰਨਾ, ਆਪਣਾ ਘਰੇ ਆਉਣਾ, ਬਸ ਜਾ ਕੇ ਕੰਮ ਕਰਨਾ, ਸਹੀ ਤਰੀਕੇ ਨਾਲ ਕੰਮ ਕਰਨਾ, ਕੁਛ ਐਕਸਟਰਾ ਨਹੀਂ ਕਰਨਾ, ਹੈ ਨਾ। ਹਾਂ, ਸਾਰਾ ਕੁਛ ਹੋਈ ਜਾਂਦਾ ਆਪਣੇ ਆਪ, ਬਿਲਕੁਲ। ਮਤਲਬ ਜਿੱਦਾਂ ਕਈਆਂ ਥੋੜ੍ਹਾ ਲੇਟ ਵੀ ਹੋ ਜਾਂਦਾ, ਕਈਆਂ ਲਈ, ਕਈਆਂ ਨੂੰ ਥੋੜ੍ਹੀ ਪਹਿਲਾਂ ਮਿਲ ਜਾਂਦੀ ਹੈ ਨਾ। ਜਿਹੜੀ ਉੱਥੇ ਜਾ ਕੇ ਡੀਮੋਟੀਵੇਸ਼ਨ ਆਉਂਦੀ ਹੈ ਨਾ, ਵੀ ਉਹ ਹੈ ਫਿਰ ਬੰਦੇ ਨੂੰ ਮਤਲਬ ਪੋਜ਼ੀਟਿਵ ਅਪਰੋਚ ਰੱਖ ਕੇ ਦੁਬਾਰਾ ਅਪਲਾਈ ਕਰੀ ਜਾਓ, ਗੱਲ ਕਰੋ ਮੈਨੇਜਰ ਨਾਲ, ਹੈ ਨਾ। ਕਈ ਵਾਰੀ ਜਿਸ ਤਰ੍ਹਾਂ ਤੁਹਾਡੇ ਨਾਲ ਮੰਨ ਲਓ ਇੱਕ ਹੋਰ ਬੰਦੇ ਨੇ ਜੁਆਇਨ ਕੀਤਾ, ਹੈ ਨਾ, ਇਹ ਮੇਰੇ ਪਰਸਨਲ ਐਕਸਪੀਰੀਅੰਸ ਹੈ। ਤੁਹਾਡੇ ਨਾਲ ਇੱਕ ਹੋਰ ਬੰਦੇ ਨੇ ਜੁਆਇਨ ਕੀਤਾ, ਦੋਨੇ ਹੀ ਵਧੀਆ ਕੰਮ ਕਰ ਰਹੇ ਹੋ। ਕਈ ਵਾਰੀ ਸਿਚੁਏਸ਼ਨ ਇੱਦਾਂ ਹੁੰਦੀ ਹੈ, ਦੋਨੇ ਜੈਨੂਅਨ ਬੰਦੇ ਆ ਅਤੇ ਦੋਨੇ ਹੀ ਵਧੀਆ ਕੰਮ ਕਰ ਰਹੇ ਆ, ਹੈ ਨਾ, ਅਤੇ ਦੂਜੇ ਨੂੰ ਪੋਜੀਸ਼ਨ ਮਿਲ ਜਾਂਦੀ ਹੈ। ਫਿਰ ਬੰਦੇ ਨੂੰ ਸੈਟਬੈਕ ਲੱਗਦਾ ਜੋ ਕਿ ਨੈਚੁਰਲ ਹੈ ਨਾ। ਪਰ ਫਿਰ ਨਹੀਂ, ਉਹੀ ਗੱਲ ਹੈ, ਤੁਸੀਂ ਗੱਲ ਕਰੋ, ਹੈ ਨਾ, ਪੋਜ਼ੀਟਿਵ ਅਪਰੋਚ ਰੱਖੋ, ਤੁਹਾਨੂੰ ਮਿਲੇਗੀ। ਕਿਸੇ ਨੂੰ ਪਹਿਲਾਂ ਮਿਲੇਗੀ, ਕਿਸੇ ਨੂੰ ਲੇਟ ਮਿਲੇਗੀ, ਪੋਜੀਸ਼ਨ ਮਿਲੇਗੀ। ਬਿਲਕੁਲ। ਦੂਜਾ ਹੈ ਕਿ ਮਤਲਬ ਹੈਜ਼ਿਟੇਟ ਨਾ ਕਰੋ। ਜਿਵੇਂ ਸ਼ੁਰੂ 'ਚ ਸੀਗੇ ਵੀ ਇੱਦਾਂ ਸੀਗਾ ਵੀ ਅਸਿਸਟੈਂਟ ਸਟੋਰ ਦੀ ਪੋਜੀਸ਼ਨ, ਮੈਨੇਜਰ ਦੀ ਪੋਜੀਸ਼ਨ ਹੈ ਜਾਂ ਸਟੋਰ ਮੈਨੇਜਰ ਦੀ ਪੋਜੀਸ਼ਨ ਆ, ਜੇ ਤੁਹਾਨੂੰ ਇੰਟਰਸਟ ਹੈ, ਤੁਸੀਂ ਕੇਪੇਬਲ ਲੱਗਦੇ ਹੋ, ਮੇ ਬੀ ਤੁਸੀਂ ਪ੍ਰਿਪੇਅਰ ਨਹੀਂ ਹੋ ਰੋਲ ਵਾਸਤੇ, ਅਪਲਾਈ ਜ਼ਰੂਰ ਕਰੋ, ਕਿਉਂਕਿ ਅਪਲਾਈ ਕਰਨ ਨਾਲ ਤੁਹਾਡਾ ਇੰਟਰਸਟ ਸ਼ੋ ਹੋਊਗਾ ਕਿ ਇਹ ਪਰਸਨ ਕੰਪਨੀ ਨਾਲ ਗਰੋ ਕਰਨਾ ਚਾਹੁੰਦਾ ਹੈ ਜਾਂ ਕੰਪਨੀ ਦੀ ਇਸ ਪੋਜੀਸ਼ਨ ਨੂੰ ਵਧੀਆ ਸਮਝ ਰਿਹਾ ਹੈ। ਅਤੇ ਇੰਟਰਸਟ ਦਿਖਾਉਣਾ ਬਹੁਤ ਜ਼ਰੂਰੀ ਹੈ। ਮੇ ਬੀ 4 ਟਾਈਮ ਸਿਲੈਕਸ਼ਨ ਨਹੀਂ ਹੋਗੀ, 5 ਟਾਈਮ ਸਿਲੈਕਸ਼ਨ नहीं होगी, 6 टाइम सिलेक्शन होगी। तो इंटरेस्ट दिखाना बहुत ज़रूरी है कि आप प्रिपेयर हो या इंटरेस्टेड हो कंपनी के साथ ग्रो करने में। तो बेसिकली ये एक इम्पॉर्टेंट स्टेप नहीं, बिल्कुल ये तो है ही है। ਜਦੋਂ ਆਪਾਂ ਕਿਤੇ ਵੀ ਕੁਛ ਵੀ ਨਵਾਂ ਸ਼ੁਰੂ, ਕਿਸੇ ਕੰਪਨੀ ਨਾਲ ਨਵਾਂ ਸ਼ੁਰੂ ਕਰ ਰਹੇ ਹਾਂ, ਆਪਾਂ ਨੂੰ ਇੰਟਰਨਲੀ ਉਹ ਚੀਜ਼ ਨਹੀਂ ਪਤਾ, ਬਟ ਉਹ ਇੱਕ ਕਾਸਟ ਹੈ ਕੰਪਨੀ ਵਾਸਤੇ। ਸਾਨੂੰ ਟ੍ਰੇਨਿੰਗ ਦੇਣਾ, ਸਾਨੂੰ ਹਰ ਕੰਮ ਸਿਖਾਉਣਾ, ਸਾਡੇ ਮਤਲਬ ਇੱਕ ਫੋਨ ਇੰਟਰਵਿਊ ਤੋਂ ਲੈ ਕੇ ਇਨਸਟੋਰ ਇੰਟਰਵਿਊ ਤੱਕ ਉਹ ਪੂਰੀ ਕਾਸਟ ਹੈ ਕੰਪਨੀ ਦੀ। ਉਹ ਕੰਪਨੀ ਕਾਸਟ ਬੇਅਰ ਕਰ ਰਹੀ ਹੈ ਸਾਨੂੰ ਉੱਥੇ ਲਿਆਉਣ ਵਾਸਤੇ। ਤਾਂ ਕੰਪਨੀ ਹਮੇਸ਼ਾ ਉਸ ਬੰਦੇ ਨੂੰ ਹੀ ਚੁਣੇਗੀ ਜਿਹੜਾ ਉਸ ਕਾਸਟ ਦਾ ਉਹਨਾਂ ਨੂੰ ਰਿਟਰਨ ਵੀ ਦੇਗਾ, ਹੈ ਨਾ। ਅਤੇ ਉਹ ਬੈਸਟ ਬੰਦਾ ਕੌਣ ਹੋਏਗਾ ਜਿਹੜੇ ਜਿੱਦਾਂ ਤੁਸੀਂ ਉਹ 3 ਚੀਜ਼ਾਂ ਦਾ ਨਾਂ ਬੋਲਿਆ, ਹੈ ਨਾ, ਜਿਹੜਾ ਉਹ 3 ਚੀਜ਼ਾਂ ਦਿਖਾਏਗਾ। ਜਿਹੜਾ ਜਿੱਦਾਂ ਇਹਨਾਂ ਨੇ ਬੋਲਿਆ ਕਿ ਇਮਾਨਦਾਰੀ ਨਾਲ ਤੁਸੀਂ ਜੌਬ ਕਰੋ, ਤੁਸੀਂ ਇਹ ਸੋਚੋ ਹੀ ਨਾ ਕਿ ਯਾਰ ਵੀ ਮਤਲਬ ਮੈਂ ਕੰਮ 'ਤੇ ਚੱਲਣਾ। ਤੁਸੀਂ ਐਂ ਸੋਚੋ ਬਸ ਯਾਰ ਵੀ ਮੇਰੀ ਰੂਟੀਨ, ਆਪਾਂ ਪੜ੍ਹਾਈ ਵੀ ਤਾਂ ਕਰਦੇ ਹਾਂ ਤਾਂ ਵੀ ਆਪਾਂ ਵਧੀਆ ਨੰਬਰ ਲੈ ਕੇ ਪਾਸ ਹੋਣਾ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਯਾਰ ਵੀ ਆਹ ਚੀਜ਼ ਆਪਾਂ ਨੂੰ ਅੱਗੇ ਕਿਤੇ ਲੈ ਕੇ ਜਾਊਗੀ, ਹੈ ਨਾ। ਤਾਂ ਉਹੀ ਚੀਜ਼ ਹੈ ਬਸ। ਕਈ ਨਾਸਤਿਕ ਮੈਨੂੰ ਦੱਸਦੇ ਨੇ ਨੀ, ਕਈ ਧਰਮਾਂ ਦੇ ਵਿੱਚ ਮਾਰਦੇ ਨੇ ਨੀ, ਕਿਤੇ ਪੂਜਾ ਮੇਰੀ ਕਰਦੇ ਨੇ ਨੀ, ਕਿਤੇ ਪੁਤਲੇ ਮੇਰੇ ਸਾੜਦੇ ਨੇ।
ਨਾ ਸਮਝ ਸਕੇ ਮੇਰੇ ਰਾਹਾਂ ਨੂੰ ਨਹੀਂ ਕੌਣ ਰੋਕ ਲਊ ਤੇਰੇ ਯਾਵਾਂ ਨੂੰ ਨਹੀਂ ਬੰਨੇ ਲੱਗਦੇ